ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਇਸ ਕੋਲੇ ਆਪ ਜੀ ਦੇ ਨਾਲ ਹਾਜ਼ਰ ਹੋ ਜਾਈਦਾ ਗੱਲਾਂ ਬਾਤਾਂ ਕਰਨ ਲਈ ਤੇ ਇਧਰ ਉਧਰ ਜੋ ਖਬਰਾਂ ਦਾ ਸਾਰ ਹੁੰਦਾ ਉਹ ਵੀ ਗੱਲ ਕਰੀਦੀ ਆ, ਤੁਹਾਡੇ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕਰੀਦੀ ਆ ਤੇ ਨਾਲ ਆਪਣੇ ਹੁੰਦੇ ਆ ਪਰਮਵੀਰ ਬਾਠ। ਕੀ ਹਾਲ ਬਾਠ ਸਾਹਿਬ? ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ। ਬਾਠ ਸਾਹਿਬ ਗੱਲ ਇੱਦਾਂ ਕਿ ਦਿਨੋਂ ਦਿਨ ਕੰਮ ਜਾਂਦਾ ਵਿਗੜਦਾ ਜੀ। ਹੁਣ ਵਿਗੜਦੇ ਕੰਮ ਦੇ ਵਿੱਚ ਜਿਹੜੀ ਚੀਜ਼ ਮੈਨੂੰ ਥੋੜ੍ਹੀ ਜਿਹੀ ਅਜੀਬ ਲੱਗਦੀ ਹੈ ਉਹ ਇਹ ਆ ਕਿ ਵੀ ਇੱਕ ਪਾਸੇ ਕਰੋਨੇ ਦੀ ਗੱਲ ਹੈ, ਦੂਜੇ ਪਾਸੇ ਸੁਪਰੀਮ ਕੋਰਟ ਹਾਈ ਕੋਰਟ ਤੱਕ ਰੌਲਾ, ਤੀਸਰੇ ਪਾਸੇ ਰਾਜ ਸਰਕਾਰਾਂ ਜਿਹੜੀਆਂ ਉਹ ਚਿੰਤਾ 'ਚ ਨੇ, ਚੌਥੇ ਪਾਸੇ ਦਰ ਭਟਕਦੇ ਲੋਕ ਨੇ। ਤੇ ਜਿਸ ਪਾਸਿਓਂ ਇਹ ਚਰਚਾ ਸਾਰਾ ਕੁਝ ਚੱਲਣਾ ਚਾਹੀਦਾ, ਜਿਹੜਾ ਕਿਹਾ ਜਾਂਦਾ ਕਿ ਸਭ ਤੋਂ ਵੱਡੀ ਪਾਰਟੀ ਹੈ ਮੈਂਬਰਸ਼ਿਪ ਵਾਈਜ਼ ਬੀਜੇਪੀ ਰਾਜ ਕਰਦੀ ਧਿਰ ਦੇਸ਼ 'ਤੇ, ਉਹਨਾਂ ਵੱਲੋਂ ਇਹ ਚਰਚਾ ਚੱਲ ਪਈ ਹੈ ਵੀ ਪੰਜਾਬ 'ਚ ਹਰਿਆਣੇ 'ਚ ਵੀ ਧਰਨੇ ਦਿਓ। ਕਈ ਉਹਨਾਂ ਦੇ ਸਪੋਰਟਰ ਫਿਲਮੀ ਬੀਬੀਆਂ ਜਿਹੜੀਆਂ, ਇੱਕ ਹੋਰ ਬੀਬੀ ਵੀ ਰੋਣ ਲੱਗ ਪਈ ਪੱਛਮੀ ਬੰਗਾਲ 'ਚ ਹਿੰਸਾ ਦੀ ਗੱਲ। ਠੀਕ ਹੈ, ਜੇ ਹਿੰਸਾ ਹੋ ਰਹੀ ਹੈ, ਕਿਸੇ ਦਾ ਨੁਕਸਾਨ ਹੋ ਰਿਹਾ, ਆਪਾਂ ਉਸ ਚੀਜ਼ ਨੂੰ ਕੰਡੈਮ ਕਰਦੇ ਨਹੀਂ ਹੋਣਾ ਚਾਹੀਦਾ, ਪਰ ਕੀ ਉਹ ਇੱਕ ਐਸਾ ਮੁੱਦਾ ਜਿਹੜਾ ਕਿ ਨੈਸ਼ਨਲ ਲੈਵਲ 'ਤੇ ਚੱਲਣਾ ਚਾਹੀਦਾ, ਜਾਂ ਜਿਹੜਾ ਇਸ ਵਕਤ ਸੰਕਟ ਨੈਸ਼ਨਲ ਲੈਵਲ 'ਤੇ ਹੈ ਉਹਦੇ ਬਾਰੇ ਗੱਲ ਹੀ ਨਹੀਂ ਕਰਨੀ ਚਾਹੀਦੀ? ਸੰਧਾਲੀਆ ਸਾਹਿਬ, ਰੌਲਾ ਇਸ ਗੱਲ ਦਾ ਨਾ ਕਿ ਕਿਹਨੂੰ ਕਿਹੜੀ ਗੱਲ ਸੂਤ ਬੈਠਦੀ ਹੈ। ਹੁਣ ਜਿਹਨੂੰ ਜਿਹੜੀ ਗੱਲ ਸੂਤ ਬੈਠਦੀ ਉਹਨੂੰ ਉੱਪਰਲੇ ਪਾਸੇ ਉਭਾਰੂਗਾ। ਤੁਸੀਂ ਪੱਛਮੀ ਬੰਗਾਲ ਦਾ ਜ਼ਿਕਰ ਕੀਤਾ, ਤੇ ਜਦੋਂ ਪੱਛਮੀ ਬੰਗਾਲ ਦਾ ਜ਼ਿਕਰ ਕੀਤਾ ਤੇ ਮੈਂ ਉਸ ਮੁੱਦੇ ਤੇ ਆਉਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਆ। ਮੈਨੂੰ ਅੱਜ ਉਹ ਇੱਕ ਦਿਨ ਚੇਤੇ ਆਉਂਦਾ ਸੀ ਜਦੋਂ ਮੈਂ ਇੱਥੇ ਨਵਾਂ ਆਇਆ ਤੇ ਇੱਥੋਂ ਦੇ ਮੇਨ ਸਟਰੀਮ ਭਾਈਚਾਰੇ ਦਾ ਇੱਕ ਪੱਤਰਕਾਰ ਗੱਲ ਅੰਗਰੇਜ਼ੀ 'ਚ ਕਰਦਾ ਸੀ। ਮੈਂ ਗੁਆਂਢੀ ਤੋਂ ਪੁੱਛ ਕੇ ਸਮਝਣ ਦੀ ਕੋਸ਼ਿਸ਼ ਕਰਦਾ ਸੀ, ਜਿੰਨੀ ਕੁ ਮੈਨੂੰ ਆਉਂਦੀ ਸੀ ਮੈਂ ਸਮਝੀ ਜਾਂਦਾ ਸੀ। ਤਾਂ ਮੈਂ ਉਹਨਾਂ ਨੂੰ ਇਹ ਕਹਿੰਦਾ ਸੀ ਕਿ ਸਾਨੂੰ ਖਬਰ ਚੁਣਨੀ ਪੈਂਦੀ ਹੈ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਸਾਨੂੰ ਪੱਤਰਕਾਰਾਂ ਨੂੰ, ਕਿ ਸਾਡੇ ਮੂਹਰੇ ਹਰ ਰੋਜ਼ ਖਬਰਾਂ ਦਾ ਇੱਕ ਢੇਰ ਹੁੰਦਾ। ਉਹਨਾਂ 100 ਖਬਰਾਂ ਦੇ ਵਿੱਚੋਂ ਕਿਹੜੀਆਂ 10 ਖਬਰਾਂ ਵੱਧ ਇੰਪੋਰਟੈਂਟ ਨੇ ਜਾਂ ਲੋਕ ਪੱਖੀ ਨੇ ਜਾਂ ਜਿਹੜੀਆਂ ਲੋਕਾਂ ਦੇ ਲਈ ਠੀਕ ਨੇ, ਸਾਨੂੰ ਉਹ ਚੁਣਨੀਆਂ ਪੈਂਦੀਆਂ, 90 ਸਾਨੂੰ ਛੱਡਣੀਆਂ ਪੈਂਦੀਆਂ, ਕਿਉਂਕਿ ਘਟਨਾਵਾਂ ਖਬਰਾਂ ਵੱਧ ਹੁੰਦੀਆਂ, ਕਦੇ ਘੁਟਾਲਿਆਂ ਦੀਆਂ, ਕਦੇ ਕਿਸੇ ਚੀਜ਼ ਦੀਆਂ, ਤੇ ਸਾਡੇ ਕੋਲੇ ਸਮਾਂ ਥੋੜ੍ਹਾ ਹੁੰਦਾ। ਉਹ ਕਹਿੰਦਾ ਸੀ ਕਿ ਸਾਨੂੰ ਖਬਰ ਲੱਭਦੀ ਨਹੀਂ ਇਹਨਾਂ ਦੇਸ਼ਾਂ ਦੇ ਵਿੱਚ, ਕਿ ਸਾਡੇ ਲਈ ਬਹੁਤ ਔਖਾ। ਤੇ ਮੈਨੂੰ ਅੱਜ ਉਹ ਗੱਲ ਮਹਿਸੂਸ ਹੁੰਦੀ ਸੀ ਕਿ ਚੰਗਾ ਹੁੰਦਾ ਜੇ ਸਾਨੂੰ ਭਾਰਤ 'ਚ ਵੀ ਖਬਰ ਲੱਭਦੀ ਨਾ, ਕਿ ਸਾਨੂੰ ਖੋਜ ਕਰਨੀ ਪੈਂਦੀ, ਕਿਉਂਕਿ ਜੇ ਘਪਲਾ ਵੀ ਨਾ ਹੁੰਦਾ, ਕੋਈ ਚੀਜ਼ ਹੋਰ ਵੀ ਨਾ ਹੁੰਦੀ, ਇੱਦਾਂ ਦੀਆਂ ਮਾੜੀਆਂ ਖਬਰਾਂ ਘੱਟੋ ਘੱਟ ਸਾਨੂੰ ਸੁਣਾਉਣੀਆਂ ਨਾ ਪੈਂਦੀਆਂ ਕਿ ਇੱਥੇ ਆ ਮਰ ਗਿਆ ਤੇ ਉੱਥੇ ਆ ਹੋ ਗਿਆ ਤੇ ਇੱਥੇ ਆਕਸੀਜਨ ਨਹੀਂ ਮਿਲੀ। ਇੱਕ ਪਾਸੇ ਸਾਰਾ ਦੇਸ਼ ਭੱਠੀ 'ਚ ਹੈ ਇਸ ਵੇਲੇ ਕੋਵਿਡ ਦੇ ਕਰਕੇ, ਤੇ ਦੂਸਰੇ ਪਾਸੇ ਸਾਡੇ ਸਾਹਮਣੇ ਇੱਕ ਟੋਕਰੇ 'ਚ ਪਾ ਕੇ ਖਬਰਾਂ ਹੀ ਰੱਖੀਆਂ ਜਾ ਰਹੀਆਂ ਕਿ ਪੱਛਮੀ ਬੰਗਾਲ ਦੇ ਵਿੱਚ ਕੀ ਹੁੰਦਾ। ਹਜ਼ਾਰਾਂ ਲੋਕ ਕੋਵਿਡ ਦੇ ਕਰਕੇ ਮਰਦੇ ਆ, ਲੱਖਾਂ ਲੋਕ ਉਹਦੇ ਕਰਕੇ ਬਿਮਾਰ ਹੁੰਦੇ ਆ, ਤੇ ਪੱਛਮੀ ਬੰਗਾਲ ਦੇ ਵਿੱਚ ਕਿਹੜੀ ਸਿਆਸੀ ਪਾਰਟੀ ਨੂੰ ਕਿੰਨਾ ਕੁ ਸੇਕ ਲੱਗਾ ਤੇ ਕਿਹਨੇ ਕਿੰਨਾ ਕੁ ਫਨ ਉੱਪਰਲੇ ਪਾਸੇ ਨੂੰ ਚੱਕ ਲਿਆ, ਉਹ ਖਬਰਾਂ ਵੱਡੀਆਂ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ। ਅਸੀਂ ਵੀ ਬੜੇ ਔਖੇ ਹੋ ਗਏ ਹੁਣ ਇਹਨਾਂ ਗੱਲਾਂ ਤੋਂ। ਕਦੇ ਸਾਡੇ ਦੇਸ਼ ਦਾ ਨੰਬਰ ਵੀ ਉੱਦਾਂ ਦਾ ਆਵੇ ਜਿੱਦਣ ਖਬਰ ਹੀ ਨਾ ਹੋਵੇ, ਜਿੱਦਣ ਕਿਸੇ ਦੇ ਝਰੀਟ ਵੀ ਲੱਗੇ ਤਾਂ ਸਾਨੂੰ ਉਹ ਲੱਗੇ ਕਿ ਭਾਈ ਇਹਦੇ ਝਰੀਟ ਕਿਉਂ ਲੱਗ ਗਈ, ਉਹ ਖਬਰ ਬਣੇ, ਉਦਣ ਕੰਮ ਸੂਤ ਆਉਣਾ ਚਾਹੀਦਾ। ਬਿਲਕੁਲ ਸਹੀ। ਮੈਂ ਨਾ ਦੇਖੋ ਹਰੇਕ ਚੀਜ਼ ਨੂੰ ਪੰਜਾਬ ਦੇ ਹਿਸਾਬ ਨਾਲ ਢਾਲ ਕੇ ਦੇਖਣ ਦੀ ਕੋਸ਼ਿਸ਼ ਕਰਦਾ। ਹੁਣ ਮੈਨੂੰ ਇੱਦਾਂ ਲੱਗਦਾ ਵੀ ਮੰਨ ਲਓ ਆਪਣੀ ਸਰਪੰਚੀ ਦੀਆਂ ਇਲੈਕਸ਼ਨਾਂ ਪਿੱਛੇ ਲੰਘ ਕੇ ਗਈਆਂ, ਝਗੜੇ ਉਦੋਂ ਵੀ ਹੈ, ਗੋਲੀਆਂ ਉਦੋਂ ਵੀ ਚੱਲੀਆਂ, ਮੌਤਾਂ ਉਦੋਂ ਵੀ ਹੋਈਆਂ, ਲੋਕ ਜ਼ਖਮੀ ਉਦੋਂ ਵੀ ਹੋਏ, ਤੇ ਕੇਸ ਜਿਨ੍ਹਾਂ ਦੇ ਉਦੋਂ ਦੇ ਪੈ ਗਏ ਅਜੇ ਵੀ ਚੱਲਦੇ ਆ। ਥੋੜ੍ਹਾ ਜਿਹਾ ਉਤੋਂ ਪਿੱਛੇ ਚਲੇ ਜਾਈਏ, ਪੰਜਾਬ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਾਮਲਾ ਹੋਇਆ, ਉਸ ਤੋਂ ਬਾਅਦ ਜਿਸ ਤਰ੍ਹਾਂ ਲੋਕ ਸੜਕਾਂ 'ਤੇ ਆਏ ਸੀ, ਉਦੋਂ ਇੱਕ ਪਰਟੀਕੂਲਰ ਪਾਰਟੀ ਦੇ ਲੋਕਾਂ ਨੂੰ ਕੀ ਕੁਝ ਸਾਹਮਣਾ ਕਰਨਾ ਪਿਆ ਸਾਰਿਆਂ ਨੂੰ ਪਤਾ। ਹੁਣ ਪੰਜਾਬ ਆ, ਪੰਜਾਬ ਇੱਕ ਸੂਬਾ ਆ, ਪੰਜਾਬ ਇੱਕ ਸਟੇਟ ਆ। ਪੰਜਾਬ ਸੂਬੇ ਦੇ ਅੰਦਰ ਕੁਝ ਇਸ਼ੂ ਹੋ ਸਕਦੇ ਆ, ਉਹ ਇਸ਼ੂ ਪਰਸਨਲ ਵੀ ਹੋ ਸਕਦੇ ਆ, ਰਾਜਨੀਤਿਕ ਹੋ ਸਕਦੇ ਆ, ਉਹ ਸਿਚੁਏਸ਼ਨਲ ਹੋ ਸਕਦੇ ਆ, ਮੌਕੇ 'ਤੇ ਕਿਸੇ ਵੱਲੋਂ ਬਣਾਏ ਗਏ ਹੋ ਸਕਦੇ, ਕੁਛ ਵੀ ਹੋ ਸਕਦਾ। ਪਰ ਇਹਦਾ ਮਤਲਬ ਇਹ ਥੋੜ੍ਹਾ ਹੋ ਗਿਆ ਵੀ ਹੁਣ ਮੰਨ ਲਓ ਵੀ ਉਸ ਮੌਕੇ ਦੇ ਉੱਪਰ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਇਲੈਕਸ਼ਨਾਂ ਕਰਕੇ ਦੋ ਧੜਿਆਂ ਦੇ ਵਿੱਚ ਝਗੜਾ ਹੋ ਗਿਆ, ਤੇ ਮੈਂ ਚੱਕ ਕੇ ਤੇ ਅਸਾਮ ਦੇ ਵਿੱਚ ਉੱਥੇ ਬਹਿ ਜਾਵਾਂ ਦਰੀ ਵਿਛਾ ਕੇ ਵੀ ਹਾਂ ਬਈ ਉਹ ਪੰਜਾਬ ਦੇ ਵਿੱਚ ਸਰਪੰਚੀ ਦਾ ਝਗੜਾ ਹੋਇਆ। ਇਹ ਜਿਹੜੀ ਚੀਜ਼ ਆ ਜਿਸ ਹਿਸਾਬ ਨਾਲ ਬਣਾਈ ਜਾ ਰਹੀ ਹੈ, ਮੈਨੂੰ ਸਿਰਫ ਇਹਦੇ 'ਤੇ ਕੁਐਸਚਨ ਹੈ ਕਿ ਵੀ ਕੀ ਇਹ ਸਹੀ ਆ? ਇੱਕ ਪੋਲੀਟੀਕਲ ਪਾਰਟੀ ਨੂੰ ਕਿਸੇ ਜਗ੍ਹਾ ਦੇ ਉੱਪਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਤੇ ਉਹਦੇ ਮੈਂਬਰ ਸਪੋਰਟਰ ਜਿਹੜੇ ਨੇ ਉਹਨਾਂ ਨੂੰ ਬਾਕੀ ਦੁਨੀਆ ਸਾਰੀ ਭੁੱਲ ਕੇ ਤੇ ਸਿਰਫ ਉਹੀ ਇੱਕ ਮੁੱਦਾ ਰਹਿ ਗਿਆ। ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਠੀਕ ਹੈ। ਅਸਲ ਦੇ ਵਿੱਚ ਰੌਲਾ ਪਤਾ ਕੀ ਪੈ ਗਿਆ? ਰੌਲਾ ਇਹ ਪੈ ਗਿਆ ਕਿ ਬੀਬੀ ਮਮਤਾ ਬੈਨਰਜੀ ਜਦੋਂ ਦੀ ਤੀਸਰੀ ਵਾਰੀ ਮੁੱਖ ਮੰਤਰੀ ਬਣੀ ਆ ਨਾ, ਉਸ ਬੀਬੀ ਵਾਲੇ ਪਾਸਿਓਂ ਉਹਦੇ ਬਿਆਨਾਂ ਤੋਂ ਇਹ ਲੱਗਾ ਸੀ ਕਿ ਨੈਸ਼ਨਲ ਪੋਲੀਟਿਕਸ ਦੇ ਵਿੱਚ ਬੜੀ ਛੇਤੀ ਪੈਰ ਧਰਾਵਾ ਕਰੂ। ਉਹਨੇ ਕਿਹਾ ਵੀ ਸੀ ਕਿ 2024 ਦੇ ਵਿੱਚ ਅਸੀਂ ਹਰਾ ਸਕਦੇ ਹਾਂ ਰਲ ਮਿਲ ਕੇ ਬੀਜੇਪੀ ਨੂੰ। ਹੁਣ ਉੱਥੇ ਦੋ ਹੀ ਸਿਨੈਰੀਓ ਨੇ। ਮੈਂ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਨਿੱਠ ਕੇ ਇਹਦੇ 'ਤੇ ਗੱਲ ਕੀਤੀ ਸੀ ਕਿ ਬੀਬੀ ਮਮਤਾ ਬੈਨਰਜੀ ਜੇ ਉਹ ਪੱਛਮੀ ਬੰਗਾਲ ਦੇ ਵਿੱਚ ਆਰਾਮ ਦੇ ਨਾਲ ਕੰਮ ਕਰਦੇ ਐਜ਼ ਏ ਚੀਫ ਮਿਨਿਸਟਰ, ਇੱਕ ਮੁੱਖ ਮੰਤਰੀ ਦੇ ਤੌਰ ਦੇ ਉੱਤੇ, ਤਾਂ ਉਹਨਾਂ ਦੇ ਕੋਲੇ ਸਮਾਂ ਹੋਏਗਾ ਕਿ ਉਹ ਨੈਸ਼ਨਲ ਪੋਲੀਟਿਕਸ ਵੱਲ ਧਿਆਨ ਦੇ ਸਕਣ। ਪਰ ਜੇ ਕਦਮ ਕਦਮ ਦੇ ਉੱਤੇ ਮੁਸੀਬਤ ਹੋਏਗੀ, ਰੋਜ਼ ਕੋਈ ਨਾ ਕੋਈ ਰੌਲਾ ਪੈਂਦਾ ਰਹੂਗਾ, ਤੇ ਉਹਨਾਂ ਦਾ ਸਾਰਾ ਧਿਆਨ ਉਧਰਲੇ ਪਾਸੇ ਲੱਗੂਗਾ ਕਿ ਮੈਂ ਸੂਬੇ ਦੇ ਵਿੱਚ ਆਪਣੀ ਸਰਕਾਰ ਕਿੱਦਾਂ ਬਚਾਉਣੀ ਹੈ ਤੇ ਕਿੱਦਾਂ ਚਲਾਉਣੀ ਹੈ।
ਉਹਦੀ ਆਲੋਚਨਾ ਨੂੰ ਘੱਟ ਕਿੱਦਾਂ ਕਰਨਾ। ਹੁਣ ਉਹਦੇ ਲਈ ਜ਼ਰੂਰੀ ਹੈ ਕਿ ਮੈਂ ਸੂਬੇ 'ਚ ਸਰਕਾਰ ਚੰਗੇ ਤਰ੍ਹਾਂ ਚਲਾ ਕੇ ਰਾਸ਼ਟਰ ਵੱਲ ਆਵਾਂ, ਦੇਸ਼ ਵੱਲ ਆਵਾਂ, ਜਦ ਕਿ ਦੂਸਰੀਆਂ ਵੱਡੀਆਂ ਧਿਰਾਂ ਦੇ ਲਈ ਜ਼ਰੂਰੀ ਹੈ ਕਿ ਬੀਬੀ ਉੱਥੇ ਹੀ ਖੁੱਭੀ ਰਹੇ, ਉਹਨੂੰ ਉਹਦੇ ਮੁੱਦਿਆਂ ਦੇ ਉੱਤੇ ਘੇਰਿਆ ਜਾ ਸਕੇ ਤਾਂ ਜੋ ਉਹ ਨੈਸ਼ਨਲ ਪੋਲੀਟਿਕਸ ਵੱਲ ਧਿਆਨ ਨਾ ਦੇ ਸਕੇ। ਦਊਗੀ ਤਾਂ ਜਿਹੜੀਆਂ 9 ਸਿਆਸੀ ਪਾਰਟੀਆਂ ਨੇ ਉਹਦੇ ਮੁੱਖ ਮੰਤਰੀ ਬਣਨ ਦੇ ਉੱਤੇ ਵਧਾਈਆਂ ਦਿੱਤੀਆਂ, 10ਵੀਂ ਉਹਦੀ ਪਾਰਟੀ ਆ, 4 ਹੋਰ ਇਕੱਠੀਆਂ ਕਰਕੇ ਤੀਸਰਾ ਮੋਰਚਾ ਬਣ ਜੂ। ਤੇ ਤੀਸਰਾ ਮੋਰਚਾ ਹਮੇਸ਼ਾ ਖਤਰਨਾਕ ਹੁੰਦਾ, ਉਹ ਵੀ ਉਸ ਵੇਲੇ ਜਦੋਂ ਖੇਤਰੀ ਪਾਰਟੀਆਂ ਹੌਲੀ ਹੌਲੀ ਸਿਰ ਚੱਕ ਰਹੀਆਂ, ਜਦੋਂ ਖੇਤਰੀ ਪਾਰਟੀਆਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਪਿਛਲੇ 8 ਸਾਲਾਂ ਦੇ ਮੁਕਾਬਲਤਨ ਵੱਧ ਮਜ਼ਬੂਤ ਹੋ ਰਹੀਆਂ। ਤੇ ਇਸ ਸਥਿਤੀ ਦੇ ਵਿੱਚ ਫਿਰ ਭਾਈ ਉਹਨਾਂ ਦੇ ਲਈ ਜ਼ਰੂਰੀ ਹੈ। ਇਸੇ ਕਰਕੇ ਅੱਜ ਕੋਵਿਡ ਦੇ ਕਰਕੇ ਮੌਤਾਂ ਕਿੱਥੇ ਹੁੰਦੀਆਂ। ਮੈਂ ਹੈਰਾਨ ਸੀ ਜਿਸ ਧਿਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਸਾਰੇ ਭਾਰਤ 'ਚ ਪ੍ਰਦਰਸ਼ਨ ਕੀਤਾ ਗਿਆ। ਹਾਂ, ਬੰਗਾਲ 'ਚ ਇੱਕ ਵੀ ਬੰਦੇ ਦੇ ਝਰੀਟ ਨਹੀਂ ਲੱਗਣੀ ਚਾਹੀਦੀ। ਜਿਹਨੇ ਵੀ ਕਿਸੇ ਦੇ ਨਾਲ ਮਾੜਾ ਕੰਮ ਕੀਤਾ, ਕੋਈ ਕਤਲ ਕੀਤਾ, ਕੋਈ ਜ਼ਖਮੀ ਹੋਇਆ, ਕਿਸੇ ਦੇ ਭੰਨਤੋੜ ਕੀਤੀ, ਠੋਕ ਕੇ ਸਜ਼ਾਵਾਂ ਮਿਲਣ। ਪਰ ਕੀ ਇਹ ਮੁੱਦਾ ਆਕਸੀਜਨ ਦੀ ਘਾਟ ਦੇ ਕਰਕੇ ਵਿਲਕਦੇ ਲੋਕਾਂ ਦੇ ਮੁੱਦੇ ਤੋਂ ਵੱਡਾ ਹੈ? ਕੀ ਇਹ ਮੁੱਦਾ, ਸਵਾਲ ਇਹੀ ਹੈ, ਆਕਸੀਜਨ ਤੋਂ ਬਿਨਾਂ ਤੜਫਦੇ ਲੋਕਾਂ ਤੋਂ ਵੱਡਾ ਹੈ? ਹੁਣ ਉਰਾਊ ਖੇਤਰ ਹੈ ਉੱਤਰ ਪ੍ਰਦੇਸ਼ ਦੇ ਵਿੱਚ, ਉੱਥੋਂ ਇੱਕੋ ਹਸਪਤਾਲ ਦੀਆਂ 2 ਵੀਡੀਓਜ਼ ਆਈਆਂ। ਇੱਕ ਲੜਕੀ ਆਪਣੀ ਮਾਂ ਦੇ ਕੋਲ ਮਰੀਜ਼ ਹੈ, ਉਹਦੀ ਮਾਂ ਉਹਦੇ ਕੋਲੇ ਬੈਠੀ ਆ ਤੇ ਰੌਲਾ ਪਾਉਂਦੀ ਹੈ ਕਿ ਪਹਿਲਾਂ ਤਾਂ ਆਕਸੀਜਨ ਦਾ ਸਿਲੰਡਰ ਨਹੀਂ ਦਿੱਤਾ, ਜੇ ਦਿੱਤਾ ਤਾਂ ਖਾਲੀ ਦਿੱਤਾ। ਮਾਂ ਦਮ ਤੋੜਦੀ ਹੈ। ਉਸੇ ਹਸਪੀਟਲ ਦੀ ਦੂਸਰੀ ਵੀਡੀਓ ਆ ਕਿ ਉੱਥੇ 6 ਮਰੀਜ਼ ਫਰਸ਼ ਤੇ ਪਏ ਹੋ ਆ ਕਿਉਂਕਿ ਬੈੱਡ ਹੈ ਨਹੀਂ। ਤੇ ਜਦੋਂ 6 ਮਰੀਜ਼ ਫਰਸ਼ ਦੇ ਉੱਤੇ ਪਏ ਆ, ਆਕਸੀਜਨ ਵੀ ਹੈ ਨਹੀਂ, ਤੜਫ ਰਹੇ ਆ, ਇਹਦਾ ਮਤਲਬ ਕਿ ਮੌਤ ਦੇ ਮੂੰਹ ਜਾਣ ਵਾਲੇ ਆ। ਸਾਡੇ ਲਈ ਉਹ ਮੁੱਦੇ ਵੱਡੇ ਨੇ। ਹਰ ਰੋਜ਼ 1 ਜਾਂ 2 ਸੂਬਿਆਂ ਦੇ ਵਿੱਚੋਂ ਆਕਸੀਜਨ ਦੀ ਘਾਟ ਦੇ ਕਰਕੇ ਲੋਕਾਂ ਦੇ ਮਰਨ ਦੀ ਖਬਰ ਆਉਂਦੀ ਹੈ, ਪਰ ਨਹੀਂ, ਉਹਦੇ ਲਈ ਸਾਡੇ ਕੋਲੇ ਪ੍ਰਦਰਸ਼ਨ ਕਰਨ ਦਾ, ਉਹਦੇ ਵਿਰੋਧ ਦੇ ਵਿੱਚ ਆਵਾਜ਼ ਬੁਲੰਦ ਕਰਨ ਦਾ ਸਮਾਂ ਨਹੀਂ। ਅਸੀਂ ਤਾਂ ਇਹ ਕਹਿਣਾ ਕਿ ਭਾਈ ਫਲਾਣੇ ਸੂਬੇ ਦੇ ਵਿੱਚ ਸਾਡੀ ਪਾਰਟੀ ਦੇ ਵਰਕਰ ਜਿਹੜੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਮੈਂ ਇੱਕ ਗੱਲ ਆਖਰੀ ਕਹਿ ਕੇ ਇੱਥੇ ਸਮਾਪਤੀ ਲੈਣਾ। ਰੌਲਾ ਪਾਇਆ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ 2 ਬੀਬੀਆਂ ਦੇ ਨਾਲ ਜਬਰ ਜਨਾਹ ਕੀਤਾ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ। ਬੜਾ ਗੁੱਸਾ ਆਇਆ ਕਿ ਭਾਈ ਬੀਬੀ ਮਮਤਾ ਬੈਨਰਜੀ ਕੀ ਕਰਦੀ ਹੈ? ਇੱਕ ਔਰਤ ਹੈ, ਉਹਦੇ ਰਾਜ ਦੇ ਵਿੱਚ ਉਹਦੀ ਪਾਰਟੀ ਦੇ ਵਰਕਰ ਜੇ ਇਦਾਂ ਕਰਨਗੇ, ਸੋਸ਼ਲ ਮੀਡੀਆ ਤੇ ਸੀ, ਤਾਂ ਬੀਬੀ ਠੋਕ ਕੇ ਐਕਸ਼ਨ ਕਾਹਤੋਂ ਨਹੀਂ ਲੈਂਦੀ? ਉਹਨਾਂ ਦੇ ਵਿੱਚੋਂ ਇੱਕ ਬੀਬੀ ਅੱਜ ਸਾਹਮਣੇ ਆ ਗਈ, ਉਹ ਕਹਿੰਦੀ ਇਦਾਂ ਦੀ ਕੋਈ ਗੱਲ ਹੀ ਨਹੀਂ। ਮੈਨੂੰ ਤਾਂ ਖੁਦ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਮੇਰਾ ਨਾਂ ਘੜੀਸਿਆ ਜਾ ਰਿਹਾ ਕਿ ਮੇਰੇ ਨਾਲ ਜਬਰ ਜਨਾਹ ਹੋਇਆ। ਤੁਸੀਂ ਦੇਖੋ ਕਿ ਸਾਰੇ ਦੇਸ਼ ਦੇ ਵਿੱਚ ਐਨ ਧੂਆਂ ਨਿਕਲਿਆ ਪਿਆ ਸੀ ਕਿ ਭਾਈ ਪੱਛਮੀ ਬੰਗਾਲ ਦੇ ਵਿੱਚ ਕੀ ਹੋਣ ਲੱਗ ਪਿਆ। ਗ੍ਰਹਿ ਮੰਤਰਾਲੇ ਨੇ ਰਿਪੋਰਟ ਮੰਗ ਲਈ, ਰਾਜਪਾਲ ਸਾਹਿਬ ਨੇ ਅਧਿਕਾਰੀ ਤਲਬ ਕਰ ਲੈ, ਮਨੁੱਖੀ ਅਧਿਕਾਰ ਕਮਿਸ਼ਨ ਨੇ ਕਹਿਤਾ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ। ਚੰਗੀ ਗੱਲ ਹੈ, ਰਿਪੋਰਟਾਂ ਲੈਣੀਆਂ ਚਾਹੀਦੀਆਂ, ਸਾਡਾ ਉਹਦੇ ਉੱਤੇ ਧਿਆਨ ਹੋਣਾ ਚਾਹੀਦਾ, ਪਰ ਇਸ ਗੱਲ ਨੂੰ ਛੱਡ ਕੇ ਨਹੀਂ ਕਿ ਦੇਸ਼ ਭਰ ਦੇ ਵਿੱਚ ਬਾਕੀ ਮੁੱਦਿਆਂ ਤੇ ਕੀ ਹੋ ਰਿਹਾ। ਇਹ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਬਾਟ ਸਾਹਿਬ, ਥੋੜੀ ਜਿਹੀ ਮੈਂ ਉਹਦਾ ਇੱਕ ਵੱਖਰਾ ਐਂਗਲ ਡਿਸਕਸ ਕਰਨਾ ਚਾਹੁੰਦਾ। ਜਿੱਦਾਂ ਹੁਣ ਤੁਸੀਂ ਉਹ ਗੱਲ ਤੁਹਾਡੀ ਠੀਕ ਹੈ ਕਿ ਵੀ ਪੋਲੀਟੀਕਲ ਪਾਰਟੀਆਂ ਨੇ ਇੱਕ ਦੂਸਰੇ ਨੂੰ ਉਹਦੇ ਹੀ ਏਰੀਏ ਦੇ ਵਿੱਚ ਘੇਰਨ ਦੀ ਕੋਸ਼ਿਸ਼ ਕਰਦੀਆਂ ਹੁੰਦੀਆਂ। ਕੱਲੀ ਭਾਜਪਾ ਨੂੰ ਨਹੀਂ, ਬਹੁਤ ਸਾਰੀਆਂ ਲੀਡਰਾਂ ਨੂੰ ਜਾਂ ਬਹੁਤ ਸਾਰੀਆਂ ਪਾਰਟੀਆਂ ਨੂੰ ਇਹ ਚੀਜ਼ ਸੂਟ ਕਰਦੀ ਹੋਊਗੀ ਕਿ ਮਮਤਾ ਬੈਨਰਜੀ ਉੱਥੇ ਰਹੇ, ਇਹਨੂੰ ਲੋੜ ਨਹੀਂ ਹੈਗੀ ਅੱਗੇ ਜਾਣ ਦੀ। ਪਰ ਹੁਣ ਗੱਲ ਇਹ ਆ ਕਿ ਕੌਣ ਲੀਡਰ ਕਿੱਥੇ ਰਹਿੰਦਾ, ਕਿੱਥੇ ਨਹੀਂ ਰਹਿੰਦਾ, ਇਸ ਚੀਜ਼ ਨਾਲ ਅੱਜ ਤੁਸੀਂ ਹੋ ਸਕਦਾ ਕੈਲਕੂਲੇਸ਼ਨ ਕਰ ਲਓ। ਪਰ ਕਦੀ ਕਾਂਗਰਸ ਪਾਰਟੀ ਨੇ ਵੀ ਤਾਂ ਸੋਚਿਆ ਹੋਊਗਾ ਨਾ, ਜਿਸ ਦਿਨ ਰਾਹੁਲ ਗਾਂਧੀ ਹੋਰਾਂ ਦਾ ਮੇਰੇ ਖਿਆਲ 20ਵਾਂ 25ਵਾਂ ਜਨਮ ਦਿਨ ਮਨਾਉਂਦੇ ਹੋਣਗੇ ਕਿ ਯਾਰ ਇਹ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ ਬੰਦਾ, ਅੱਜ ਉਹ 50 ਸਾਲ ਤੋਂ ਉੱਪਰ ਦਾ, ਤੇ ਹੁਣ ਇਸ ਵਕਤ ਕੱਲ੍ਹ ਨੂੰ ਬਣ ਜਾਵੇ ਮੈਂ ਕਹਿ ਨਹੀਂ ਸਕਦਾ। ਇਸ ਵਕਤ ਸਿਨੈਰੀਓ ਜਾਪਦਾ ਤੁਹਾਨੂੰ ਪ੍ਰਧਾਨ ਮੰਤਰੀ ਬਣਨ ਵਾਲਾ ਕੋਈ ਨਾ ਹੈ ਨਾ। ਹੁਣ ਗੱਲ ਇਹ ਆ ਵੀ ਜੇ ਮੰਨ ਲਓ ਬੀਜੇਪੀ ਨੂੰ ਅੱਜ ਇਹ ਲੱਗਦਾ ਕਿ ਵੀ ਯਾਰ ਹਰ ਥਾਂ ਤੇ ਸਾਡੀ ਸਰਕਾਰ ਆ, ਹਰ ਥਾਂ ਤੇ ਅਸੀਂ ਬਹਿ ਜਾ ਕਰਾ ਦੇਣੀ, ਕੋਈ ਗੱਲ ਨਹੀਂ, ਜੇ ਇੱਕ ਵਾਰੀ ਨਹੀਂ ਤੇ ਆਪਾਂ ਇਹਨੂੰ ਕੰਮ ਨਹੀਂ ਕਰ ਦੇਣਾ, 1.5 ਨੂੰ ਨਹੀਂ, 2 ਨੂੰ ਨਹੀਂ, 2.5 ਨੂੰ ਘੇਰ ਕੇ ਲੈ ਆਵਾਂਗੇ, ਬਾਕੀ ਥਾਵਾਂ ਤੇ ਆਪਣਾ ਦਾ ਲੱਗਦਾ, ਜਿੰਨੇ ਬੰਦੇ ਜਿੱਥੇ ਵੀ ਹੈਗੇ, ਜੋ ਵੀ ਹੈਗਾ, ਮੀਡੀਆ 'ਚ ਆਪਣੀ ਗੱਲ ਹੋਵੇ, ਸੋਸ਼ਲ ਮੀਡੀਆ 'ਤੇ ਆਪਣੀ ਗੱਲ ਹੋਵੇ, ਹਰ ਥਾਂ ਤੇ ਆਪਣੇ ਬੰਦੇ ਇਸ ਚੀਜ਼ ਦਾ ਜ਼ਿਕਰ ਕਰਨਾ ਚਾਹੀਦਾ। ਸਵਾਲ ਇਹ ਆ ਕਿ ਜੇ ਇਹ ਸਾਰਾ ਕੁਝ ਕਰਦਿਆਂ ਦੇਸ਼ ਦੇ ਲੋਕ ਡੁੱਬ ਗਏ, ਮਰ ਗਏ, ਉਹਨਾਂ ਦੇ ਆਪਣੇ ਮਨੋਂ ਇਹ ਪਾਰਟੀ ਲੈ ਗਈ ਯਾਰ ਜਿੱਦਣ ਤਾਂ ਮੈਨੂੰ ਲੋੜ ਸੀ, ਮੇਰੇ ਆਪਣੇ ਕਿਸੇ ਜੀ ਨੂੰ ਲੋੜ ਸੀ, ਉਦਣ ਸਾਹਿਬ ਜੀ ਕਿੱਥੇ ਆ, ਉਦਣ ਕਿਉਂ ਨਾ ਮੁੜੇ ਤੁਸੀਂ? ਤੇ ਬਾਅਦ ਦੇ ਵਿੱਚ ਕਿਹੜਾ ਲੀਡਰ ਕਿੱਥੇ ਡੱਕਿਆ, ਕਿੱਥੇ ਨਹੀਂ ਡੱਕਿਆ, ਉਹ ਕੈਲਕੂਲੇਸ਼ਨਾਂ ਕੀ ਕੰਮ ਆਉਣਗੀਆਂ ਜਦੋਂ ਲੋਕਾਂ ਦੇ ਮਨੋਂ ਹੀ ਲੈ ਗਏ। ਸੰਧਾਲੀਆ ਸਾਹਿਬ, ਇਹ ਲੱਖ ਰੁਪਈਏ ਦਾ ਸਵਾਲ ਇਹੀ ਹੈ। ਮੈਂ ਕਹਿੰਦਾ ਕਿ ਭਾਜਪਾ ਦੁਨੀਆ ਦੀ ਸਭ ਤੋਂ ਵੱਧ ਮੈਂਬਰਾਂ ਵਾਲੀ ਪਾਰਟੀ ਹੈ। ਭਾਰਤੀ ਜਨਤਾ ਪਾਰਟੀ ਦੇ ਕੋਲ ਇਸ ਵੇਲੇ ਦੇਸ਼ ਦੇ ਵਿੱਚ ਸਭ ਤੋਂ ਵੱਧ ਮੈਂਬਰ ਨੇ, ਸਭ ਤੋਂ ਵੱਧ ਢਾਂਚਾ ਹੈ, ਸਭ ਤੋਂ ਵੱਧ ਰਸੂਖ ਹੈ, ਸਭ ਤੋਂ ਵੱਧ ਉਹਦੇ ਕੋਲੇ ਮਨੁੱਖੀ ਤਾਕਤ ਵੀ ਹੈ ਤੇ ਪੈਸੇ ਦੀ ਤਾਕਤ ਵੀ ਹੈ, ਫੰਡ ਬਹੁਤ ਮਿਲਦੇ ਆ ਕਿਉਂਕਿ ਸੱਤਾਧਾਰੀ ਧਿਰ ਨੂੰ ਮਿਲਦੇ ਹੁੰਦੇ। ਪਰ ਐਂਗਲ ਗਲਤ ਹੈ। ਹਾਂ, ਐਂਗਲ ਗਲਤ ਹੈ, ਬੰਦੇ ਹੈਗੇ ਨੇ। ਐਂਗਲ ਜੇ ਇਹਦਾ ਥੋੜਾ ਜਿਹਾ ਉਲਟਾ ਕਰ ਲੈਣ ਨਾ ਤੇ ਮੇਰੇ ਖਿਆਲ ਨਾਲ ਮਮਤਾ ਬੈਨਰਜੀ ਹੋ ਸਕਦਾ ਵੀ ਮਤਲਬ ਆ ਜਿਹੜੀ ਐਤਕੀ ਜਿੱਤੀ ਅਗਲੀ ਨਾਲ ਸਵਾਲ ਹੀ ਪੈਦਾ ਹੁੰਦਾ ਵੀ ਉੱਠ ਹੀ ਨਾ ਸਕੇ। ਦੇਖੋ ਅੱਜ ਭਾਰਤੀ ਜਨਤਾ ਪਾਰਟੀ ਦੇ ਲਈ ਮੌਕਾ, ਬਹੁਤ ਸਾਰੇ ਲੋਕ ਆਲੋਚਨਾ ਕਰਦੇ ਆ। ਮੈਂ ਕਹਿੰਦਾ ਕਿ ਜੇ ਮਮਤਾ ਬੈਨਰਜੀ 44% ਵੋਟਾਂ ਤੋਂ 47-48 ਤੇ ਆ ਸਕਦੀ ਹੈ, ਭਾਰਤੀ ਜਨਤਾ ਪਾਰਟੀ 50% ਤੋਂ ਟੱਪ ਸਕਦੀ ਹੈ।
ਥੋੜੀ ਜਿਹੀ ਪਾਲਿਸੀ ਤਬਦੀਲ ਕਰਨ ਤਾਂ ਜੋ ਦੇਸ਼ ਦੇ ਲੋਕਾਂ ਨੂੰ ਸਹਾਰਾ ਮਿਲੇ। ਹੁਣ ਮੈਂ ਇੱਕ ਉਦਾਹਰਣ ਦਿੰਨਾ, ਯੋਗੀ ਆਦਿੱਤਿਆਨਾਥ ਸਾਹਿਬ ਨੂੰ ਮੋਦੀ ਸਾਹਿਬ ਤੋਂ ਬਾਅਦ ਸਭ ਤੋਂ ਪਾਵਰਫੁਲ ਲੀਡਰ ਮੰਨਿਆ ਜਾਂਦਾ। ਤੁਸੀਂ ਦੇਖੋ ਜਿਹੜੇ ਵੀ ਸੂਬੇ ਦੇ ਵਿੱਚ ਵੋਟਾਂ ਹੋਣ, ਭਾਰਤੀ ਜਨਤਾ ਪਾਰਟੀ ਉੱਥੇ ਉਹਨਾਂ ਨੂੰ ਲੈ ਕੇ ਜਾਂਦੀ ਹੈ ਕਿ ਤੁਸੀਂ ਇੱਥੇ ਭਾਸ਼ਣ ਦਿਓ, ਤੁਸੀਂ ਇੱਥੇ ਰੈਲੀਆਂ ਨੂੰ ਸੰਬੋਧਨ ਕਰੋ। ਕਦੇ ਤੁਸੀਂ ਸਟਾਰ ਪ੍ਰਚਾਰਕਾਂ ਦੀ ਲਿਸਟ ਦੇਖੋ ਪਿਛਲੇ 6 ਸਾਲਾਂ ਦੀ ਬੀਜੇਪੀ ਦੀ ਵੱਖ-ਵੱਖ ਸੂਬਿਆਂ 'ਚ, ਹਰ ਇੱਕ ਲਿਸਟ ਦੇ ਵਿੱਚ ਯੋਗੀ ਆਦਿੱਤਿਆਨਾਥ ਸਾਹਿਬ ਹੁੰਦੇ ਆ। ਹੁਣ ਮਸਲਾ ਕਿੱਥੇ ਖਲੋਤਾ ਹੈ ਕਿ ਰਾਜ ਭਾਗ ਕਿੱਦਾਂ ਹੋ ਰਿਹਾ। ਵੈਸੇ ਤਾਂ ਕਿਤੇ ਵੀ ਕੁਝ ਠੀਕ ਨਹੀਂ ਹੋ ਰਿਹਾ, ਆਪਾਂ ਕਿਸੇ ਸਿਆਸੀ ਪਾਰਟੀ ਦੇ ਹੱਕ 'ਚ ਵਿਰੋਧ ਨਹੀਂ। ਇਲਾਹਾਬਾਦ ਹਾਈ ਕੋਰਟ ਉੱਤਰ ਪ੍ਰਦੇਸ਼ ਦੀ ਹੈ, ਯੋਗੀ ਆਦਿੱਤਿਆਨਾਥ ਸਾਹਿਬ ਉੱਥੋਂ ਦੇ ਚੀਫ ਮਿਨਿਸਟਰ ਨੇ, 3/3 ਬਹੁਮਤ ਮਿਲਿਆ ਉਹਨਾਂ ਨੂੰ, ਯਾਨੀ 3/4। ਹੁਣ ਉਸ ਸਥਿਤੀ 'ਚ ਇਲਾਹਾਬਾਦ ਹਾਈ ਕੋਰਟ ਲੱਗਦੀ ਹੈ ਔਨ ਰਿਕਾਰਡ ਜੱਜ ਸਾਹਿਬ ਬੈਠੇ ਨੇ, ਵਕੀਲ ਖੜੇ ਨੇ। ਹੁੰਦਾ ਪਤਾ ਕੀ ਹੈ, ਉਹ ਕਹਿੰਦੇ ਜੀ ਐਂ ਕਰਦੇ ਆ ਕਿ ਦੱਸੋ ਕੀ ਮਾਹੌਲ ਹੈ। ਸਰਕਾਰ ਕਹਿੰਦੀ ਜੀ ਸਭ ਕੁਝ ਠੀਕ ਹੈ, ਬੈੱਡ ਸਾਡੇ ਕੋਲੇ ਹੈਗੇ ਆ, ਵੈਂਟੀਲੇਟਰ, ICU, ਆਈਸੋਲੇਸ਼ਨ ਬੈੱਡ ਸਭ ਕੁਝ ਹੈਗਾ, ਘਬਰਾਉਣ ਦੀ ਲੋੜ ਨਹੀਂ। ਜਿਹੜਾ ਆਨਲਾਈਨ ਪੋਰਟਲ ਆ ਜਿੱਥੇ ਜਾ ਕੇ ਲੋਕਾਂ ਨੇ ਦੇਖਣਾ ਹੁੰਦਾ ਕਿ ਬੈੱਡ ਹੈਗੇ, ਅਸੀਂ ਉੱਥੇ ਜਾ ਕੇ ਆਪਣਾ ਮਰੀਜ਼ ਦਾਖਲ ਕਰਾ ਦਈਏ। ਜੱਜ ਸਾਹਿਬ ਕਹਿੰਦੇ ਖੋਲ ਕੇ ਦਿਖਾਓ ਪੋਰਟਲ। ਖੋਲ ਕੇ ਦਿਖਾਇਆ ਤੇ 250 ਤੋਂ ਵੀ ਵੱਧ ਬੈੱਡ ਜਿਹੜੇ ਖਾਲੀ ਪਏ ਆ, ਉਹ ਪੋਰਟਲ ਦੱਸ ਰਿਹਾ। ਜੱਜ ਸਾਹਿਬ ਕਹਿੰਦੇ ਠੀਕ ਹੈ, ਲਖਨਊ ਦੇ ਐਸ ਮੈਡੀਕਲ ਹਸਪੀਟਲ ਨੂੰ ਟੈਲੀਫੋਨ ਲਾਓ ਤੇ ਸਪੀਕਰ ਫੋਨ ਲਾਓ ਤੇ ਉਹਨਾਂ ਨੂੰ ਆਖੋ ਕਿ ਅਸੀਂ ਸਧਾਰਨ ਵਿਅਕਤੀ ਬੋਲਦੇ ਹਾਂ, ਉੱਤਰ ਪ੍ਰਦੇਸ਼ ਦੇ ਬਸ਼ਿੰਦੇ ਬੋਲਦੇ ਹਾਂ, ਸਾਡਾ ਇੱਕ ਮਰੀਜ਼ ਹੈ ਕੋਵਿਡ ਵਾਲਾ, ਉਹਨੂੰ ਦਾਖਲ ਕਰਾਉਣਾ, ਬੈੱਡ ਖਾਲੀ ਆ, ਕਿ ਸਾਨੂੰ ਬੈੱਡ ਮਿਲ ਜੂ। ਸਪੀਕਰ ਫੋਨ ਲੱਗਾ। ਅਦਾਲਤ ਦੀ ਚੱਲਦੀ ਕਾਰਵਾਈ ਦੇ ਵਿੱਚ ਦੇਸ਼ ਦਾ ਸਭ ਤੋਂ ਵੱਡਾ ਸੂਬਾ ਜਿੱਥੇ 80 ਲੋਕ ਸਭਾ ਦੀਆਂ ਸੀਟਾਂ, ਜਿੱਥੇ ਬਾਰ-ਬਾਰ ਦਾਅਵਾ ਕੀਤਾ ਗਿਆ ਕਿ ਸਥਿਤੀ ਕੰਟਰੋਲ 'ਚ ਹੈ, ਹਾਈ ਕੋਰਟ ਇਲਾਹਾਬਾਦ, ਸਪੀਕਰ ਫੋਨ ਲਾਇਆ। ਆਨਲਾਈਨ ਪੋਰਟਲ ਦੱਸਦਾ ਹੈ ਕਿ 192 ਦੇ ਕਰੀਬ ਬੈੱਡ ਖਾਲੀ ਨੇ, ICU ਵਾਲੇ ਵੀ ਪਲੱਸ ਆਈਸੋਲੇਸ਼ਨ ਵਾਲੇ ਬੈੱਡ ਵੀ। ਸਪੀਕਰ ਫੋਨ ਦੇ ਵਿੱਚ ਜਦੋਂ ਅਥਾਰਟੀ ਦੇ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਬੈੱਡ ਤਾਂ ਹੈ ਹੀ ਨਹੀਂ, ਕੋਈ ਬੈੱਡ ਨਹੀਂ ਖਾਲੀ, ਇੱਥੇ ਮਰੀਜ਼ ਨਾ ਲੈ ਕੇ ਆ ਜਿਓ, ਇੱਥੇ ਥੱਲੇ ਪੈਣਾ। ਤੇ ਉਸੇ ਵੇਲੇ ਇਲਾਹਾਬਾਦ ਹਾਈ ਕੋਰਟ ਨੇ ਫਿਰ ਖਿੱਚਤੂ ਕੀਤੀ। ਹੁਣ ਹੁੰਦਾ ਕੀ ਹੈ, ਆਨਲਾਈਨ ਪੋਰਟਲ ਦਿਖਾ ਰਿਹਾ, ਸਕਰੀਨਸ਼ਾਟ ਲੈ ਕੇ ਰੱਖ ਲੈਂਦੇ ਹੋਣੇ ਆ, ਭਲਕ ਨੂੰ ਕੋਈ ਬੰਦਾ ਪਟੀਸ਼ਨ ਪਾਊਗਾ ਕਿ ਭਾਈ ਮੈਂ ਆਪਣਾ ਮਰੀਜ਼ ਲੈ ਕੇ ਗਿਆ ਸੀ, ਉੱਥੇ ਨਾ ਅਟੈਂਡੈਂਟ ਸੀ, ਕਿਸੇ ਨੇ ਦਾਖਲ ਨਹੀਂ ਕੀਤਾ, ਉੱਥੇ ਬੈੱਡ ਕੋਈ ਹੈ ਨਹੀਂ। ਅਗਲੇ ਕਹਿਣਗੇ ਜੀ ਆ ਦੇਖੋ ਇਸ ਤਰੀਕ ਦੀ ਸਾਡੇ ਕੋਲ ਰਿਪੋਰਟ ਆ, ਸਾਡੇ ਕੋਲ ਤੇ 192 ਬੈੱਡ ਖਾਲੀ ਸੀ। ਮੈਂ ਨਹੀਂ ਕਹਿੰਦਾ, ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਕਿਹਾ, ਕਿਸੇ ਪੱਤਰਕਾਰ ਨੇ ਨਹੀਂ ਕਿਹਾ, ਇਹ ਗੱਲ ਇਲਾਹਾਬਾਦ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਆਪਣੇ ਮੂਹਰੇ ਸਪੀਕਰ ਫੋਨ ਲਵਾ ਕੇ ਉਸੇ ਵੇਲੇ ਕਲੀਅਰ ਕੀਤੀ। ਜਾਣੀ ਸੂਬੇ ਦੇ ਲੋਕਾਂ ਦੇ ਨਾਲ ਇੰਨਾ ਧੋਖਾ ਕਿ ਸਹੂਲਤਾਂ ਪੂਰੀਆਂ ਨਹੀਂ ਕਰਨੀਆਂ, ਲੋਕਾਂ ਦੇ ਉੱਤੇ ਤੁਸੀਂ ਬੰਦਸ਼ਾਂ ਲਾ ਦਿਓ, ਲੋਕਾਂ ਦੇ ਉੱਤੇ ਪਰਚੇ ਕਰ ਦਿਓ, ਪਰ ਆਪਣੀਆਂ ਸਹੂਲਤਾਂ ਪੂਰੀਆਂ ਨਾ ਕਰੋ। ਹੁਣ ਜੱਜ ਸਾਹਿਬ ਨੇ ਇਹ ਕੰਮ ਕਿੱਥੇ ਕਰਾਇਆ? ਇੱਕ ਜੱਜ ਉਹ 23 ਅਪ੍ਰੈਲ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਲਖਨਊ ਦਾਖਲ ਹੋਣ ਗਏ, ਜੱਜ, ਮੌਜੂਦਾ ਜੱਜ। ਤੇ ਜਦੋਂ ਦਾਖਲ ਹੋਣ ਗਏ, ਜਾ ਕੇ ਇਹ ਥੋੜੀ ਕਹਿਣਾ ਸੀ ਮੈਂ ਜੱਜ ਆ, ਕੋਈ ਵੀ ਬੰਦਾ ਹੋ ਸਕਦਾ, ਜਿਹੜਾ ਕਿਸੇ ਵੀ ਧਰਮ ਦਾ ਹੋ ਸਕਦਾ, ਕਿਸੇ ਵੀ ਗਰੀਬ ਅਮੀਰ ਕੋਈ ਵੀ ਹੋ ਸਕਦਾ। ਜਾ ਕੇ ਦੱਸਿਆ ਜੀ ਹਾਲਤ ਬਹੁਤ ਖਰਾਬ ਹੈ, ਕੋਈ ਅਟੈਂਡੈਂਟ ਨਹੀਂ ਲੱਭਾ, ਕੋਈ ਬੈੱਡ ਨਹੀਂ ਮਿਲਿਆ। ਤੇ ਸ਼ਾਮ ਨੂੰ ਜਦੋਂ ਪਤਾ ਲੱਗਾ ਉਹ ਇਹ ਤਾਂ ਜੱਜ ਨੇ, ਉਸੇ ਵੇਲੇ VVIP ਟ੍ਰੀਟਮੈਂਟ, ਉਸੇ ਵੇਲੇ PGI ਦੇ ਵਿੱਚ ਵਧੀਆ ਕਮਰਾ, ਯੇਬੋ। ਜੱਜ ਸਾਹਿਬ ਹਫ਼ਤੇ ਬਾਅਦ ਦਮ ਤੋੜ ਗਏ। ਜਦੋਂ ਦਮ ਤੋੜ ਗਏ, ਇਲਾਹਾਬਾਦ ਹਾਈ ਕੋਰਟ ਨੇ ਖੁਦ ਨੋਟਿਸ ਲਿਆ। ਜਦੋਂ ਕੱਲੇ ਮਿੰਟ ਦੀ ਰਿਪੋਰਟ ਕਢਵਾਈ ਕਿ ਕਿੰਨੇ ਵਜੇ ਇੱਥੇ ਆਏ ਤੇ ਕਿੰਨੇ ਵਜੇ ਉਹਨਾਂ ਨੂੰ ਆਹ ਬੈੱਡ ਮਿਲਿਆ, ਤੇ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਜੇ ਵੇਲੇ ਸਿਰ ਅਟੈਂਡੈਂਟ ਮਿਲਦਾ, ਜੇ ਵੇਲੇ ਸਿਰ PGI ਤੁਸੀਂ ਚੈੱਕਅਪ ਕਰਕੇ ਭੇਜ ਦਿੰਦੇ ਤਾਂ ਸਾਡੇ ਸਾਥੀ ਜੱਜ ਦੀ ਜਾਨ ਬਚ ਸਕਦੀ ਸੀ। ਤੇ ਉਸੇ ਵੇਲੇ ਉਹਨਾਂ ਨੇ ਕਿਹਾ ਸੀ ਕਿ ਹੁਣ ਦੱਸੋ ਪੋਰਟਲ ਖੋਲੋ, 192 ਬੈੱਡ ਖਾਲੀ ਹੈ, ਟੈਲੀਫੋਨ ਕਰਦੇ ਆ ਤਾਂ ਜ਼ਮੀਨੀ ਪੱਧਰ ਦੇ ਉੱਤੇ ਕੋਈ ਬੈੱਡ ਖਾਲੀ ਨਹੀਂ। ਮੈਂ ਨਹੀਂ ਕਹਿੰਦਾ, ਇਲਾਹਾਬਾਦ ਹਾਈ ਕੋਰਟ ਕਹਿੰਦੀ ਹੈ। ਹੁਣ ਅਦਾਲਤਾਂ ਵੀ ਝੂਠੀਆਂ ਹੋ ਗਈਆਂ। ਹੁਣ ਰਣਨੀਤੀ ਜਿਹੜੀ ਅਪਣਾਉਣੀ ਚਾਹੀਦੀ ਹੈ ਉਹ ਅਪਣਾਈ ਜਾਵੇ, ਗੋਗਲੂਆਂ ਤੋਂ ਮਿੱਟੀ ਨਾ ਝਾੜੀ ਜਾਵੇ। ਦੇਸ਼ ਸਭ ਕੁਝ ਪ੍ਰਤੱਖ ਦੇਖਦਾ ਹੈ। ਇਹਦੇ 'ਚ ਮੈਂ ਜ਼ਰੂਰ ਬੇਨਤੀ ਕਰਨੀ ਚਾਹੁੰਦਾ, ਬਹੁਤ ਸਾਰੇ ਵੀਰ ਭਰਾ ਸਾਡੇ ਨਾਲ ਇਸ ਚੀਜ਼ ਦਾ ਇਤਰਾਜ਼ ਕਰਦੇ ਆ ਵੀ ਦੇਖੋ ਜੀ BJP ਦੇ ਵਰਕਰਾਂ ਨਾਲ ਉੱਥੇ ਆ ਹੋ ਰਿਹਾ, ਤੁਸੀਂ ਉਹਦੀ ਗੱਲ ਨਹੀਂ ਕਰਦੇ। ਦੇਖੋ ਜੀ ਮੈਨੂੰ ਬਹੁਤ ਦੁੱਖ ਹੈ, ਕਿਉਂਕਿ ਮੈਨੂੰ ਇਹ ਪਤਾ ਕਿ ਵੀ ਬੰਦਾ ਕਿਸੇ ਵੀ ਘਰ 'ਚ ਹੋਵੇ, ਉਹ ਕਿਸੇ ਦਾ ਭਰਾ ਹੁੰਦਾ, ਕਿਸੇ ਦਾ ਪਿਓ ਹੁੰਦਾ, ਕਿਸੇ ਦਾ ਪੁੱਤ ਹੁੰਦਾ, ਸੋ ਉਹਦਾ ਤੁਰ ਜਾਣਾ ਉਸ ਪਰਿਵਾਰ ਦੇ ਲਈ ਬਹੁਤ ਵੱਡਾ ਘਾਟਾ। ਉਹ ਹੁਣ ਕਿਸੇ ਪੋਲੀਟੀਕਲ ਕਾਰਨ ਕਰਕੇ ਜਾਂਦਾ ਜਾਂ ਕਿਸੇ ਹੋਰ ਕਾਰਨ ਕਰਕੇ ਜਾਂਦਾ, ਉਹ ਸਾਰੀਆਂ ਚੀਜ਼ਾਂ ਨੂੰ ਜੇ ਤੇ ਆਪਾਂ ਇਨਸਾਨੀਅਤ ਦੇ ਪੱਖ ਤੋਂ ਵੇਖੀਏ ਤੇ ਫਿਰ ਤੇ ਉਹ ਘਾਟਾ ਜੀ। ਤੇ ਜੇ ਆਪਾਂ ਪੋਲੀਟੀਕਲ ਐਂਗਲ ਤੋਂ ਉਹਦੀ ਕੈਲਕੂਲੇਸ਼ਨ ਕਰਨੀ ਆ, ਵਾਧੇ ਘਾਟੇ ਕਰਨੇ ਆ, ਤੇ ਫਿਰ ਹੋ ਸਕਦਾ ਕਿਸੇ ਲਈ ਉਹ ਖੁਸ਼ੀ ਦੀ ਗੱਲ ਹੋਵੇ ਵੀ ਲੈ ਵੀ ਫਲਾਨਾ ਤੁਰ ਗਿਆ, ਤੇ ਕਿਸੇ ਲਈ ਬਹੁਤ ਦੁੱਖ ਦੀ ਗੱਲ ਹੋਵੇ ਯਾਰ ਸਾਡਾ ਫਲਾਨਾ ਬੰਦਾ ਤੁਰ ਗਿਆ। ਹੁਣ ਸਵਾਲ ਇਹ ਆ ਵੀ ਇਹ ਜੋ ਕੁਝ ਵੀ ਚੱਲ ਰਿਹਾ, ਇੱਕ ਪਾਸੇ ਰਾਜਨੀਤਿਕ ਕਾਰਨ ਤੇ ਇੱਕ ਪਾਸੇ ਇੱਕ ਕਹਿਰ। ਰਾਜਨੀਤਿਕ ਕਾਰਨ ਦੇ ਵਿੱਚ ਇਹ ਹੋ ਸਕਦਾ ਕਿ ਮੰਨ ਲਓ ਵੀ ਮੈਂ ਇੱਕ ਪਾਰਟੀ ਦਾ ਮੈਂਬਰ ਹਾਂ, ਤੁਸੀਂ ਵੱਖਰੀ ਪਾਰਟੀ ਦੇ ਮੈਂਬਰ ਹੋ, ਆਪਣੀ ਦੋਵਾਂ ਦੀ ਲੜਾਈ ਹੈ,
ਉਹ ਇਸ ਕਰਕੇ ਲੜਾਈ ਹੈ ਕਿਉਂਕਿ ਆਪਾਂ ਪੋਲੀਟੀਕਲ ਪਾਰਟੀ ਦੇ ਨਾਲ ਜੁੜੇ ਆ, ਆਪਣਾ ਦਿਮਾਗ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਟਰਾਂਸਮੀਟਰ ਫਿੱਟ, ਇਸ ਕਰਕੇ ਆਪਣੇ ਸਿੰਘ ਭਿੜਦੇ ਆ। ਮੰਨ ਲਓ ਇਹ ਕਰੋਨਾ ਜਿਹੜਾ ਉਹ ਜਦੋਂ ਆਵੇ ਤੇ ਤੁਸੀਂ ਉਹਨੂੰ ਕਹੋ ਵੀ ਯਾਰ ਮੈਂ ਤਾਂ ਫਲਾਨੀ ਪਾਰਟੀ ਦਾ, ਤੇ ਕਰੋਨਾ ਠਾਹ ਕਰਕੇ ਤੁਹਾਨੂੰ ਚੰਬੜ ਜੇ, ਤੇ ਮੈਂ ਕਹਾਂ ਲੱਤੇ ਨੂੰ ਪਤਾ ਨਹੀਂ ਸਰਕਾਰ ਸਾਡੀ ਹੈ ਤੇ ਕਰੋਨਾ ਪੈਰਾਂ ਭਰ ਬਹਿ ਜੇ ਤੇ ਮੈਨੂੰ ਇਹ ਫੈਸਿਲਿਟੀ ਮਿਲਦੀ ਪਈ ਹੈ ਵੀ ਮੈਂ ਪਾਰਟੀਕੂਲਰ ਇੱਕ ਪਾਰਟੀ ਦਾ ਮੈਂਬਰ ਹਾਂ ਤੇ ਕਰੋਨਾ ਵੀ ਮੇਰੇ ਤੋਂ ਡਰਦਾ, ਫਿਰ ਜੀ ਸਦਕੇ ਮੇਰੇ ਖਿਆਲ ਨਾਲ ਹਰ ਕੋਈ ਬੰਦਾ ਨਾਅਰੇ ਲਾਵੇ, ਹਰ ਇੱਕ ਬੰਦਾ ਉੱਥੇ ਬਹਿ ਜਾਵੇ ਜਾ ਕੇ। ਮੈਂ ਨਾ ਹੋ ਸਕਦਾ ਮਿਸ ਕਾਲ ਮੈਂਬਰਸ਼ਿਪ ਜੇ ਸਰਕਾਰ ਕਹਿ ਦੇ ਤੇ ਹਰੇਕ ਬੰਦੇ ਨੇ ਲੈ ਲੈਣੀ ਵੀ ਯਾਰ ਸਾਡਾ ਤੇ ਬਚਾਅ ਹੋਣਾ ਕਿਉਂਕਿ ਕਰੋਨਾ ਵੀ ਡਰਦਾ। ਜੇ ਆਪਾਂ ਨੂੰ ਅਜੇ ਤੱਕ ਇੰਨੀ ਸੋਝੀ ਸਮਝ ਨਹੀਂ ਆਈ ਵੀ ਜਿਹੜੀਆਂ ਚੀਜ਼ਾਂ ਕੁਦਰਤੀ ਨੇ ਉਹਨਾਂ ਦਾ ਟਾਕਰਾ ਕਿਵੇਂ ਕਰਨਾ ਤੇ ਜਿਹੜੀਆਂ ਚੀਜ਼ਾਂ ਸਾਡੀਆਂ ਆਪਣੇ ਵੱਲੋਂ ਸਹੇੜੀਆਂ ਨੇ ਉਹਨਾਂ ਦਾ ਕਿਵੇਂ ਟਾਕਰਾ ਕਰਨਾ, ਤੇ ਫਿਰ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਇਸ ਮੁਲਕ ਦਾ ਬੇੜਾ ਕਰਕੇ ਇਹਨੂੰ ਕੋਈ ਨਹੀਂ ਬਚਾ। ਸੰਧਾਲੀਆ ਸਾਹਿਬ ਇਹ ਬਹੁਤ ਵੱਡਾ ਸਵਾਲ ਹੈ। ਅਸੀਂ ਹੁਣ ਲੋਕਾਂ ਨੂੰ ਜਦੋਂ ਕਹਿ ਦਿੱਤਾ ਕਿ ਭਾਈ ਦੇਸ਼ ਦੇ ਪੱਲੇ ਕੱਖ ਨਹੀਂ ਰਹਿਣਾ, ਲੋਕ ਹੈਰਾਨ ਹੋ ਜਾਂਦੇ, ਪਰੇਸ਼ਾਨ ਹੋ ਜਾਂਦੇ ਕਿ ਭਾਈ ਤੁਸੀਂ ਤਾਂ ਸਾਨੂੰ ਮਾੜਾ ਮੋਟਾ ਹੌਸਲਾ ਦਿਓ, ਪਰ ਕੇਸ ਬੂਤੇ ਦੇ ਉੱਤੇ ਦਈਏ, ਕੇਸ ਬਿਨਾਂ ਦੇ ਉੱਤੇ ਦਈਏ, ਕੋਈ ਮਾੜੀ ਮੋਟੀ ਨੀਂਹ ਤਾਂ ਹੋਣੀ ਚਾਹੀਦੀ ਹੈ ਨਾ। ਨੀਂਹ ਹੋਊਗੀ ਤਾਂ ਉੱਪਰ ਕੰਧ ਖੜੀ ਹੁੰਦੀ ਹੈ, ਕੰਧ ਕਦੇ ਵੀ ਬਿਨਾਂ ਨੀਂਹ ਤੋਂ ਖੜੀ ਨਹੀਂ ਹੁੰਦੀ। ਬਿਨਾਂ ਨੀਂਹ ਤੋਂ ਖੜੀ ਕੰਧ ਜਿਹੜੀ ਹੈ ਮੜ ਜਾ ਮੋਢਾ ਮੇਰੇ ਵਰਗਾ ਬੰਦਾ ਵੀ ਮਾਰੇ ਤਾਂ ਢਹਿ ਜਾਂਦੀ ਹੈ। ਨੀਂਹ ਬਹੁਤ ਜ਼ਰੂਰੀ ਹੈ ਤੇ ਅੱਜ ਨੀਂਹ ਨਹੀਂ ਨਜ਼ਰ ਆਉਂਦੀ। ਤੁਸੀਂ ਦੇਖੋ ਕਮਾਲ ਦੀ ਗੱਲ, ਸੁਪਰੀਮ ਕੋਰਟ ਤੋਂ ਉੱਪਰ ਤਾਂ ਕੋਈ ਨਹੀਂ। ਸੁਪਰੀਮ ਕੋਰਟ ਕੀ ਕਹਿੰਦੀ ਆ? ਕਹਿੰਦੇ ਜੀ ਦੇਖੋ ਅਸੀਂ ਸਿੱਧਾ ਕਹਿੰਦੇ ਆ ਤੁਹਾਨੂੰ, ਦਿੱਲੀ ਸਰਕਾਰ ਨੂੰ, ਕੇਜਰੀਵਾਲ ਦੀ ਸਰਕਾਰ ਨੂੰ ਵੀ ਤੇ ਕੇਂਦਰ ਦੀ ਸਰਕਾਰ ਨੂੰ ਵੀ ਤੋਹਮਤਾਂ ਲਾਉਣੀਆਂ ਛੱਡ ਦਿਓ। ਵਕਤ ਤੋਹਮਤਾਂ ਦਾ ਨਹੀਂ ਹੈਗਾ। ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਚੰਗੀ ਮੰਨਿਆ ਜਾਂਦਾ, ਅਸੀਂ ਕੇਂਦਰ ਨੂੰ ਵੀ ਚੰਗਾ ਕਹਿੰਦੇ ਕਿ ਤੁਸੀਂ ਵੀ ਚੰਗੇ ਹੋ, ਪਰ ਜਦੋਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤੁਹਾਡੇ ਤੇ ਤੋਹਮਤ ਲਾਉਂਦੀ ਹੈ ਕਿ ਤੁਸੀਂ ਦੋਨੇ ਇੱਕ ਦੂਜੇ ਤੇ ਤੋਹਮਤਾਂ ਲਾਈ ਜਾਂਦੇ ਹੋ, ਚੱਜ ਦਾ ਕੰਮ ਕਰੋ, ਤਾਂ ਫਿਰ ਬਾਕੀ ਪੱਲੇ ਕੀ ਰਹਿ ਗਿਆ? ਜਾਣੀ ਤੁਸੀਂ ਦੇਖੋ ਨਾ, ਦਿੱਲੀ ਵਾਲੇ 700 ਮੀਟ੍ਰਿਕ ਟਨ ਆਕਸੀਜਨ ਰੋਜ਼ ਮੰਗਦੇ ਸੀ ਕਿ ਸਾਨੂੰ ਦੇ ਦਿਓ ਜੀ, ਹੁਣ 720 ਦਿੱਤੀ ਹੈ, ਕੇਂਦਰ ਨੇ 720 ਦਿੱਤੀ, 20 ਵਾਧੂ ਦਿੱਤੀ, ਕੇਜਰੀਵਾਲ ਨੇ ਧੰਨਵਾਦ ਕੀਤਾ ਕਿ ਤੁਸੀਂ ਦਿੱਤੀ। ਅਸੀਂ ਕੇਂਦਰ ਦਾ ਵੀ ਧੰਨਵਾਦ ਕਰਦੇ ਹਾਂ। ਕਿਸੇ ਦੀ ਸਾਹਾਂ ਦੀ ਤੰਦ ਜੁੜੀ ਰਹਿ ਜਾਏ, ਹੋਰ ਕੀ ਚਾਹੀਦਾ? ਹੁਣ ਦਿੱਲੀ ਹਾਈ ਕੋਰਟ ਦੇ ਵਿੱਚ ਕੇਸ ਗਿਆ ਸੀ, ਹਾਈ ਕੋਰਟ ਨੇ ਕਿਹਾ ਸੀ ਕਿ ਇਹਨਾਂ ਨੂੰ ਦਿਓ 700 ਮੀਟ੍ਰਿਕ ਟਨ ਆਕਸੀਜਨ ਚਾਹੀਦੀ ਹੈ, ਦਿੱਲੀ ਨੂੰ ਦਿਓ। ਉਹ ਕਹਿੰਦੇ ਸੀ ਜੀ ਜੇ ਸਾਰੀ ਦਿੱਲੀ ਨੂੰ ਦੇਤੀ ਤਾਂ ਬਾਕੀਆਂ ਨੂੰ ਕੀ ਦੇਾਂਗੇ? ਉਹ ਹਾਈ ਕੋਰਟ ਨੇ ਕਿਹਾ ਸੀ ਤੁਸੀਂ ਸਾਡੀ ਗੱਲ ਨਹੀਂ ਮੰਨੀ, ਆਹ ਲਓ ਚੱਕੋ ਨੋਟਿਸ, ਤੁਸੀਂ ਅਦਾਲਤ ਦੀ ਹੱਦ ਤੱਕ ਕੀਤੀ। ਉਹ ਸੁਪਰੀਮ ਕੋਰਟ ਚਲੇ ਗਏ ਤੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਇਦਾਂ ਨਹੀਂ, 700 ਮੀਟ੍ਰਿਕ ਟਨ ਤਾਂ ਤੁਹਾਨੂੰ ਦੇਣੀ ਪਊਗੀ, ਸਾਡੇ ਅਗਲੇ ਹੁਕਮਾਂ ਤੱਕ 699 ਨਹੀਂ ਹੋ ਸਕਦੀ, 700 ਮੀਟ੍ਰਿਕ ਟਨ ਹੀ ਰਹੂਗੀ। ਤੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਕੋਵਿਡ ਦੀ ਤੀਸਰੀ ਲਹਿਰ ਆਉਣ ਵਾਲੀ ਹੈ, ਬੱਚਿਆਂ ਨੂੰ ਪ੍ਰਭਾਵਿਤ ਕਰੂਗੀ, ਤੁਸੀਂ ਜਵਾਬ ਦਿਓ, ਤੁਹਾਡੇ ਕੋਲੇ ਪ੍ਰੋਗਰਾਮ ਕੀ ਆ? ਕੇਂਦਰ ਨੂੰ ਕਿਹਾ ਕਿ ਪਲਾਨ ਦੱਸੋ ਕਿ ਜੇ ਕਰੋਨਾ ਦੀ ਤੀਸਰੀ ਲਹਿਰ ਆ ਗਈ, ਉਹਨੇ ਸਾਡੇ ਦੇਸ਼ ਦੇ ਬੱਚੇ ਜੇ ਆਪਣੀ ਲਪੇਟ ਦੇ ਵਿੱਚ ਲੈ ਲਏ, ਮਾਂ-ਬਾਪ ਕਰਨਗੇ ਕੀ? ਅੱਜ ਦਾ ਵੱਡੀ ਉਮਰ ਦਾ ਬੰਦਾ ਦੱਸ ਦਊਗਾ ਕਿ ਮੇਰੀ ਸਾਹ ਦੀ ਪ੍ਰੋਬਲਮ ਹੈ, ਮੈਨੂੰ ਆਹ ਦਿੱਕਤ ਆ ਰਹੀ ਹੈ। ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਬਚਾਉਣਾ ਕਿ ਨਹੀਂ ਬਚਾਉਣਾ? ਤੁਸੀਂ ਆਕਸੀਜਨ ਦੇ ਵੱਧ ਤੋਂ ਵੱਧ ਭੰਡਾਰ ਇਕੱਠੇ ਕਰੋ, ਸਾਡੇ ਦੇਸ਼ ਦਾ ਕੋਈ ਬੰਦਾ ਮਰਨਾ ਨਹੀਂ ਚਾਹੀਦਾ। ਇੱਕ ਦੂਸਰੇ ਦੇ ਉੱਤੇ ਤੋਹਮਤਾਂ ਲਾਉਣੀਆਂ ਛੱਡੋ, ਰਲ ਕੇ ਕੰਮ ਕਰਨ ਦਾ ਵੇਲਾ ਹੈ। ਭਾਵੇਂ ਕੇਜਰੀਵਾਲ ਸਰਕਾਰ ਹੈ, ਭਾਵੇਂ ਯੋਗੀ ਆਦਿੱਤਿਆਨਾਥ ਦੀ ਸਰਕਾਰ ਹੈ, ਭਾਵੇਂ ਕੈਪਟਨ ਸਾਹਿਬ ਤੇ ਭਾਵੇਂ ਮੋਦੀ ਸਾਹਿਬ ਦੀ ਸਰਕਾਰ ਹੈ। ਠੀਕ ਕੰਮ ਕੀਤਾ ਹੁੰਦਾ ਤਾਂ ਸੰਧਾਲੀਆ ਸਾਹਿਬ ਇਹਨਾਂ ਦੋ ਕੁਰਸੀਆਂ ਤੇ ਬੈਠ ਕੇ ਸਾਨੂੰ ਆਹ ਕੁਛ ਨਹੀਂ ਸੀ ਕਰਨਾ ਪੈਣਾ। ਪਤਾ ਨਹੀਂ ਕਿ ਜਿਹੜਾ ਇਹਨਾਂ ਚੀਜ਼ਾਂ ਤੇ ਨਾ ਬੜੀ ਖਿੱਚ ਚੜ੍ਹਦੀ ਹੈ ਬਾਟ ਸਾਹਿਬ। ਦੇਖੋ ਮੈਨੂੰ ਇਹ ਹੁੰਦਾ ਕਿ ਯਾਰ ਇਹ ਗੱਲ ਪੱਕੀ ਹੈ, ਆਪਣੇ ਮੁਲਕ ਵਾਲੇ ਲੋਕਾਂ ਚੋਂ ਤੁਸੀਂ ਨਾ ਤਾਂ ਰਾਜਨੀਤੀ ਕੱਢ ਸਕਦੇ, ਨਾ ਜੈਲਸੀ ਕੱਢ ਸਕਦੇ ਆ, ਨਾ ਤੁਸੀਂ ਈਵਨ ਹੁਣ ਤਾਂ ਅਦਾਲਤਾਂ ਨੇ ਵੀ ਕਿਹਾ ਨਾ ਵੀ ਸੰਵੇਦਨਹੀਣਤਾ ਖਤਮ ਹੋ ਗਈ ਆ, ਸੰਵੇਦਨਸ਼ੀਲਤਾ ਲੋਕਾਂ 'ਚ ਖਤਮ ਹੋ ਗਈ, ਸੰਵੇਦਨਹੀਣ ਹੋ ਗਏ ਆ। ਵੀ ਜਿਹੜੇ ਬੰਦੇ ਨੂੰ ਇਹ ਜਾਪਦਾ ਯਾਰ ਇਹਦੇ 'ਚੋਂ ਮੈਨੂੰ ਸਿਲੰਡਰ 'ਚੋਂ ਵੱਜਦੇ ਉਹ ਬਚਾਈ ਜਾਂਦਾ, ਜਿਹਨੂੰ ਜਾਪਦਾ ਮੈਂ ਇਹਦੇ 'ਚੋਂ ਇੱਥੇ ਕਾਲਾ ਬਾਜ਼ਾਰੀ ਕਰ ਸਕਦਾ ਉਹ ਕਰੀ ਜਾਂਦਾ, ਜਿਹਨੂੰ ਇਹ ਲੱਗਦਾ ਮੈਂ ਨਕਲੀ ਟੀਕਾ ਬਣਾ ਕੇ ਵੇਚ ਲਾਂ ਉਹ ਵੇਚੀ ਜਾਂਦਾ ਜੀ। ਹੁਣ ਇਹ ਚੀਜ਼ਾਂ ਤੁਸੀਂ ਨਹੀਂ ਕੱਢ ਸਕਦੇ। ਇਹ ਬੜੀ ਨੰਗੀ ਚਿੱਟੀ ਗੱਲ ਆ ਵੀ ਇਹ ਪਤਾ ਨਹੀਂ ਹੁਣ ਅੰਦਰ ਇੰਨੀ ਕੁ ਬਿਮਾਰੀ ਜਾ ਵੜੀ ਵੀ ਇਹਨੇ ਠੀਕ ਨਹੀਂ ਹੋਣਾ। ਪਰ ਮੈਨੂੰ ਇਹ ਹੈਰਾਨਗੀ ਹੁੰਦੀ ਆ ਵੀ ਯਾਰ ਜਾਂ ਤਾਂ ਇਹ ਹੋਵੇ ਨਾ ਵੀ ਮੈਂ ਪ੍ਰੂਵ ਆ ਇਸ ਚੀਜ਼ ਤੋਂ ਵੀ ਯਾਰ ਮੈਨੂੰ ਇਹ ਚੀਜ਼ ਨਹੀਂ ਹੋ ਸਕਦੀ, ਇਸ ਕਰਕੇ ਮੈਂ ਲੋਕਾਂ ਦੇ ਉੱਪਰ ਜਿੰਨਾ ਮਰਜ਼ੀ ਇਹੋ ਜਿਹਾ ਚਿੱਕੜ ਸੁੱਟੀ ਜਾਵਾਂ। ਇੱਕ ਕੁਦਰਤੀ ਚੀਜ਼ ਹੈ, ਉਹ ਅੱਜ ਹੋ ਸਕਦਾ ਤੁਹਾਡੇ ਟੱਬਰ 'ਚ ਹੈ ਨਹੀਂ, ਅੱਜ ਤੁਹਾਨੂੰ ਚੀਕਾਂ ਵੱਜਦੀਆਂ ਵੀ ਦੀਦੀਆਂ, ਅੱਜ ਤੁਸੀਂ ਨਜ਼ਾਰੇ ਲੈਂਦੇ, ਅੱਜ ਤੁਹਾਨੂੰ ਰਾਜਨੀਤੀ ਵੀ ਸੋਚਦੀ ਹੈ, ਕੱਲ੍ਹ ਨੂੰ ਕਿਸੇ ਦੇ ਘਰ 'ਚ ਜਾ ਵੜੀ ਉਹਦਾ ਨੁਕਸਾਨ ਹੋ ਗਿਆ। ਮੈਂ ਨਹੀਂ ਕਹਿੰਦਾ ਹੋਵੇ, ਪਰ ਜੇ ਹੋ ਗਿਆ, ਜਿੱਦਣ ਉਹਨੇ ਉਸ ਰਾਹ 'ਤੇ ਜਾ ਕੇ ਖੁਦ ਵੇਖ ਲਿਆ ਵੀ ਯਾਰ ਵਾਕਿਆ ਜਾਨ ਬੜੀ ਤੰਗ ਆ, ਉਦਣ ਅਕਲ ਆਊਗੀ। ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਅਸੀਂ ਲੰਘ ਗਏ ਉਹਦੇ ਤੋਂ। ਆ ਕਿੰਨੇ ਮੰਤਰੀ, MP, MLA ਕੋਵਿਡ ਦੇ ਕਰਕੇ ਮੌਤ ਦੇ ਮੂੰਹ ਜਾ ਚੁੱਕੇ ਆ, ਫਿਰ ਵੀ ਸਮਝ ਨਹੀਂ ਆਉਂਦੀ। ਛੋਟੇ ਆ ਨਾ ਵਿਚਾਰੇ, ਛੋਟੇ ਮੈਂ ਉਹੀ ਤਾਂ ਕਹਿ ਰਿਹਾ, ਛੋਟੇ ਆ ਉਹ, ਇਸ ਕਰਕੇ ਉਹਨਾਂ ਦੀ ਕੋਈ ਗਿਣਤੀ ਨਹੀਂ। ਜਿੱਦਣ ਕਿ ਕੋਈ ਕਿਤੇ ਉਹੋ ਜਿਹੇ ਦੇ ਘਰੇ ਜਾ ਵੜੀ ਗੱਲਬਾਤ ਜਿਹੜਾ ਨੀਤੀ ਘਾੜੇ ਨੇ ਜਾਂ ਜਿਨ੍ਹਾਂ ਦੀ ਕਲਮ ਚੱਲਦੀ ਆ, ਹੋ ਸਕਦਾ ਉਦਣ ਅੱਖਾਂ ਖੁੱਲ੍ਹਣ। ਸੰਧਾਲੀਆ ਸਾਹਿਬ ਉਦੋਂ ਖੁੱਲ੍ਹੀਆਂ ਤਾਂ ਕੀ ਖੁੱਲ੍ਹੀਆਂ, ਦੇਸ਼ ਦੇ ਲੋਕਾਂ ਦਾ ਨੁਕਸਾਨ ਕਰਾ ਕੇ। ਅੱਜ ਬਹੁਤ ਸਾਰੇ ਸੱਜਣ ਨੇ ਜਿਹੜੇ ਕਹਿੰਦੇ ਆ ਕਿ ਭਾਰਤ ਦੀ ਜਨਸੰਖਿਆ ਦੇ ਅਨੁਪਾਤ ਦੇ ਵਿੱਚ ਅਸੀਂ ਦੇਖੀਏ ਤਾਂ ਬਹੁਤ ਸਾਰੇ ਦੇਸ਼ਾਂ ਦੇ ਨਾਲੋਂ ਮੌਤਾਂ ਘੱਟ ਹੋਈਆਂ, ਪਰ ਇੱਕ ਵੀ ਕਿਉਂ ਹੋਵੇ ਬਈ, ਇੱਕ ਵੀ ਕਿਉਂ ਹੋਵੇ, ਉਹ ਵੀ ਸਾਡੀ ਗਲਤੀ ਦੇ ਕਰਕੇ ਕਿਉਂ ਹੋਵੇ। ਹੁਣ ਆ ਜਿਹੜੀ ਸਟੇਟਮੈਂਟ ਜਿਹੜੇ ਭਾਈ ਸਾਹਿਬ ਦਿੰਦੇ ਆ ਨਾ,
ਉਹਨਾਂ ਨੂੰ ਇਹ ਜ਼ਰੂਰ ਕਿਹਾ ਜਾਵੇ ਵੀ ਭਾਈ ਸਾਹਿਬ ਲਾਗੇ ਚਾਈਨਾ ਦੇਖ ਲਓ, ਉਹਦੇ ਕੋਲ 5-7 ਕਰੋੜ ਵੱਧ ਹੀ ਹੈ, ਘੱਟ ਤੇ ਨਹੀਂ। ਤੇ ਜੇ ਉਹ ਬੰਦਾ ਸਾਂਭ ਸਕਦੇ ਆ, ਜੇ ਉਹਨਾਂ ਨੂੰ ਪਤਾ ਲੱਗ ਸਕਦਾ ਵੀ ਇਸ ਚੀਜ਼ ਨੂੰ ਇੱਦਾਂ ਆਪਾਂ ਕੰਟਰੋਲ ਕਰ ਲੈਣਾ, ਤੇ ਕੀ ਗੱਲ ਆਪਣੇ ਵਾਲਿਆਂ ਨੂੰ ਕੀ ਹੈ? ਸਿਰਫ ਕੱਲਾ ਆਪਾਂ ਭਾਸ਼ਣ ਨਹੀਂ ਦੇ ਸਕਦੇ, ਕੋਈ ਸ਼ੇਰ ਜੇ ਦੀ ਫੋਟੋ ਬਣਾ ਕੇ ਮੇਕ ਇਨ ਇੰਡੀਆ ਤੇ ਨਿਰਭਰ ਭਾਰਤ ਤੇ ਫਲਾਨਾ ਭਾਰਤ। ਹੁਣ ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਸਾਨੂੰ ਮਾੜੇ ਦੇ ਨਾਲ ਜਿੱਥੇ ਵੱਧ ਨੁਕਸਾਨ ਹੈ ਉਹਦੇ ਨਾਲ ਕੰਪੈਰੀਜ਼ਨ ਥੋੜੀ ਕਰਨਾ ਚਾਹੀਦਾ। ਜਿੱਦਾਂ ਇੱਕ ਵਾਰੀ ਤੁਹਾਡੇ ਨੰਬਰ 3 ਆਏ ਸੀ ਤੇ ਘਰ ਦੇ ਜਦੋਂ ਥਾਪੀ ਫੇਰਨ ਲੱਗੇ, ਤੁਸੀਂ ਕਹਿੰਦੇ ਜਾ ਕੇ ਬਾਠ ਨੂੰ ਦੇਖੋ ਤੇ 2 ਆਏ ਆ। ਹੁਣ ਪੇਪਰ ਤਾਂ 100 ਦਾ ਆ, ਫੇਲ ਤਾਂ ਦੋਨੇ ਹੀ ਆ। ਤੇ ਅਸੀਂ ਹੁਣ ਉਹਦੇ ਵੱਲ ਦੇਖਣਾ, ਇਹਨੇ 90 ਲਾਇਆ ਕਿ ਜਿਹਦੇ 2 ਆਏ ਉਹਦੇ ਵੱਲ ਦੇਖਣਾ। ਆਹੀ ਤੇ ਰੌਲਾ WhatsApp। ਪਰ ਇਹ ਜਿੱਧਰ ਨੂੰ ਤੁਰ ਪਿਆ ਨਾ ਕੰਮ, ਇਹ ਗੱਲ ਤੇ ਪੱਕੀ ਆ ਕਿ ਵੀ ਹੁਣ ਤਾਂ ਰੱਬ ਬਚਾਵੇ ਤੇ ਬਚਾਵੇ, ਜਾਂ ਫਿਰ ਲੋਕਾਂ ਦੀ ਜਿਹੜੀ ਉਹ ਸਮਝਦਾ ਨਹੀਂ ਇਸ ਵਕਤ ਜੇ ਕੰਮ ਕਰਨ ਲੱਗ ਜਾਵੇ। ਲੋਕਾਂ ਦੇ ਅੰਦਰੋਂ ਕਾਂਗਰਸੀ, BJP ਵਾਲਾ, ਅਕਾਲੀ, ਕੋਈ TMC ਵਾਲਾ, ਕੋਈ ਫਲਾਨੇ ਵਾਲਾ, ਕੋਈ ਢਿਮਕ ਵਾਲਾ ਨਿਕਲ ਜੇ, ਉਹਨੂੰ ਇਹ ਲੱਗੇ ਵੀ ਯਾਰ ਹੱਡ ਮਾਸ ਦਾ ਮੈਂ ਬਣਿਆ, ਹੱਡ ਮਾਸ ਦਾ ਇਹ ਬਣਿਆ, ਤੇ ਫਿਰ ਭਾਵੇਂ ਗੱਲ ਬਣੇ। ਅੱਛਾ ਹੁਣ ਦੇਖੋ, ਜਿਹੜੇ ਬੰਦੇ ਨੂੰ ਆਕਸੀਜਨ ਦੀ ਲੋੜ ਹੁੰਦੀ ਆ, ਜਦੋਂ ਉਹਨੂੰ ਕਹਿੰਦਾ ਵੀ ਫਲਾਣੇ ਥਾਂ ਮੰਜਾ ਖਾਲੀ ਆ, ਆਕਸੀਜਨ ਵੀ ਹੈਗਾ, ਸਿਲੰਡਰ ਵੀ ਹੈਗਾ, ਉਦੋਂ ਕਿਉਂ ਨਹੀਂ ਪੁੱਛਦੇ ਵੀ ਯਾਰ ਉਹ ਜਿਹੜਾ ਬੈੱਡ ਸੀਗਾ ਉੱਤੇ ਹਿੰਦੂ ਪਿਆ ਸੀ ਕਿ ਮੁਸਲਮਾਨ ਪਿਆ ਸੀ? ਉਹ ਸਿਲੰਡਰ ਪਹਿਲਾਂ ਹਿੰਦੂ ਨੂੰ ਲਾਇਆ ਸੀ ਕਿ ਮੁਸਲਮਾਨ ਨੂੰ ਲਾਇਆ ਸੀ? ਉਹ ਪਹਿਲਾਂ ਚੈੱਕ ਕਰ ਲਓ ਵੀ ਉਹ ਫਲਾਣੇ ਧਰਮ ਵਾਲੇ ਤੋਂ ਨਹੀਂ ਗਿਆ। ਇਹ ਵੀ ਚੈੱਕ ਕਰ ਲਓ ਕਿਸੇ ਦਲਿਤ ਨੂੰ ਤਾਂ ਨਹੀਂ ਲੱਗਾ, ਕਿਸੇ ਉੱਚੀ ਜਾਤ ਨੂੰ ਲੱਗਾ, ਉੱਚੀ ਜਾਤ ਨੂੰ ਲੱਗਾ ਜਾਂ ਨੀਵੀਂ ਜਾਤ ਨੂੰ ਲੱਗਾ। ਉੱਥੇ ਕਿਉਂ ਨਹੀਂ ਉਹ ਸਵਾਲ ਪੁੱਛੇ ਜਾਂਦੇ ਬਈ? ਨਹੀਂ, ਬੜਾ ਕੁਝ ਪੁੱਛਣ ਵਾਲਾ। ਉਹ ਕਿਸੇ ਡੇਰੇ ਵਾਲੇ ਨੂੰ ਲੱਗਾ ਕਿ ਨਾਸਤਕ ਨੂੰ ਲੱਗਾ ਕਿ ਆਸਤਕ ਨੂੰ ਲੱਗਾ? ਪੁੱਛਣਾ ਚਾਹੀਦਾ। ਫਿਰ ਹੁਣ ਤਾਂ ਇੱਕੋ ਹੀ ਚੀਜ਼ ਹੈ। ਹੁਣ ਤਾਂ ਇੱਕ ਧਰਮ ਦਾ ਬੰਦਾ ਆਪਣੇ ਧਰਮ ਦੇ ਬੰਦੇ ਨਾਲ ਵੀ ਹੱਥ ਮਿਲਾਉਂਦਾ ਤਾਂ ਸੈਨੀਟਾਈਜ਼ ਕਰਕੇ ਮਿਲਾਉਂਦਾ। ਤੁਸੀਂ ਆਪਸ ਵਿੱਚ ਗੱਲਾਂ ਕਰਦੇ ਹੋ ਤਾਂ ਮਾਸਕ ਲਾ ਕੇ ਕਰਦੇ ਹੋ। ਹੁਣ ਨਹੀਂ ਫਿਰ ਜਾਣੀ ਬਾਬੇ ਨੇ ਜਿੱਦਾਂ ਦਾ ਬੰਦਾ ਬਣਾਇਆ ਸੀ ਕਿ ਮਨੁੱਖਤਾ ਦਾ ਧਰਮ ਸਭ ਤੋਂ ਵੱਡਾ, ਅਸੀਂ ਜੋ ਵਿੱਚ ਵੱਟਾਂ ਪਾਉਣ ਲੱਗੇ, ਜਿੱਦਾਂ ਜ਼ਮੀਨ ਦੀ ਜੋਤ ਛੋਟੀ ਹੋਈ ਜਾਂਦੀ ਹੈ ਨਾ ਕਿ ਏਕੜ ਤੋਂ ਕਨਾਲ, ਕਨਾਲ ਤੋਂ ਮਰਲਾ, ਮਰਲੇ ਤੋਂ ਸਰਸਾਈ ਹੁੰਦਾ, ਸਰਸਾਈ ਤੱਕ ਆ ਗਈ ਆ ਤਾਂ ਉਹਦੀ ਦੁਕਾਨ ਕਿਆਰੀ ਰਹਿ ਜਾਣੀ ਆ, ਫਿਰ ਤਾਂ ਲਸਣ ਹੀ ਲੱਗੂ। ਸਰਸਾਈ ਤੋਂ ਫੁੱਟਾਂ 'ਚ ਆ ਗਏ, ਫੁੱਟਾਂ 'ਚ ਆ ਗਏ, ਸਕੇਅਰ ਫੁੱਟ ਤਾਂ ਵੱਡਾ ਹੋ ਗਿਆ, ਇਕੱਲੇ ਫੁੱਟ ਹੀ ਲਾ ਲਓ, ਫੁੱਟਾਂ ਤੋਂ ਅਜੇ ਇੰਚਾਂ 'ਚ ਜਾ ਕੇ ਮੁੱਕਣਾ। ਹੁਣ ਸੰਧਾਲੀਆ ਸਾਹਿਬ ਪੰਜਾਬ ਵਾਲੇ ਪਾਸੇ ਆਉਨੇ ਆ। ਹੁਣ ਇਤਰਾਜ਼ ਬਿਨਾਂ ਰਹੂ ਕਿਸੇ ਨੂੰ। ਅਸ਼ਵਨੀ ਸ਼ਰਮਾ ਸਾਹਿਬ ਪੰਜਾਬ ਭਾਜਪਾ ਦੇ ਪ੍ਰਧਾਨ, ਕਿੰਨੇ ਦਾ ਹਿਸਾਬ ਮੰਗਿਆ ਉਹਨਾਂ ਨੇ, ਦੱਸਿਓ ਮਾੜਾ ਜਿਹਾ। ਉਹਨਾਂ ਨੇ ਤਾਂ ਬਹੁਤ 990 ਕਰੋੜ ਕਹਿੰਦੇ ਦਿੱਤਾ ਸੀ। ਕਿਹਨੇ ਦਿੱਤਾ? ਕੇਂਦਰ ਸਰਕਾਰ ਨੇ ਪੰਜਾਬ ਨੂੰ। ਵੀ ਕਹਿੰਦੇ ਵੀ ਕੇਂਦਰ ਸਰਕਾਰ ਨੇ ਇੰਨੀ ਵੱਡੀ ਮਦਦ ਕਰਤੀ। 990 ਆਪਾਂ ਟੋਟਲ ਕਰ ਲਏ ਵੀ 1000 ਕਰੋੜ ਰੁਪਈਆ ਮੋਦੀ ਸਾਹਿਬ ਨੇ ਕੈਪਟਨ ਸਾਹਿਬ ਨੂੰ ਦਿੱਤਾ, ਅਕੋਰਡਿੰਗ ਟੂ ਅਸ਼ਵਨੀ ਸ਼ਰਮਾ ਜੀ, ਕਿ ਤੁਸੀਂ ਲੜਨਾ ਕਰੋਨੇ ਦੇ ਨਾਲ। 300 ਦੇ ਕਰੀਬ ਉਹਨਾਂ ਨੇ ਵੈਂਟੀਲੇਟਰ ਦਿੱਤੇ ਸੀ। ਸਾਲ ਕਹਿੰਦੇ ਉਹਨਾਂ ਨੂੰ ਐਂ ਨੂੰ ਹੋ ਗਿਆ ਤੇ ਇਹਨਾਂ ਨੇ ਵਰਤੇ ਨਹੀਂ। ਹੁਣ ਕਹਿੰਦੇ ਵੀ ਭਜੋ ਨੱਸੀ ਦੇ ਵਿੱਚ ਕਿਸੇ ਪ੍ਰਾਈਵੇਟ ਹਸਪਤਾਲ ਵਾਲਿਆਂ ਨੂੰ ਦੇ ਦਿੱਤੇ ਆ ਵੀ ਨਹੀਂ ਜੀ ਨਹੀਂ, ਅਸੀਂ ਉਹਨਾਂ ਦੀ ਮਦਦ ਕੀਤੀ ਹੈ। ਹੁਣ ਸਵਾਲ ਉਹਨਾਂ ਦਾ ਆਪਣੀ ਥਾਂ ਤੇ ਜਾਇਜ਼ ਲੱਗਦਾ ਵੀ ਜਿਹੜੀ ਉਹ ਮਦਦ ਪਹਿਲਾਂ ਆਈ ਸੀ ਉਹਦਾ ਕੀ ਕੀਤਾ? 3 ਆਕਸੀਜਨ ਪਲਾਂਟ ਕੇਂਦਰ ਵਾਲਿਆਂ ਨੇ ਲਾਉਣ ਨੂੰ ਕਹੇ ਸੀ, ਪੈਸੇ ਵੀ ਦਿੱਤੇ ਸੀ, ਤੁਸੀਂ ਫਿਰ ਨਹੀਂ ਲਾਏ। ਜੇ ਵੈਂਟੀਲੇਟਰ ਦਿੱਤੇ ਸੀ ਤੁਹਾਨੂੰ, ਤੁਸੀਂ ਉਹ ਵੀ ਨਹੀਂ ਵਰਤੇ। ਤੇ ਫਿਰ ਕੈਪਟਨ ਸਾਹਿਬ ਜਾਂ ਉਹਨਾਂ ਦੀ ਸਲਾਹਕਾਰ ਜਵਾਬ ਦੇਣ ਉਹਨਾਂ ਨੂੰ। ਭਾਈ ਸਾਹਿਬ ਜਵਾਬ ਬਲਵੀਰ ਸਿੰਘ ਸਿੱਧੂ ਸਿਹਤ ਮੰਤਰੀ ਨੇ ਦਿੱਤਾ। ਪਤਾ ਨਹੀਂ ਠੀਕ ਕੌਣ ਹੈ ਗਲਤ ਕੌਣ, ਸਾਨੂੰ ਨਹੀਂ ਪਤਾ। ਇੱਕ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦੇ ਸੂਬੇ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਸਾਹਿਬ, ਉਹਨਾਂ ਦਾ ਦਾਅਵਾ ਹੈ ਕਿ 1000 ਕਰੋੜ ਦੇ ਕਰੀਬ ਹੀ ਲਾ ਲੈਨੇ ਆਪਾਂ, ਉੱਕੇ ਪੁੱਕਾ ਮੁਲਤਨ 100, ਕਿ 1000 ਕਰੋੜ ਦੇ ਕਰੀਬ ਰੁਪਈਏ ਕੋਵਿਡ ਨੂੰ ਠੱਲਣ ਦੇ ਲਈ ਪੰਜਾਬ ਸਰਕਾਰ ਨੂੰ ਆਏ। 3 ਆਕਸੀਜਨ ਦੇ ਪਲਾਂਟ ਲੱਗਣੇ ਸੀ, ਇਹਨਾਂ ਨੇ ਲਾਏ ਨਹੀਂ। ਬਲਵੀਰ ਸਿੰਘ ਸਿੱਧੂ ਸਾਹਿਬ ਕੀ ਕਹਿੰਦੇ ਆ? ਉਹ ਕਹਿੰਦੇ ਜੀ ਜੇ ਸਾਨੂੰ ਪੈਸੇ ਆਏ ਹੁੰਦੇ ਅਸੀਂ ਲਾਉਂਦੇ ਨਾ, ਅਸੀਂ ਠੂਠਾ ਫੜ ਕੇ ਮੰਗਦੇ ਫਿਰਦੇ ਆ, ਲੋਕਾਂ ਦੀਆਂ ਮਿੰਨਤਾਂ ਕਰਦੇ ਫਿਰਦੇ ਆ ਕਿ ਭਾਈ ਸਾਨੂੰ ਆਕਸੀਜਨ ਦੇ ਦਿਓ, ਤਾਂ ਜੇ ਸਾਨੂੰ ਕੇਂਦਰ ਤੋਂ ਪੈਸੇ ਆਏ ਹੁੰਦੇ ਅਸੀਂ ਲਾਉਂਦੇ ਨਾ। ਅਸੀਂ ਆਪਣੇ ਪੱਧਰ ਤੇ ਕਹਿੰਦੇ ਜ਼ਰੂਰ ਲਾਇਆ, ਕੇਂਦਰ ਦਾ ਨਹੀਂ ਲੱਗਾ, ਆਪਣੇ ਪੱਧਰ ਦੇ ਉੱਤੇ ਜ਼ਰੂਰ ਲਾਤਾ, ਪਰ ਸਾਨੂੰ ਉਧਰਲੇ ਪਾਸਿਓਂ ਕੁਝ ਨਹੀਂ ਆਇਆ। ਤੇ ਦੂਸਰਾ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਹੁਣ ਕਿੱਦਾਂ ਜੀ, ਉਹ ਕਹਿੰਦੇ ਦੇਖੋ ਗੱਲ ਇਹ ਆ ਕਿ ਮੇਰੀ ਨਿੱਜੀ ਤੌਰ ਤੇ ਰਾਏ ਹੁੰਦੀ ਆ ਵੀ ਥੋੜੀ ਸਾਨੂੰ ਸਖਤ ਕਦਮ ਚੁੱਕਣੇ ਪੈਣਗੇ ਜੇ ਅਸੀਂ ਉਸ ਲੇਅਰ ਨੂੰ, ਉਸ ਲਹਿਰ ਨੂੰ ਤੋੜਨਾ। ਪਰ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰ ਸਕਦੇ ਹਾਂ ਕਿ ਭਾਈ ਤੁਸੀਂ ਚੰਗੇ ਤਰੀਕੇ ਦੇ ਨਾਲ ਅਗਲੇ ਪਾਸੇ ਨੂੰ ਚੱਲੋ। ਪਰ 1000 ਕਰੋੜ ਦੇ ਕਰੀਬ ਰੁਪਈਏ ਬਹੁਤ ਹੁੰਦੇ ਆ। ਮੈਂ ਕਹਿੰਦਾ ਕਿ ਅਸ਼ਵਨੀ ਸ਼ਰਮਾ ਸਾਹਿਬ ਸੱਚ ਬੋਲਦੇ ਆ। ਮੈਂ ਉਦੋਂ ਵੀ ਕਿਹਾ ਸੀ ਕਿ ਠੀਕ ਹੈ ਪਠਾਨਕੋਟ ਤੋਂ ਤੁਸੀਂ ਗੱਡੀ ਤੋਰੋ, ਘੰਟਾ ਸਵਾ ਕੁ ਲੱਗਣਾ, ਹੁਸ਼ਿਆਰਪੁਰ ਜਾਓ, ਸੋਮ ਪ੍ਰਕਾਸ਼ ਕੈਂਥ ਹੋਰਾਂ ਦਾ ਮਿੰਨਤ ਤਰਲਾ ਕਰੋ, ਤੁਹਾਡੀ ਪਾਰਟੀ ਦੇ MP ਨੇ ਤੇ ਮਿਨਿਸਟਰ ਆਫ ਸਟੇਟ ਨੇ ਕੇਂਦਰ ਸਰਕਾਰ ਦੇ ਵਿੱਚ, ਉਹਨਾਂ ਨੂੰ ਕਹੋ ਕਿ ਜਿੱਦਣ ਭੇਜੇ ਸੀ ਇੱਕ ਫੋਟੋ ਸਟੇਟ ਮੰਗਾਓ। ਐਨ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਦਿੰਦੇ ਹੁੰਦੇ ਨੇ ਕ੍ਰਿਕਟ ਦੀ ਟੀਮ ਨੂੰ ਐਡਾ ਵੱਡਾ ਚੈੱਕ, ਉਹ ਕਤੇਆ ਦਾ ਬਣਾ ਕੇ ਕਿਹਾ ਇੰਨੇ ਲੱਖ ਦਾ ਚੈੱਕ ਦਿੱਤਾ, ਉੱਡਾ ਇੱਕ ਪ੍ਰਿੰਟ ਕਰਾਓ ਜਿੱਡੇ ਜਿੱਡੇ ਵੱਡੇ ਤੁਸੀਂ ਆਪਣੇ ਹੋਰਡਿੰਗ ਕਰਾਉਣੇ ਹੁੰਦੇ ਆ, ਪੰਜਾਬ ਦੇ ਲੋਕਾਂ ਨੂੰ ਦਿਸੇ ਕਿ ਕੇਂਦਰ ਦੀ ਸਰਕਾਰ ਨੇ ਕੈਪਟਨ ਸਾਹਿਬ ਦੀ ਸਰਕਾਰ ਨੂੰ ਆ ਤਕਰੀਬਨ 1000 ਕਰੋੜ ਰੁਪਈਆ ਇਹਨਾਂ ਤਰੀਕਾਂ ਨੂੰ ਭੇਜਿਆ। ਫਿਰ ਅਸੀਂ ਕੈਪਟਨ ਸਾਹਿਬ ਦੀ ਸਰਕਾਰ ਨੂੰ ਪੁੱਛੀਏ, ਹੁਣ ਨਾ ਤਾਂ ਉਹ ਦੱਸਦੇ ਆ ਕਿ ਭਾਈ ਯਾਰ ਰਸੀਦਾਂ ਪਈਆਂ ਇੰਨੀ ਤਰੀਕ ਨੂੰ ਭੇਜਿਆ, ਨਾ ਉਹ ਕਹਿੰਦੇ ਆਇਆ ਨਹੀਂ, ਇਹ ਕਹਿੰਦੇ ਗਏ। ਫਿਰ ਲੋਕ ਆ ਗਿਆ ਪੰਜਾਬ ਦੇ, ਉਹ ਕਿਤੇ 15-15 ਲੱਖ ਵਾਲੇ ਚੱਕਰ ਤਾਂ ਨਹੀਂ ਆ ਗਿਆ? ਉਹ ਹੋ ਸਕਦਾ ਜੇ ਉਹ ਵੀ ਮਿਲਿਆ ਹੋਇਆ ਤੇ ਥੋੜੇ ਜਿਹੇ ਪਰਿਵਾਰਾਂ ਨੂੰ ਮਿਲਿਆ ਹੋਣਾ ਉੱਤੇ ਕਿਤੇ। ਇਹ ਤੇ ਹੁਣ ਚਲੋ ਹਿਸਾਬ ਤਾਂ ਲਾ ਲੈਣ। ਮੈਂ ਨਾ ਏਡੇ ਚੈੱਕਾਂ ਦੀ ਵੀ ਲੋੜ ਨਹੀਂ। WhatsApp ਅੱਜ ਕੱਲ੍ਹ ਤਾਂ ਸਾਰਾ ਕੁਝ
ਡਿਜੀਟਾਈਜੇਸ਼ਨ ਮੋਦੀ ਸਾਹਿਬ ਨੇ ਕੀਤੀ ਹੈ, ਉਹਨਾਂ ਦੀ ਪਾਰਟੀ ਦੇ ਅਸ਼ਵਨੀ ਸ਼ਰਮਾ ਜੀ ਦੋਸ਼ ਲਾ ਰਹੇ ਆ। ਇੱਕ WhatsApp ਤੇ ਮੈਸੇਜ ਕਰਨਾ ਕਿ ਸਰ ਉਹ ਟ੍ਰਾਂਜੈਕਸ਼ਨ ਦਾ ਮੈਸੇਜ ਬੈਂਕ ਭੇਜਦੀ ਆ, ਉਹ ਆਇਆ ਹੋਣਾ ਤੁਹਾਨੂੰ ਉੱਥੋਂ, ਉਹ ਮੈਨੂੰ ਫਾਰਵਰਡ ਕਰ ਦਿਓ। ਉੱਥੋਂ ਚੱਕ ਕੇ 2 ਵਾਰ ਅੰਗੂਠਾ ਹਿਲਾਈਏ ਤੇ ਸਿੱਧਾ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਪੈ ਜਾਣਾ, ਉੱਥੋਂ ਸਾਰੀ ਦੁਨੀਆ 'ਚ ਸਾਰਿਆਂ ਨੇ ਦੇਖ ਲੈਣਾ। ਪ੍ਰੈਸ ਵਾਲਾ ਅਸੀਂ ਚੱਕ ਲੈਣਾ ਉੱਥੋਂ ਆਪੇ। ਮੈਂ ਉਹੀ ਕਹਿ ਰਿਹਾ ਵੀ ਦੇਖੋ, ਨਾ ਗੱਡੀ 'ਚ ਬਹਿਣ ਦੀ ਲੋੜ, ਨਾ ਡਰਾਈਵਰ ਸੱਦਣ ਦੀ ਲੋੜ, ਨਾ ਕਿਤੇ ਦੂਰ ਜਾਣ ਦੀ ਲੋੜ, ਸਿਰਫ 5-6 ਵਾਰ ਅੰਗੂਠਾ ਇੱਦਾਂ ਕਰਨਾ ਤੇ ਮਸਲਾ ਹੱਲ ਹੋ ਜਾਣਾ। ਮੈਂ ਨਾ ਉਹ ਕਰ ਦੇਣ, ਜਾਂ ਉਹ ਕਰ ਦੇਣ, ਜਾਂ ਫਿਰ ਸਿੱਧੂ ਸਾਹਿਬ ਕਰ ਦੇਣ, ਜਿਹੜੇ ਕਹਿੰਦੇ ਵੀ ਸਾਡੇ ਕੋਲੇ ਆਇਆ ਕੁਝ ਨਹੀਂ। ਨਹੀਂ, ਗੱਲ ਤੁਹਾਡੀ ਠੀਕ ਹੈ। ਹੁਣ ਜਿਨ੍ਹਾਂ ਦੇ ਕੋਲੇ ਆਇਆ, ਮੰਨ ਲਓ ਉਹਨਾਂ ਨੇ ਆਪਣੇ ਸਾਰੇ 11 ਦੇ 11 MP ਸੱਦ ਲਿਆ, ਸੰਸਦ ਮੈਂਬਰ ਕੈਪਟਨ ਸਾਹਿਬ ਨੇ, ਕਿ ਜਿੰਨੇ ਕਾਂਗਰਸ ਪਾਰਟੀ ਦੇ MP ਸਾਹਿਬ ਆ, ਆਓ ਲੰਚ ਕਰਦੇ ਆ। ਆਓ ਨਹੀਂ 11 ਨਾ ਕਹੋ, 8 ਤੇ 3 ਕਹੋ। 8 ਤੇ 3 ਚਲੋ ਇਦਾਂ ਥੋੜਾ ਯਾਰ, ਲੋਕ ਸਭਾ ਰਾਜ ਸਭਾ ਵੱਖੋ ਵੱਖਰੀ ਰੱਖੋ। ਲੋਕੀ ਸੋਚਣ ਲੱਗ ਪੈਣੇ ਵੀ ਯਾਰ 13 ਚੋਂ 11 ਕਿੱਦਾਂ ਹੋ ਸਕਦੇ ਕਾਂਗਰਸ ਦੇ। ਹੁਣ ਜਿੰਨੇ ਵੀ ਆਏ ਉੱਥੇ 4-5 ਚੀਜ਼ਾਂ ਡਿਸਕਸ ਕੀਤੀਆਂ ਗਈਆਂ ਕਿ ਭਾਈ ਕੀ ਕੀਤਾ ਜਾਵੇ ਕਰੋਨਾ ਨੂੰ ਰੋਕਣ ਦੇ ਲਈ। ਸਾਰਾ ਧਿਆਨ ਇੱਧਰਲੇ ਪਾਸੇ। ਉਹਦੇ ਵਿੱਚ ਇੱਕ ਤਾਂ ਬਹੁਤੇ ਮੈਂਬਰ ਪਾਰਲੀਮੈਂਟ ਕਹਿੰਦੇ ਕੈਪਟਨ ਸਾਹਿਬ ਬਾਕੀ ਗੱਲਾਂ ਦੀਆਂ ਗੱਲਾਂ SIT ਬਣਾ ਦਿਓ, SIT ਬਣਾ ਦਿਓ ਤੇ ਸਮਾਂਬੱਧ ਰੱਖਿਓ ਕੰਮ, ਜਾਂਚ ਪੜਤਾਲ। ਵਿਧਾਨ ਸਭਾ ਦੀਆਂ ਵੋਟਾਂ ਸਿਰ ਦੇ ਉੱਤੇ ਖੜੀਆਂ। ਦੂਸਰਾ, ਇਹ ਫੈਸਲਾ ਕੀਤਾ ਗਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਮਿਲੀਏ ਤਾਂ ਸਿਹਤ ਮੰਤਰੀ ਨੂੰ ਵੀ ਮਿਲੀਏ ਤੇ ਉਹਨਾਂ ਤੋਂ ਡਿਮਾਂਡ ਕਰੀਏ ਕਿ ਸਾਨੂੰ ਇੰਨੀ ਆਕਸੀਜਨ ਤੇ ਆਹ ਬਾਕੀ ਦਵਾਈਆਂ ਤੇ ਉਪਕਰਨ ਜ਼ਰੂਰ ਦਿਓ, ਅਸੀਂ ਪੰਜਾਬ ਵਾਲੇ ਕੋਵਿਡ ਦੇ ਨਾਲ ਸਖਤੀ ਨਾਲ ਲੜਨਾ ਚਾਹੁੰਦੇ ਹਾਂ। ਮੁਲਾਕਾਤਾਂ ਕੀਤੀਆਂ ਹੋਣਗੀਆਂ, ਭਲਕ ਨੂੰ ਬਿਆਨ ਦੇਣ ਵਾਲੇ ਬਣ ਕੇ ਅਸੀਂ ਤਾਂ ਮੰਗਿਆ ਸੀ ਜੀ, ਦਿੱਤਾ ਨਹੀਂ। ਫਿਰ ਕਹਿੰਦੇ ਇਸ ਗੱਲ ਦੇ ਉੱਤੇ ਵੀ ਵਿਚਾਰ ਹੋਈ, ਕਿਉਂਕਿ MP ਦਿੱਲੀ ਰਹਿੰਦੇ ਜ਼ਿਆਦਾ, ਕਿ ਅਰਵਿੰਦ ਕੇਜਰੀਵਾਲ ਜਿਸ ਤਰੀਕੇ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਆ ਕਿ ਭਾਈ ਸਾਨੂੰ ਆਹ ਵੀ ਚਾਹੀਦਾ, ਸਾਨੂੰ ਮਿਲਦਾ ਨਹੀਂ ਆਕਸੀਜਨ ਦੇ ਮੁੱਦੇ ਤੇ, ਕਿ ਕਿਉਂ ਨਾ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਦਈਏ ਕਿ ਭਾਈ ਸਾਨੂੰ ਇੰਨੀ ਆਕਸੀਜਨ ਚਾਹੀਦੀ। ਅਸੀਂ ਬਾਰ-ਬਾਰ ਬੇਨਤੀਆਂ ਕੀਤੀਆਂ, ਚਿੱਠੀਆਂ ਲਿਖੀਆਂ, ਟੈਲੀਫੋਨ ਕੀਤੇ, ਮੈਸੇਜ ਕੀਤੇ, WhatsApp। ਇੱਕ ਸਵਾਲ ਮੈਂ ਪੁੱਛ ਲਾਂ, ਮੈਂ ਕਿਹਾ ਵੀ ਮੁੜ ਕੇ ਬਾਅਦ 'ਚ ਵੀ ਲੋਕ ਵੀ ਪੁੱਛਣਗੇ, ਉਹਨੂੰ ਚੰਗਾ ਮੈਂ ਗੱਲ ਕਰ ਲਾਂ। ਅਤੁਲ ਨੰਦਾ ਸਾਹਿਬ ਨੂੰ ਪੁੱਛ ਲਿਆ ਵੀ ਹਾਈ ਕੋਰਟ 'ਚ ਪਵਾ ਦਈਏ ਸਰ, ਕੇਸ ਲੜੋਗੇ ਕਿ ਉਹ ਬਿਮਾਰ ਤਾਂ ਨਹੀਂ ਹੋ ਜਾਣਗੇ, ਢਿੱਲੇ ਹੋ ਜਾਂਦੇ ਉਹ ਨਾ? ਹੁਣ ਅਸੀਂ ਦਿੱਲੀੋਂ ਕਰ ਲਾਂਗੇ, ਮਤਲਬ ਦਿੱਲੀੋਂ 50 ਲੱਖ ਦਾ ਵਕੀਲ ਸੱਦ ਕੇ 2 ਵੱਧ ਵੀ ਦੇਣਾ ਪਿਆ ਦੇ ਦਾਂਗੇ। 1000 ਕਰੋੜ ਜਿਹੜਾ ਅਸ਼ਵਨੀ ਸ਼ਰਮਾ ਸਾਹਿਬ ਕਹਿੰਦੇ ਆਹੀ ਉਹ 'ਚੋਂ ਦੇ ਦਾਂਗੇ ਜੇ ਆਇਆ। ਨਹੀਂ, ਜੇ 50 ਲੱਖ ਦਾ ਉਹ ਵਕੀਲ ਨੂੰ ਦੇਣਾ ਤੇ 50 ਲੱਖ ਦੇ ਸਿਲੰਡਰ ਮੰਗਾ ਲਓ ਯਾਰ। ਮੇਰੇ ਖਿਆਲ ਨਾਲ ਪਲਾਂਟ ਵੀ ਕੋਈ ਨਿੱਕਾ ਮੋਟਾ ਲੱਗ ਹੀ ਜਾਂਦਾ ਹੁਣ, ਇੰਨੇ ਲੱਖਾਂ ਇੰਨੇ ਕੁ ਦਾ ਲੱਗ ਜਾਂਦਾ ਹੁਣ, ਤੇ ਫਿਰ ਉਹ ਜ਼ਿਆਦਾ ਵਧੀਆ ਤਰੀਕਾ ਨਹੀਂ। ਨਹੀਂ ਚਲੋ ਆਪਾਂ ਸਲਾਹ ਥੋੜੀ ਉਹ ਸ਼ਾਮ ਨੂੰ ਗੱਲ ਹੋਈ ਦੱਸਿਓ ਉਹਨਾਂ ਨੂੰ ਜ਼ਰੂਰ। ਹੈ ਨਹੀਂ, ਮੇਰੀ ਗੱਲ ਹੁਣ ਅੱਜ ਕੱਲ੍ਹ ਹੁਣ ਹਟ ਗਈ ਹੈ, ਕਿਉਂਕਿ ਮਾਹੌਲ ਚਾਲ ਮੈਨੂੰ ਇਹੀ ਜਾਪਦਾ ਵੀ ਕੁੱਲ ਮਿਲਾ ਕੇ ਭਾਈ ਸਾਹਿਬ ਆਪੋ ਤਾਂ ਪਈ ਹੈ ਉੱਥੇ, ਕੌਣ ਕਿਸੇ ਨੂੰ ਪੁੱਛਦਾ ਬਾਟ ਸਾਹਿਬ, ਜਿੱਦਾਂ ਕਿ ਮਾਵਾਂ ਪੁੱਤਨੀ ਸਾਹਿਬ ਦੀਆਂ ਬਾਠ ਕਿਹੜੀਆਂ ਗੱਲਾਂ 'ਚ ਪਿਆ ਤੂੰ। ਨਹੀਂ ਚਲੋ ਮੰਨ ਲੈਂਦੇ ਤੁਹਾਡੀ ਗੱਲ, ਪਰ ਇਹ ਚੀਜ਼ ਆ, ਜੇ ਤਾਂ ਇਹ ਹਾਈ ਕੋਰਟ ਵਾਲੇ ਤੇ ਜੇ ਉਹ ਸੁਪਰੀਮ ਕੋਰਟ ਵਾਲੀਆਂ ਖੇਡਾਂ ਖੇਡਣੀਆਂ ਨਾ, ਤੇ ਮੈਨੂੰ ਲੱਗਦਾ ਨਹੀਂ ਵੀ ਇਹ ਇੰਨੀ ਛੇਤੀ ਕਿਸੇ ਪਾਸੇ ਕੰਮ ਨਹੀਂ ਜਿੱਠਿਆ ਜਾਵੇ। ਪਰ ਹਾਂ ਇੱਕ ਗੱਲ ਹੈਗੀ, ਕੁਛ ਉੱਥੇ MP ਸਾਹਿਬਾਨ ਈਵਨ ਜ਼ਿਆਦਿਆਂ ਨੇ ਇਸ ਚੀਜ਼ ਦੀ ਵੀ ਹਮਾਇਤ ਕੀਤੀ। ਉਹ ਕਹਿੰਦੇ ਵੀ ਭਾਈ ਸਾਹਿਬ ਮੁਕੰਮਲ ਲਾਕਡਾਊਨ ਲਾਉਣਾ ਪੈਣਾ ਆਪਾਂ ਨੂੰ, ਆਪਾਂ ਲਾ ਲਈਏ। ਰਹੀ ਗੱਲ ਲੋਕਾਂ ਦੀ, ਲੋਕਾਂ ਨੂੰ ਕੁਛ ਨਾ ਕੁਛ ਆਰਥਿਕ ਮਦਦ ਕਰ ਦਈਏ, ਜਿਨ੍ਹਾਂ ਨੂੰ ਜਿੱਥੇ ਜਿੱਥੇ ਲੋੜ ਹੈ ਉੱਥੇ ਉਹਨਾਂ ਦੀ ਮਦਦ ਹੋਵੇ। ਸਰਕਾਰ ਨੂੰ ਇੱਦਾਂ ਲੱਗੇ ਵੀ ਅਸੀਂ ਤੁਹਾਡੇ ਨਾਲ ਹਾਂ, ਤੇ ਲੋਕਾਂ ਨੂੰ ਅਹਿਸਾਸ ਹੋਏ ਕਿ ਯਾਰ ਸਰਕਾਰ ਸਾਡੇ ਬਾਰੇ ਸੋਚਦੀ ਹੈ, ਕੋਈ ਗੱਲ ਨਹੀਂ ਥੋੜ੍ਹੇ ਦਿਨ ਆਪਾਂ ਅੰਦਰ ਰਹਿ ਲਈਏ, ਸ਼ਾਇਦ ਆਪਾਂ ਬਾਜੀ। ਇਹ ਸਲਾਹ ਹੋਈ ਆ ਉੱਥੇ ਹੁਣ? ਨਹੀਂ ਬਿਲਕੁਲ। ਦੇਖੋ ਮੈਂ ਕਹਿੰਦਾ ਕਿ ਜੇ ਇੱਦਾਂ ਦੀ ਸਲਾਹ ਹੋਈ ਹੈ ਕੋਈ ਗੱਲ ਨਹੀਂ, ਗੱਲਬਾਤ ਜਿਹੜੀ ਹੈ ਅਗਲੇ ਪਾਸੇ ਨੂੰ ਚੱਲ ਜਾਂਦੀ ਹੁੰਦੀ ਹੈ। ਪਰ ਨਾਲ ਦੀ ਨਾਲ ਇਹ ਗੱਲ ਸਾਨੂੰ ਚੰਗੇ ਤਰੀਕੇ ਚੇਤੇ ਰੱਖਣੀ ਪਊਗੀ ਕਿ ਲਾਕਡਾਊਨ ਠੀਕ ਹੈ, ਲਾਉਣਾ ਲਾ ਦਿਓ, ਕਿਉਂਕਿ ਸਰਕਾਰਾਂ ਦੀ ਆਪਣੀ ਮਰਜ਼ੀ ਹੈ ਤੇ ਜੋ ਉਹਨਾਂ ਨੂੰ ਮਾਹਿਰ ਸਲਾਹ ਦਿੰਦੇ ਆ। ਪਰ ਉਹਦੇ ਤੋਂ ਪਹਿਲਾਂ ਇਸ ਗੱਲ ਦਾ ਖਿਆਲ ਰੱਖਣਾ ਕਿ ਪੰਜਾਬ ਦੇ ਲੋਕਾਂ ਨੂੰ ਆਟਾ ਵੀ ਚਾਹੀਦਾ, ਦਾਲ ਵੀ ਚਾਹੀਦੀ ਹੈ, ਖੰਡ ਵੀ ਚਾਹੀਦੀ ਹੈ ਤੇ ਲੋੜੀਂਦੀਆਂ ਚੀਜ਼ਾਂ। ਪਿਛਲੀ ਵਾਰ ਦਾ ਮੈਨੂੰ ਚੇਤਾ ਕਿ ਦਿੱਤਾ ਸੀ ਸਮਾਨ, ਪਰ ਉਦੋਂ ਪਹਿਲਾਂ ਤਾਂ ਇਹ ਨਹੀਂ ਸੀ ਸਮਝ ਆਉਂਦੀ ਕਿ ਦਾਲ ਕਿੱਥੋਂ ਲੈਣੀ ਹੈ। ਜਦੋਂ ਦਾਲ ਆ ਗਈ ਸੀ ਫਿਰ ਜਿਨ੍ਹਾਂ ਨੇ ਗਾਹਾਂ ਵੰਡਣੀ ਉਹਨਾਂ ਨੂੰ ਖੁੱਲੀ ਦੇ ਦਈਏ ਕਿ ਪੈਕ ਕਰਕੇ ਦਈਏ। ਜੇ ਪੈਕ ਕਰਨਾ ਤਾਂ ਥੈਲੀਆਂ ਕਿੱਥੋਂ ਸਵਾਉਣੀਆਂ ਹੈ, ਜੇ ਥੈਲੀਆਂ ਸਵਾਉਣੀਆਂ ਜਾਂ ਪੈਕਟ ਲਿਆਉਣੇ ਆ ਤਾਂ ਉਹਨਾਂ ਦੇ ਲਈ ਰਾ ਮਟੀਰੀਅਲ ਕਿੱਥੋਂ ਲਿਆਉਣਾ ਹੈ, ਉਹਦੇ ਲਈ ਫੰਡ ਕਿੱਥੋਂ ਲਿਆਉਣਾ ਹੈ, ਇੰਨੀ ਛੇਤੀ ਉਹ ਸਾਰਾ ਕੁਝ ਸਿਉਂ ਕਿਵੇਂ ਹੋਊਗਾ। ਪਿਛਲੀ ਵਾਰੀ ਤਾਂ ਜੇਲ੍ਹਾਂ ਦੇ ਵਿੱਚੋਂ ਵੀ ਸਵਾਇਆ ਗਿਆ ਸੀ, ਇਹ ਮੈਨੂੰ ਚੰਗੇ ਤਰੀਕੇ ਚੇਤਾ ਹੈ। ਇਸ ਕਰਕੇ ਠੀਕ ਹੈ, ਤੁਸੀਂ 5-7 ਦਿਨਾਂ ਦੇ ਬਾਅਦ ਜੇ ਕੋਈ ਇਦਾਂ ਦਾ ਮਸਲਾ ਕਰਨਾ ਹੈ, ਅਸੀਂ ਨਹੀਂ ਕਹਿੰਦੇ ਕਿ ਭਾਈ ਆਮ ਲੋਕ ਠੂਠਾ ਫੜ ਕੇ ਤੁਹਾਡੇ ਕੋਲੋਂ ਖੁਰਾਕ ਮੰਗਣ, ਪਰ ਜੇ ਤੁਹਾਨੂੰ ਲੱਗਦਾ ਕਿ ਕੋਈ ਹੱਲ ਨਹੀਂ ਤਾਂ ਇਹਨਾਂ ਚੀਜ਼ਾਂ ਦਾ ਪਹਿਲਾਂ ਖਿਆਲ ਰੱਖ ਲਿਓ ਕਿ ਹਰ ਇੱਕ ਬੰਦਾ ਆਨਲਾਈਨ ਅਪਲਾਈ ਕਰਕੇ ਪਾਸ ਲੈਣ ਜੋਗਾ ਨਹੀਂ ਹੁੰਦਾ ਕਿ ਮੈਂ ਡਾਕਟਰ ਦੇ ਕੋਲੋਂ ਦਵਾਈ ਲੈਣੀ ਹੈ। ਹਰ ਇੱਕ ਬੰਦੇ ਦੇ ਕੋਲੇ WhatsApp ਨਹੀਂ ਹੈਗਾ ਕਿ ਉਹ ਕਰਿਆਨੇ ਵਾਲੇ ਨੂੰ ਫੋਨ ਜਿਹੜਾ ਮੈਸੇਜ ਕਰ ਦੂਗਾ ਕਿ ਮੈਨੂੰ ਭਾਈ ਅੱਧ ਪਾ ਚਾਹ ਪੱਤੀ, ਅੱਧਾ ਕਿਲੋ ਖੰਡ ਤੇ ਅੱਧਾ ਕਿਲੋ ਫਲਾਨੀ ਦਾਲ ਚਾਹੀਦੀ ਹੈ। ਤੇ ਨਾਲ ਦੀ ਨਾਲ ਹਰ ਇੱਕ ਬੰਦਾ ਮੈਡੀਕਲ ਸਟੋਰ ਵਾਲੇ ਨੂੰ ਮੈਸੇਜ ਕਰਨ ਜੋਗਾ ਨਹੀਂ ਹੁੰਦਾ, ਕਿਉਂਕਿ ਅਗਲਾ ਲਿਖ ਦੂਗਾ ਕਿ ਭਾਈ ਮੈਨੂੰ ਆਹ ਦਵਾਈ ਚਾਹੀਦੀ ਆ, ਪਰ ਜੋ MG ਹੁੰਦਾ ਥੱਲੇ ਉਹ ਨਹੀਂ ਪਤਾ ਹੁੰਦਾ ਮੇਰੇ ਵਰਗੇ ਨੂੰ ਕਿ ਕਿੰਨਾ। ਇਸ ਕਰਕੇ ਉਹਨਾਂ ਸਾਰੀਆਂ ਚੀਜ਼ਾਂ ਦਾ ਅਗਾਊਂ ਖਿਆਲ ਰੱਖ ਲਈਏ ਤਾਂ ਚੰਗਾ। ਇੱਕ ਚੀਜ਼ WhatsApp ਯਾਰ ਮੈਨੂੰ ਸਮਝ ਨਹੀਂ ਆਉਂਦੀ ਹੁੰਦੀ, ਜਿਹੜਾ ਸਰਕਾਰਾਂ ਦਾ ਆਹ ਵਾਲਾ ਡਰਾਮਾ, ਇਹ ਹੋਣ ਵਾਲੀ ਦਾ ਵੀ, ਇਸ ਤੋਂ ਪਿਛਲੀ ਦਾ ਵੀ ਸੀ, ਇਕੱਲੇ ਪੰਜਾਬ 'ਚ ਨਹੀਂ ਪੰਜਾਬੋਂ ਬਾਹਰ ਵੀ ਆ, ਫੋਟੋ ਵਾਲਾ ਕੰਮ।
ਹੁਣ ਮੰਨ ਲਓ ਵੀ ਪਿਛਲੀ ਵਾਰ ਵੀ ਜਦੋਂ ਕੰਮ ਸੀਗਾ ਉਦੋਂ ਵੀ ਇਸੇ ਕਰਕੇ ਕੰਮ ਲੇਟ ਹੋ ਗਿਆ ਵੀ ਬੋਰੀਆਂ ਤੇ ਫੋਟੋ ਨਹੀਂ ਲੱਗੀ, ਇਹਦੇ ਵੀ ਨਾ ਹੁਣ ਵੀ ਜੇ ਆਪਾਂ ਬੋਰੀਆਂ ਤੇ ਫੋਟੋ ਛਾਪਣ ਤੇ ਟਾਈਮ ਲਾਉਣਾ ਤੇ ਉਸ ਤੋਂ ਬਾਅਦ ਫਿਰ ਇੱਕੋ ਜਗ੍ਹਾ ਤੋਂ ਛਪਵਾ ਕੇ ਇੱਕੋ ਜਗ੍ਹਾ ਤੇ ਪੈਕ ਕਰਕੇ ਫਿਰ ਉਹਨੂੰ ਥਾਂ ਥਾਂ ਭੇਜਣਾ, ਕੀ ਉੱਤੇ ਕੋਈ ਖਰਚਾ ਨਹੀਂ ਆਊਗਾ? ਜੇ 222 ਕਰੋੜ ਰੁਪਈਆ 53 ਲੱਖ ਬੂਟੇ ਲਾਉਣ ਦੇ ਲਈ ਲੱਗ ਸਕਦਾ ਸਰਕਾਰੀ ਹਿਸਾਬ ਨਾਲ, ਤੇ ਸਰਕਾਰੀ ਹਿਸਾਬ ਨਾਲ ਬੋਰੀਆਂ ਖਰੀਦ ਕੇ ਫੋਟੋਆਂ ਛਾਪ ਕੇ ਇੱਕੋ ਥਾਂ ਤੋਂ ਖਰੀਦ ਕੇ ਫਿਰ ਟਰਾਂਸਪੋਰਟੇਸ਼ਨ ਪਾ ਕੇ ਉੱਤੇ ਕਿੰਨਾ ਆਊਗਾ ਆਪਾਂ ਆਪ ਹਿਸਾਬ ਲਾ ਸਕਦੇ। ਉਹਦਾ ਇੱਕ ਸੌਖਾ ਹੱਲ ਮੇਰੇ ਦਿਮਾਗ 'ਚ ਆਉਂਦਾ ਸੀ। ਹੁਣ ਇਹ ਤਾਂ ਗੱਲ ਪੱਕੀ ਆ ਵੀ ਕੈਪਟਨ ਸਾਹਿਬ ਨੇ ਇਕੱਲੇ ਪਿੰਡ ਦੀ ਇਕੱਲੀ ਪੱਤੀ 'ਚ ਜਾ ਕੇ ਬੂਹਾ ਖੜਕਾ ਕੇ ਨੇ ਕਹਿਣਾ ਵੀ ਹਾਂ ਵੀ ਮਹਿੰਗਾ ਸਿਆ ਘਰ ਹੀ ਆ, ਉਹਨੇ ਹਾਂਜੀ ਘਰ ਆ ਲੈ ਫੜ ਤੇਰਾ ਝੋਲਾ, ਇੱਦਾਂ ਤਾਂ ਨਹੀਂ ਨਾ ਹੋਣਾ। ਇਹ ਤਾਂ ਗੱਲ ਕਲੀਅਰ ਹੈ ਕਿ ਵੀ ਜਿਹੜਾ ਢਾਂਚਾ ਹੈ ਇਸ ਵਕਤ ਜੇ ਕਾਂਗਰਸ ਪਾਰਟੀ ਰਾਜ ਕਰਦੀ ਹੈ ਤੇ ਉਹਨਾਂ ਨੇ ਵਰਤਾਉਣਾ, ਜੇ ਪਹਿਲਾਂ ਅਕਾਲੀਆਂ ਦੀ ਹੁੰਦੀ ਤੇ ਉਹਨਾਂ ਨੇ ਵਰਤਾਉਣਾ ਸੀ। ਹੁਣ ਜਿਹੜਾ ਢਾਂਚਾ ਉੱਪਰੋਂ ਜੇ ਪੈਸਾ ਤੁਰਨਾ ਤੇ ਐਂਡ ਤੇ ਜਾ ਕੇ ਉੱਪਰ ਵੰਡਣਾ ਉਹਨਾਂ ਦੇ ਬੰਦਿਆਂ ਨੂੰ, ਵੀ ਜਿਹੜੇ ਪਿੰਡ 'ਚ ਉਹਨਾਂ ਦੀ ਪੰਚਾਇਤ ਹੈ ਤੇ ਸਰਪੰਚ ਵੰਡ ਦੂਗਾ, ਜੇ ਉਹਨਾਂ ਦਾ ਬੰਦਾ ਉੱਥੇ ਹਾਰਿਆ ਤੇ ਫਿਰ ਦੂਜੀ ਧਿਰ ਵਾਲਾ ਵੰਡ ਦੂਗਾ, ਵੀ ਆਪਣੇ ਬੰਦਿਆਂ ਕੋਲੋਂ ਵੰਡਾਉਣਾ। ਕਿਉਂਕਿ ਕੱਲ੍ਹ ਨੂੰ ਜਦੋਂ MLA ਨੂੰ ਕਹਿਣਾ ਤੇ MLA ਨੇ ਵੀ ਉਹਨਾਂ ਨੂੰ ਕਹਿਣਾ ਵੀ ਵੋਟਾਂ ਭਾਈ ਸਾਹਿਬ ਹੁਣ ਲੋਕਾਂ ਨੂੰ ਕਹੋ ਜਿਹਨਾਂ ਨੂੰ ਰਾਸ਼ਨ ਦੇ ਕੇ ਆਏ ਸੀ। ਉਹਦੇ ਨੂੰ ਚੰਗਾ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਸਿੱਧੇ ਜਿਹੜੇ ਪੈਸੇ ਉਹ ਟਰਾਂਸਫਰ ਕਰ ਦਿੱਤੇ ਜਾਣ, ਵੀ ਭਾਈ ਸਾਹਿਬ ਉੱਥੋਂ ਲਾਗੋਂ ਚੀਜ਼ ਲੈ ਲਿਓ, ਲਿਫਾਫੇ 'ਚ ਪਵਾ ਕੇ ਤੇ ਟਾਈਮ ਨਾਲ ਪੁੱਜਦੀ ਕਰ ਦਿਓ। ਇੱਕ ਤੇ ਟਾਈਮ ਨਾਲ ਅਗਲੇ ਨੂੰ ਚੀਜ਼ ਮਿਲ ਗਈ, ਦੂਜਾ ਪੈਸੇ ਸਿੱਧੇ ਠਾਂ ਤੱਕ ਚਲ ਗਏ, ਤੀਸਰਾ ਜਿਹੜਾ ਵਿੱਚੋਂ ਕੁੰਡੀ ਲੱਗਣ ਵਾਲਾ ਕੰਮ ਸੀਗਾ ਉਹਦਾ ਬਚਾਅ ਹੋ ਗਿਆ, ਤੇ ਚੌਥਾ ਜਿਨ੍ਹਾਂ ਨੂੰ ਪੈਸੇ ਪਾਏ ਜਾਣਗੇ ਉਹਨੂੰ ਰਿਸਪੌਂਸੀਬਲ ਵੀ ਰੱਖਿਆ ਜਾਊ ਵੀ ਵੀਰ ਇੰਨੇ ਲੱਖ ਭੇਜਿਆ ਹੀ, ਇਹਦਾ ਹੁਣ ਕੱਲ੍ਹ ਨੂੰ ਇਹ ਵੋਟਾਂ 'ਚ ਹਿਸਾਬ ਲੈਣਾ, ਜੋ ਕਿ ਉਹਨਾਂ ਨੇ ਲੈਣਾ ਹੀ ਹੈ। ਮੈਂ ਐਵੇਂ ਕਹਾਂ ਵੀ ਹਾਂਜੀ ਇਹ ਸੇਵਾ ਹੈ, ਸੇਵਾ ਸੂਵਾ ਰਾਜਨੀਤੀ 'ਚ ਕੋਈ ਨਹੀਂ ਹੁੰਦੀ, ਇਹ ਤਾਂ ਗੱਲ ਕਲੀਅਰ ਹੈ। ਉਹ ਜ਼ਿਆਦਾ ਵਧੀਆ ਤਰੀਕਾ ਨੇ ਵੀ ਐਵੇਂ ਬੋਰੀਆਂ ਤੇ ਫੋਟੋਆਂ ਛਾਪਣ 'ਚ ਟਾਈਮ ਵੇਸਟ। ਤੁਹਾਡੇ ਵਰਗੇ ਬੰਦੇ ਨਹੀਂ ਟਿਕਣ ਦਿੰਦੇ, ਤੁਸੀਂ ਆ ਟੀਵੀ ਤੇ ਸਲਾਹ ਕੇ ਹੋਰ ਦੇ ਜਾਂਦੇ, ਸ਼ਾਮ ਨੂੰ ਟੈਲੀਫੋਨ ਜਾ ਕੇ ਹੋਰ ਕਰ ਦੇਣਾ। ਨਹੀਂ ਮੈਂ ਛੱਡਤਾ ਜੀ, ਉਹ ਤਾਂ ਤੁਸੀਂ ਕਹਿੰਦੇ ਹੋ ਨਾ, ਤੁਸੀਂ ਛੱਡ ਨਹੀਂ ਦਿੱਤਾ, ਤੁਸੀਂ ਘਟਾਤਾ ਕਿਉਂਕਿ ਇਲੈਕਸ਼ਨ ਨੇੜੇ ਆ ਗਈ। ਤੁਸੀਂ ਦੋਨੇ ਪਾਸੇ ਹੱਥ ਰੱਖਣਾ ਕਿ ਜਿਹਦੀ ਸਰਕਾਰ ਬਣ ਗਈ ਮੁੜ ਕੇ 5 ਸਾਲ ਬੁੱਲੇ ਲੁੱਟਾਂਗੇ। ਹੁਣ ਹੋਣਾ ਕੀ ਹੈ? ਤੁਹਾਡੇ ਵਰਗੇ ਬੰਦੇ ਸ਼ਾਮ ਨੂੰ ਪਤਾ ਕੀ ਸਲਾਹ ਦਿੰਦੇ ਹੁੰਦੇ ਆ ਜੀ, ਥੈਲੀ ਤੇ ਫੋਟੋ ਨਾ ਛਪਾਇਓ, ਕੈਪਟਨ ਸਾਹਿਬ ਜੀ, ਬਾਦਲ ਸਾਹਿਬ ਜੀ, ਭਗਵੰਤ ਸਾਹਿਬ ਜੀ, ਢੀਂਡਸਾ ਸਾਹਿਬ ਜੀ, ਅਸ਼ਵਨੀ ਸ਼ਰਮਾ ਸਾਹਿਬ ਜੀ, ਨਾ ਥੈਲੀ ਤੇ ਫੋਟੋ ਨਹੀਂ ਛਪਾਉਣੀ ਤੁਸੀਂ, ਕਿਉਂਕਿ ਥੈਲੀ ਤਾਂ ਅਗਲਿਆਂ ਨੇ ਪਹਿਲੇ ਦਿਨ ਹੀ ਪਾੜ ਕੇ ਤਾਂ ਉਹ ਡਰਮ ਦੇ ਵਿੱਚ ਜਾਂ ਪੀਪੇ 'ਚ ਢੇਰੀ ਕਰ ਲੈਣੀ ਆ, ਤੁਹਾਡਾ ਕਿਸੇ ਨੂੰ ਚੇਤਨ ਰਹਿਣਾ। ਤੁਸੀਂ ਦਾਣਿਆਂ ਤੇ ਨਾਲ ਲਿਖਾਉਣਾ ਹੈ। ਜੇ ਕੱਪ ਦੇ ਉੱਤੇ ਫੋਟੋ ਛਪ ਸਕਦੀ ਹੈ ਕੱਪ ਦੇ ਉੱਤੇ, ਤਾਂ ਫਿਰ ਮੁੜ ਕੇ ਨਾਲ ਹੀ ਤੁਸੀਂ ਪਤਾ ਕਹਿਣਾ, ਜਦੋਂ ਦਾਣਿਆਂ ਦੇ ਉੱਤੇ ਨਾਂ ਲਿਖਾਉਣਾ ਤੇ ਹੰਸਰਾਜ ਹੰਸ ਦਾ ਚੇਤਾ ਨਹੀਂ ਭੁੱਲਣਾ, ਨਾਲ ਹੀ ਗਾਉਣਾ ਹੈ ਤੇਰਾ ਕੱਲੇ ਦਾਣੇ ਉੱਤੇ ਨਾਂ ਲਿਖਿਆ। ਇੱਕ ਹੋਰ ਵੀ ਸੀ ਪੁਰਾਣਾ ਗਾਣਾ, ਕਿਹੜਾ? ਤੇਰਾ ਲਿਖ ਦੂੰਗਾ ਦਾਣਿਆਂ ਤੇ ਨਾਂ, ਹੈ ਨਾ। ਪਰ ਜੋ ਵੀ ਆ ਬਾਟ ਸਾਹਿਬ, ਇਹ ਇੱਕ ਗੱਲ ਤੇ ਪੱਕੀ ਹੈ ਵੀ ਕਿਤੇ ਨਾ ਕਿਤੇ ਜਿਹੜਾ ਮੀਟਰ ਲੱਗਾ ਨਾ, ਜਿਹੜੀ ਸੰਵਿਧਾਨੀ ਫਿੱਟ ਹੈ ਸਾਡੇ ਵਾਲੇ ਲੀਡਰਾਂ 'ਚ ਜਾਂ ਉਹਨਾਂ ਦੇ ਸਲਾਹਕਾਰਾਂ 'ਚ, ਉਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ, ਉਹਨੂੰ ਤੁਸੀਂ ਵੋਟ 'ਚੋਂ ਨਹੀਂ ਕੱਢ ਸਕਦੇ। ਮੇਰੇ ਖਿਆਲ ਨਾਲ ਜੇ ਵੋਟ 'ਚੋਂ ਨਿਕਲਣ ਲੱਗ ਪੈਣ ਉਹ ਇੱਕ ਵਾਰ ਉਹ ਥੋੜ੍ਹਾ ਜਿਹਾ ਲੋਕਾਂ ਵੱਲ ਦੇ ਹੋ ਜਾਣ, ਤੇ ਯਾਰ ਲੋਕਾਂ ਨੂੰ ਕਿਤੇ ਚਾਹ ਥੋੜ੍ਹਾ ਚੜਿਆ ਵੀ ਹਰੇਕ ਥਾਂ 'ਤੇ ਵਿਰੋਧ ਕਰੀ ਜਾਣ। ਹੁਣ ਜਿੱਦਾਂ ਆਪਾਂ ਇੱਕ ਜ਼ਿਕਰ ਕਰਾਂ ਮੈਂ, ਚੜੂਨੀ ਸਾਹਿਬ, ਗੁਰਨਾਮ ਸਿੰਘ ਚੜੂਨੀ ਕਿੱਡਾ ਸਖਤ ਲੀਡਰ ਹੈ ਕਿਸਾਨਾਂ ਦਾ। ਮੇਰੇ ਖਿਆਲ ਨਾਲ ਖੱਟਰ ਸਾਹਿਬ ਦੇ ਨਾਲ, ਜੇ ਖੱਟਰ ਸਾਹਿਬ ਨੂੰ ਸਭ ਤੋਂ ਵੱਧ ਕਿਤੇ ਸੁਪਨੇ 'ਚ ਵੀ ਡਰ ਲੱਗਦਾ ਹੋਊ ਤੇ ਉਹ ਸਰਦਾਰ ਤੋਂ ਲੱਗਦਾ ਹੋਣਾ ਵੀ ਯਾਰ ਤੇਰਾ ਭਲਾ ਹੋ ਜੇ, ਉਹ ਫਿਰ ਨਾ ਕੋਈ ਬਿਆਨ ਦੇ ਦੇ, ਹੈ ਨਾ। ਹੁਣ ਕੱਲ੍ਹ ਤੱਕ ਅਜੇ ਉਹਨਾਂ ਦਾ ਪੇਚਾ ਪਿਆ ਸੀ, ਹੁਣ ਉਹ ਬੰਦਾ ਕਹਿੰਦਾ ਵੀ ਜੇ ਹਰਿਆਣਾ ਸਰਕਾਰ ਨੂੰ ਲੋੜ ਆ ਨਾ ਭਾਈ ਕਿਸੇ ਥਾਂ 'ਤੇ ਬੈੱਡ ਘੱਲਣਾ, ਆਕਸੀਜਨ ਸਿਲੰਡਰ ਘੱਲਣਾ, ਕੋਈ ਸਮੱਗਰੀ ਘੱਲਣੀ, ਕੁਛ ਚਾਹੀਦਾ ਅਸੀਂ ਹਾਜ਼ਰ ਹਾਂ, ਬਸ ਸਾਨੂੰ ਦੱਸ ਦਿਓ, ਸਾਡੇ ਟਰੈਕਟਰ ਟਰਾਲੀਆਂ ਉਹ ਆਪ ਛੱਡ ਕੇ ਆਉਣਗੇ, ਨਾ ਅਸੀਂ ਤੁਹਾਡੇ ਕੋਲੋਂ ਤੇਲ ਲਈਏ ਨਾ ਕੋਈ ਖਰਚਾ ਲਈਏ, ਬਸ ਅਸੀਂ ਮਦਦ ਕਰਨੀ ਆ ਵੀ ਇਸ ਵਕਤ ਲੋਕਾਂ ਨੂੰ ਲੋੜ ਹੈ ਤੇ ਸਰਕਾਰ ਕੋਲੇ ਤੰਤਰ ਹੈ ਨਹੀਂ, ਅਸੀਂ ਤੁਹਾਡਾ ਉਹ ਫ੍ਰੀ ਆਫ ਕਾਸਟ ਤੰਤਰ ਬਣਨ ਨੂੰ ਤਿਆਰ, ਅਸੀਂ ਸੇਵਾ ਕਰਨ ਨੂੰ ਤਿਆਰ ਹਾਂ। ਪਰ ਇਹ ਨਾ ਸਮਝੋ ਵੀ ਇਸ ਤੰਤਰ ਦਾ ਕਰਕੇ ਤੁਹਾਡੇ ਨਾਲ ਕੋਈ ਯਾਰੀ ਹੈ, ਕੇਂਦਰ ਸਰਕਾਰ ਨਾਲ ਰੱਟਾ ਉਸੇ ਤਰ੍ਹਾਂ ਰਹਿਣਾ। ਹੁਣ ਜੇ ਲੋਕ ਇੱਦਾਂ ਵੀ ਸੋਚ ਸਕਦੇ ਆ ਤੇ ਵੀ ਯਾਰ ਸਰਕਾਰਾਂ ਵੀ ਕਿਤੇ ਮਾੜਾ ਮੋਟਾ ਇੱਕ ਅੱਧਾ ਦਿਨ ਆਪਣਾ ਮੀਟਰ ਘੁਮਾ ਲੈਣ ਤੇ ਕੀ ਫਰਕ ਪੈ ਜੀ। ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਲੋਕਾਂ ਦੀ ਹਮਾਇਤ ਲੈਣ ਦਾ ਇਹਦੇ ਤੋਂ ਚੰਗਾ ਢੰਗ ਤਰੀਕਾ ਕੋਈ ਨਹੀਂ ਹੁੰਦਾ। ਲੋਕਾਂ ਨੂੰ ਅਸਲ ਦੇ ਵਿੱਚ ਆਪਣੇ ਪਰਾਏ ਦਾ ਫਰਕ ਪਤਾ ਲੱਗਦਾ। ਜਦੋਂ ਲੋਕਡਾਊਨ ਦੀ ਚਰਚਾ ਚੱਲੀ ਸੀ, ਮਜ਼ਦੂਰ ਘਰੋਂ ਬੇਘਰ ਹੋਏ ਸੀ, ਤਾਂ ਉਦੋਂ ਲੰਗਰ ਪ੍ਰਸ਼ਾਦਾ ਕਿਸਾਨ ਕਹਿੰਦੇ ਕੋਈ ਨਹੀਂ ਅਸੀਂ ਦਿੰਨੇ ਆ, ਸਿਰ ਤੇ ਛੱਤ ਹੈ ਨਹੀਂ, ਕਿਰਾਏ ਦੇ ਕਮਰਿਆਂ 'ਚ ਰਹਿ ਨਹੀਂ ਸਕਦੇ, ਕਹਿੰਦੇ ਸੀ ਇੱਥੇ ਆ ਜਾਓ ਬੈਠੋ ਸਾਡੇ ਕੋਲੇ, ਗੱਲ ਕਿਹੜੀ ਹੈ। ਇਹਦੇ ਤੋਂ ਬਾਅਦ ਤੁਸੀਂ ਦੇਖੋ ਅੱਗੇ, ਜਦੋਂ ਸਾਰੇ ਦੇਸ਼ ਦੇ ਵਿੱਚ ਰੁਜ਼ਗਾਰ ਘਟ ਗਿਆ, ਉਹ ਕਹਿੰਦੇ ਸੀ ਆਓ ਝੌਂਪੜੀਆਂ ਛੰਨਾ ਬਣਾਓ, ਇੱਥੇ ਪੈਸੇ ਦਿੰਨੇ ਆ, ਕੀ ਕੁਛ ਨਹੀਂ ਹੋਇਆ। ਆਲੇ ਦੁਆਲੇ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਹੋਵੇ ਜਾਂ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਣ ਦੀ ਗੱਲ ਹੋਵੇ, ਸਾਰਾ ਕੁਝ ਪਤਾ ਲੱਗਾ। ਜਾਮ ਲਾਇਆ, ਲੋਕ ਸੜਕਾਂ ਦੇ ਉੱਤੇ ਰੁਕੇ, ਮਜਬੂਰੀ 'ਚ ਰੁਕੇ, ਲੰਗਰ ਪ੍ਰਸ਼ਾਦਾ, ਖੀਰ, ਸਭ ਕੁਝ, ਪਾਣੀ ਜੋ ਚਾਹੀਦਾ ਚੱਕੋ ਛਕੋ, ਚਾਹ ਛਕੋ। ਹੁਣ ਉਹਦੇ ਤੋਂ ਬਾਅਦ ਆਕਸੀਜਨ ਦੇ ਸਿਲੰਡਰਾਂ ਦਾ ਰੌਲਾ ਸੀ, ਵੀਡੀਓ ਬਣਾ ਕੇ ਜਿਹੜਾ ਵੀ ਟੈਂਕਰ ਫਸਦਾ ਸੀ ਆਪ ਕਢਾ ਕੇ ਆਉਂਦੇ ਸੀ ਕਿ ਭਾਈ ਆਹ ਦੇਖੋ ਕਿਸਾਨ ਅੰਦੋਲਨ ਦੇ ਵਿੱਚੋਂ ਨਿਕਲ ਗਿਆ, 1 ਫੁੱਟ ਨਹੀਂ ਫਸਣ ਦਿੱਤਾ, 1 ਮਿੰਟ ਨਹੀਂ ਜਾਇਆ ਹੋਣ ਦਿੱਤਾ। ਉਹਦੇ ਤੋਂ ਬਾਅਦ ਹੁਣ ਆਹ ਜਿਹੜਾ ਮਸਲਾ ਹੈ ਸਾਰੇ ਦੇਸ਼ ਦੇ ਵਿੱਚ ਇੱਕੋ ਹੀ ਰੌਲਾ ਚੱਲਦਾ, ਸਾਡੀ ਕੇਂਦਰ ਦੀ ਸਰਕਾਰ ਖੁਦ ਕਹਿ ਚੁੱਕੀ ਹੈ ਆਕਸੀਜਨ ਬਹੁਤ ਹੈ, ਡਿਸਟ੍ਰੀਬਿਊਸ਼ਨ ਦੀ ਸਮੱਸਿਆ ਹੈ ਕਿ ਵੇਲੇ ਸਿਰ ਵੰਡ ਨਹੀਂ ਹੁੰਦੀ। ਆ ਵਿਦੇਸ਼ਾਂ ਤੋਂ ਸਮਾਨ ਆਇਆ, ਸਮਾਨ ਹੈਗਾ, ਡਿਸਟ੍ਰੀਬਿਊਸ਼ਨ ਦੀ ਸਮੱਸਿਆ। ਉਹ ਕਹਿੰਦੇ ਟਰੈਕਟਰ ਟਰਾਲੀਆਂ ਸਾਡੇ ਖੜੇ ਆ, ਦਿੱਲੀ ਦੀਆਂ ਬਰੂਹਾਂ ਤੇ ਖੜੇ ਆ,
ਦਿੱਲੀ ਵਾਲੇ ਕਹਿੰਦੇ ਕਿ ਆਕਸੀਜਨ ਘੱਟ ਹੈ, ਹਰਿਆਣੇ ਹਿਮਾਚਲ 'ਚ ਲਿਆਉਣੀ ਆ, ਤੁਸੀਂ ਇੱਕ ਵਾਰੀ ਕਹੋ ਸਹੀ। ਜਿਹੜੇ ਟਰੈਕਟਰ ਟਰਾਲੀ ਹਰ 10 ਦਿਨਾਂ ਦੇ ਬਾਅਦ ਦਿੱਲੀ ਨੂੰ ਗੇੜਾ ਲਾ ਸਕਦੇ ਆ, ਪੱਟੀਆਂ ਹੋਈਆਂ ਸੜਕਾਂ ਨੂੰ ਪੂਰ ਕੇ ਲੰਘ ਸਕਦੇ ਆ, ਜਾਂ ਖੇਤਾਂ ਦੇ ਵਿੱਚ ਦੀ ਐਂ ਲੰਘ ਸਕਦੇ ਆ, ਜਾਂ ਪਾਣੀ ਦੀਆਂ ਵਿਛਾੜਾਂ ਦੇ ਕੋਲ ਦੀ ਲੰਘ ਸਕਦੇ ਆ, ਆਕਸੀਜਨ ਹੋਰ ਯੰਤਰ ਉਹ ਲੈ ਕੇ ਨਾ ਲੰਘਣਗੇ, ਆਪੇ ਹੀ ਲੰਘਣਗੇ। ਤੇਲ ਕੋਲੋਂ ਪਵਾਉਣਾ, ਤੁਹਾਡਾ ਤਾਂ ਕੱਖ ਵੀ ਨਹੀਂ ਲੱਗਣਾ। ਤੁਸੀਂ ਬਸ ਇੱਕ ਰਸੀਦ ਕੱਟ ਕੇ ਉਦੋਂ ਦੇਣੀ ਹੈ ਜਦੋਂ ਸਮਾਨ ਚੱਕਣਾ, ਇੱਕ ਰਸੀਦ ਉਦੋਂ ਦੇਣੀ ਹੈ ਜਦੋਂ ਉਹਨਾਂ ਨੇ ਸਮਾਨ ਪਹੁੰਚਾਤਾ। ਤੇ ਇੱਕ ਗੱਲ ਦੀ ਗਰੰਟੀ ਹੈ, ਸਮਾਨ ਸਾਰਾ ਪਹੁੰਚੂਗਾ, ਸੁਰੱਖਿਅਤ ਪਹੁੰਚੂਗਾ, ਤੇ ਨਾਲ ਹੋ ਸਕਦਾ ਕਿ ਲੰਗਰ ਪੈਕ ਕਰਕੇ ਹਸਪਤਾਲ ਦੇ ਵਿੱਚ ਉਹ ਵੀ ਦੇ ਕੇ ਆਉਣ। ਦੇਖੋ ਇਹਦੇ ਤੋਂ ਵਧੀਆ ਆਫਰ ਕੀ ਹੋ ਸਕਦਾ, ਪਰ ਇਹ ਆਫਰ ਉਹ ਲੋਕ ਦੇ ਰਹੇ ਨੇ ਜਿਹੜੇ ਲੋਕਾਂ ਨੂੰ ਇਹ ਫਿਕਰ ਹੈ ਵੀ ਕੱਲ ਨੂੰ ਸਾਡਾ ਭਵਿੱਖ ਸੁਰੱਖਿਅਤ ਨਹੀਂ ਹੈਗਾ, ਸ਼ਾਇਦ ਅਸੀਂ ਖਤਮ ਹੋ ਜਾਈਏ। ਪਰ ਦੂਜੇ ਪਾਸੇ ਇਹ ਸਾਰੇ ਕੁਝ ਦੇ ਉੱਪਰ ਜਿਸ ਤਰ੍ਹਾਂ ਦੀਆਂ ਮਤਲਬ ਸਾਜ਼ਿਸ਼ਾਂ ਘੜੀਆਂ ਗਈਆਂ, ਜਾਂ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਗਏ, ਜਾਂ ਜਿਸ ਤਰ੍ਹਾਂ ਦੀ ਰਾਜਨੀਤੀ ਘੋਟੀ ਗਈ, ਇੱਕ ਪਾਸੇ ਆਪਾਂ ਉਹਨੂੰ ਦੇਖ ਲਈਏ ਤੇ ਫਿਰ ਮੈਂ ਉਹ ਪਹਿਲੀ ਵਾਲੀ ਗੱਲ ਤੇ ਫਿਰ ਆ ਜਾਣਾ। ਹੁਣ ਜਿਹੜਾ ਵੀ ਕੋਈ ਜਾਗਦਾ ਸਿਰਾ, ਉਹ ਭਾਵੇਂ ਕਿਸੇ ਪੋਲੀਟੀਕਲ ਪਾਰਟੀ ਦਾ ਹੋਵੇ, ਯਾਰ ਕੀ ਉਹਦੀ ਸਮਝ ਨਹੀਂ ਆਉਂਦਾ ਹੋਊਗਾ ਵੀ ਯਾਰ ਆਹ ਬੰਦਾ ਕੀ ਕਰ ਰਿਹਾ ਤੇ ਆਹ ਕੀ ਕਰ ਰਿਹਾ, ਤੇ ਦੋਵਾਂ ਚੋਂ ਸਹੀ ਗਲਤ ਕੌਣ ਹੈ? ਜਾਂ ਤਾਂ ਇਦਾਂ ਵੀ ਮੈਂ ਜਮਾਂ ਹੀ ਅੱਖਾਂ ਤੇ ਪੱਟੀ ਬੰਨ੍ਹ ਲਈ ਵੀ ਯਾਰ ਜੋ ਮਰਜ਼ੀ ਹੋ ਜਾਵੇ ਨਾ, ਜਦੋਂ ਹੁਣ ਬਾਠ ਸਾਹਿਬ ਮੈਂ ਕਹਾਂ ਤੁਹਾਡੀ ਜਿਹੜੀ ਟਾਈ ਇਹ ਖੱਟੇ ਰੰਗ ਦੀ ਹੈ ਪਾਓ, ਸਾਰਾ ਟੱਬਰ ਆਖੇ ਵੀ ਆਹ ਤਾਂ ਯਾਰ ਨੀਲੇ ਰੰਗ ਦੀ, ਨਾ ਇਹ ਤਾਂ ਖੱਟੀ ਹੈ। ਜਾਂ ਤਾਂ ਇਦਾਂ ਹੈ ਫਿਰ ਮੈਂ ਮੰਨਣਾ ਹੀ ਨਹੀਂ ਚਾਹੁੰਦਾ, ਤੇ ਜਾਂ ਫਿਰ ਜੇ ਥੋੜ੍ਹੇ ਦਿਨ ਮੰਨ ਕੇ ਵੇਖ ਲਓ ਵੀ ਯਾਰ ਜਿਹੜੇ ਇੰਨੇ ਲੋਕ ਕਹਿਣ ਡਏ ਕੀ ਪਤਾ ਨੀਲੀ ਹੋਵੇ, ਜੇ ਮੈਨੂੰ ਨਜ਼ਰ ਨਹੀਂ ਵੀ ਆਉਂਦੀ ਤੇ ਤਾਂ ਵੀ ਮੈਂ ਉਹਨਾਂ ਦੀ ਮੰਨ ਲਾਂ। ਮੈਂ ਪਤਾ ਕੀ ਕਰਨਾ, ਮੈਂ ਲਾਹ ਕਰਾਇਆ, ਮੈਂ ਖੱਟੀ ਟਾਈ ਤੁਸੀਂ ਲੈ ਲਓ ਜੀ। ਇਹ ਗੱਲ ਤੇ ਕਿੱਥੇ, ਚਲੋ ਗੱਲ ਹੀ ਕਰਦੇ ਆ, ਗੱਲਾਂ ਹੀ ਕਰਦੇ ਆ, ਨਹੀਂ ਤੇ ਮੈਂ ਹੁਣ ਕਦੇ ਲਾਈ ਹੀ ਹੋਣੀ ਕਦੀ। ਤੇ ਉਹ ਮਹਾਰਾਜ ਤੁਹਾਡਾ ਬਟਨ ਨਹੀਂ ਲੱਗਦਾ, ਧੌਣੀ ਏਡੀ ਹੋ ਗਈ ਸੁੱਖ ਨਾਲ ਲੀਡਰੋ ਲੋਕਾਂ ਦਾ ਖਾ ਕੇ। ਲਾਵਾਂ ਹੁਣ ਲਾ ਲਓ, ਜਦੋਂ ਇੱਕ ਵਾਰੀ ਸਾਹ ਜਾਂ ਮੜ ਜਾ ਲਿਆ ਤਾਂ ਨਾਲ ਹੀ ਭੜਕ ਦੇਣੀ ਆ ਹੋ ਜਾਣੀ। ਮੈਨੂੰ ਪਤਾ ਨਾ ਰੋਜ਼ ਕਿੰਨੀ ਵਾਰੀ ਗਲਾਉਣੀ। ਅੱਛਾ ਸੰਧਾਲੀਆ ਸਾਹਿਬ ਗੱਲ ਪਤਾ ਕੀ, ਚੜੂਨੀ ਸਾਹਿਬ ਨੇ ਬਿਆਨ ਪਤਾ ਕਦੋਂ ਦਿੱਤਾ? ਮੈਂ ਤਾਂ ਕਹਿੰਦਾ ਹੁੰਦਾ ਹਮੇਸ਼ਾ ਕਿ ਹੌਸਲਾ ਰੱਖੋ, ਚੜ੍ਹਦੀ ਕਲਾ 'ਚ ਰਹੋ, ਭਾਈਚਾਰਾ ਬਣਾ ਕੇ ਰੱਖੋ। ਕਿਉਂ? ਉਹ ਇਸ ਕਰਕੇ ਦਿੱਲੀ 'ਚ ਮੀਂਹ ਪਿਆ, ਗਰਮੀ ਬਹੁਤ ਸੀ, ਠੀਕ ਹੈ, ਹਨੇਰੀ ਵੀ ਆਈ, ਤੇ ਜਦੋਂ ਹਨੇਰੀ ਆਈ ਤੇ ਜਿਹੜੇ ਉੱਥੇ ਤਰਪਾਲਾਂ ਪਾ ਕੇ ਬੈਠੇ ਆ, ਕਈਆਂ ਦੀਆਂ ਤਰਪਾਲਾਂ ਉੜੀਆਂ, ਜਿਨ੍ਹਾਂ ਨੇ ਉੱਥੇ ਪੋਲੀਥੀਨ ਮੋਮਜਾਮਾ ਪਾਇਆ, ਫਟ ਵੀ ਗਏ, ਟੈਂਟ ਵੀ ਚੋਣ ਲੱਗ ਪਏ, ਬਾਲਣ ਗਿੱਲਾ ਹੋ ਗਿਆ। ਤੇ ਮੀਂਹ ਪਿਆ ਵੀ ਉਸ ਵੇਲੇ ਜਦੋਂ ਪ੍ਰਸ਼ਾਦਾ ਤਿਆਰ ਕਰਨ ਲੱਗੇ ਸੀ, ਚੁੱਲ੍ਹੇ ਲੋਹਾਂ ਬੁਝ ਗਈਆਂ, ਪਰ ਉਸ ਵੇਲੇ ਵੀ ਉਹ ਚੜ੍ਹਦੀ ਕਲਾ ਸੀ। ਕਹਿੰਦੇ ਕੋਈ ਗੱਲ ਨਹੀਂ, ਮਹਾਰਾਜ ਜੀ ਆ, ਮਹਾਰਾਜ ਬੜਾ ਬਿਆਨਤਾ, ਦੇਖੋ ਮੀਂਹ ਸੀਗਾ, ਇਹ ਨਹੀਂ ਕਿਹਾ ਕਿ ਸਾਡਾ ਬਾਲਣ ਗਿੱਲਾ ਹੋ ਗਿਆ ਜਾਂ ਸਾਡਾ ਟੈਂਟ ਚੋ ਗਿਆ। ਕਹਿੰਦੇ ਗਰਮੀ ਬੜੀ ਸੀ ਯਾਰ, ਚੰਗਾ ਹੋਇਆ ਮੀਂਹ ਆ ਗਿਆ। ਜਾਣੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਗੱਲ ਹੈ ਨਾ। ਇੱਕ ਪਾਸੇ ਬੰਦਾ ਕਹੂ ਯਾਰ ਹੁਣ ਕੀ ਕਰਾਂਗੇ, ਆਹ ਹੋ ਗਿਆ ਕੰਮ, ਆਹ ਤਰਪਾਲ ਉੜ ਗਈ ਆ, ਕਿੱਥੋਂ ਲੈ ਕੇ ਆਵਾਂਗੇ, ਹੁਣ ਪੈਸੇ ਖਰਚਣੇ ਪੈਣਗੇ, ਪਹਿਲਾਂ ਹੀ ਕੰਮ ਪੂਰਾ ਨਹੀਂ ਹੁੰਦਾ, ਸਰਕਾਰ ਗੱਲ ਨਹੀਂ ਸੁਣਦੀ ਨਾ। ਇੱਕ ਬੰਦੇ ਨੇ ਇਦਾਂ ਨਹੀਂ ਕਿਹਾ, ਕਹਿੰਦੇ ਆਹ ਤਾਂ ਵਧੀਆ ਹੋਇਆ ਨਾ, ਠੰਡੀ ਹਵਾ ਦਾ ਬੋਲਾ ਆਇਆ, ਮਾੜਾ ਜਿਹਾ ਰਮਾਨ ਮਿਲਿਆ। ਜਦੋਂ ਬੰਦਾ ਇਦਾਂ ਸੋਚਣ ਲੱਗ ਪੈਂਦਾ ਤੇ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ। ਇੱਕ ਸੁਨੇਹਾ ਸੰਧਾਲੀਆ ਸਾਹਿਬ ਆਪਾਂ ਜ਼ਰੂਰ ਦੇਣਾ ਕਿ ਪਿੰਡਾਂ ਦੇ ਵਿੱਚ ਕਮੇਟੀਆਂ ਸੱਚੀ ਬਣਾਓ, ਇੱਕ ਗਰੁੱਪ ਬਣਾ ਲਓ, ਕੋਈ ਲਿਸਟ ਜੀ ਬਣਾ ਲਿਆ ਕਰੋ WhatsApp ਦੀ ਗਰੁੱਪ, ਉਹਦੇ ਵਿੱਚ ਮੁਹੱਲਿਆਂ ਦੇ 5-5 4-4 ਬੰਦਿਆਂ ਦੇ ਨੰਬਰ ਜਿਹੜੇ ਐਡ ਕਰ ਲਓ। ਜਿੰਨੇ ਵੀ ਬਿਮਾਰ ਲੋਕ ਨੇ ਪਿੰਡ ਦੇ, ਉਹਨਾਂ ਦੀਆਂ ਲਿਸਟਾਂ ਤੁਹਾਡੇ ਕੋਲੇ ਹੋਣ। ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਹੈ ਉਹਦੀਆਂ ਲਿਸਟਾਂ ਹੋਣ। ਕਿਸੇ ਨੇ ਹਸਪਤਾਲ ਜਾਣਾ ਹੈ, ਗਰੁੱਪ ਦੇ ਵਿੱਚ ਮੈਸੇਜ ਪਾ ਦੇਵੇ ਕਿ ਭਾਈ ਹਾਲਤ ਵਿਗੜਦੀ ਜਾਂਦੀ ਹੈ, ਉਹਨੂੰ ਤੁਰੰਤ ਪਹੁੰਚਾਓ, ਆਕਸੀਜਨ ਦੀ ਲੋੜ ਹੈ, ਪੈਸੇ ਧੇਲੇ ਘਟਦੇ ਆ, ਤਾਂ ਘੱਟੋ ਘੱਟ ਕੋਸ਼ਿਸ਼ ਕਰੋ। ਇੱਕ ਬੰਦਾ ਉਹਨੂੰ ਹਸਪਤਾਲ ਲੈ ਕੇ ਜਾਂਦਾ ਹੋਵੇ, ਦੂਸਰਾ ਬੰਦਾ ਘਰੇ ਬੈਠਾ ਪਤਾ ਕਰਦਾ ਹੋਵੇ ਕਿ ਭਾਈ ਬੈੱਡ ਕਿੱਥੇ ਖਾਲੀ ਆ, ਆਕਸੀਜਨ ਕਿੱਥੋਂ ਮਿਲ ਜਾਣੀ ਹੈ, ਅਸੀਂ ਬਚਾ ਸਕਦੇ ਹਾਂ। ਸਾਥ ਹੋਵੇ ਨਾ ਆਂਢੀਆਂ ਗੁਆਂਢੀਆਂ ਦਾ। ਸੰਧਾਲੀਆ ਸਾਹਿਬ ਬੰਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ, ਤੇ ਇਕੱਲਾ ਬੰਦਾ ਇੱਕ ਕਦਮ ਨਹੀਂ ਪੁੱਟ ਸਕਦਾ। ਦੇਖੋ ਇਹਦੇ ਸਾਰੇ ਕੁਝ ਦੇ ਵਿੱਚ ਨਾ ਇੱਕ ਚੀਜ਼ ਜਿਹੜੀ ਕਿ ਮੇਰੇ ਖਿਆਲ ਨਾਲ ਨਹੀਂ ਛੱਡਣੀ ਚਾਹੀਦੀ ਹੈ, ਉਹ ਛੱਡਣਾ ਚਾਹੀਦਾ ਟੀਵੀ ਵੇਖਣਾ। ਹੁਣ ਇਹ ਬੜਾ ਹੈਰਾਨੀ ਵਾਲੀ ਗੱਲ ਹੋਣੀ ਵੀ ਟੀਵੀ ਵਾਲੇ ਬੰਦੇ ਇਹ ਕਹਿ ਰਹੇ ਵੀ ਟੀਵੀ ਵੇਖਣਾ ਛੱਡ ਦਿਓ। ਉਹ ਇਸ ਕਰਕੇ ਕਹਿ ਰਹੇ ਕਿਉਂਕਿ ਟੀਵੀ ਵੀ ਕਈ ਤਰ੍ਹਾਂ ਦਾ ਹੋ ਗਿਆ ਨਾ। ਟੀਵੀ ਉਹ ਭਾਵੇਂ ਆਪਾਂ ਟੀਵੀ ਤੇ ਦੇਖਦੇ ਹਾਂ, ਤੇ ਭਾਵੇਂ ਟੀਵੀ ਨੂੰ ਆਪਾਂ ਫੋਨ 'ਚ ਪਾ ਕੇ ਦੇਖੀ ਜਾਂਦੇ, ਭਾਵੇਂ ਸੋਸ਼ਲ ਮੀਡੀਆ 'ਤੇ ਦੇਖੀ ਜਾਂਦੇ, ਕਿਉਂਕਿ ਉੱਥੋਂ ਇੰਨੀ ਕੁ ਜ਼ਿਆਦਾ ਨੈਗੇਟਿਵਿਟੀ, ਇੰਨੀਆਂ ਕੁ ਜ਼ਿਆਦਾ ਅਫਵਾਹਾਂ, ਇੰਨਾ ਕੁ ਜ਼ਿਆਦਾ ਉਹ ਲੋਕਾਂ ਨੂੰ ਨਿਰਾਸ਼ ਕਰਨ ਵਾਲੀਆਂ ਚੀਜ਼ਾਂ ਮਿਲਦੀਆਂ ਨਾ, ਕਿ ਉਹ ਬੰਦੇ ਨੂੰ ਪਤਾ ਵੀ ਹੁੰਦਾ। ਮੰਨ ਲਓ ਬੰਦਾ ਪੰਜਾਬ 'ਚ ਬੈਠਾ ਤੇ ਉਹਨੂੰ ਇਹੋ ਆਖਿਆ ਉਹ ਤੇਰਾ ਭਲਾ ਜਿਹਾ ਵੇਖ ਕੀ ਹੋਣ ਡਿਆ, ਕਿੱਥੇ ਇਹ ਗੱਲ, ਇਹ ਨਾ ਬੰਬੇ ਦੇ ਫਲਾਣੇ ਮਹੱਲੇ ਦੀ ਆਹ ਗੱਲ ਆ। ਹੁਣ ਵੀਰ ਬੰਬੇ ਦੇ ਫਲਾਣੇ ਮਹੱਲੇ ਦੀ ਉਸ ਗੱਲ ਨੂੰ ਸੁਣ ਕੇ ਜੇ ਆਪਾਂ ਦਿਲ ਛੱਡ ਲਿਆ, ਤੇ ਹੋ ਸਕਦਾ ਵੀ ਆਪਣੇ ਤੇਜੇ 'ਚ ਉੱਥੇ ਘਰ ਦੇ ਵਿੱਚ ਕੋਈ ਬੰਦਾ ਹੋਵੇ ਤੇ ਉਹਦਾ ਆਪਾਂ ਨੂੰ ਪਤਾ ਹੀ ਨਹੀਂ ਲੱਗੇ ਵੀ ਯਾਰ ਜੇ ਕਿਤੇ ਮੈਂ ਇਹਦੀ ਬਾਂਹ ਫੜ ਲੈਂਦਾ ਤਾਂ ਉਹ ਜਿਉਂਦਾ ਰਹਿੰਦਾ ਜੀ। ਸੋ ਮੈਨੂੰ ਲੱਗਦਾ ਹੈ ਕਿ ਵੀ ਇਸ ਵਕਤ ਜਿੰਨਾ ਹੋ ਸਕੇ ਆਪਾਂ ਨੂੰ ਲੋਕਲ ਹੋ ਜਾਣਾ ਚਾਹੀਦਾ, ਵੀ ਜਿੱਥੋਂ ਤੱਕ ਮੇਰੀ ਪਹੁੰਚ ਹੈ ਉੱਥੋਂ ਤੱਕ ਮਦਦ ਕਰ ਦਈਏ, ਤੇ ਜਿੱਥੋਂ ਤੱਕ ਕੋਈ ਖਤਰਾ ਉੱਥੋਂ ਤੱਕ ਮੈਂ ਬਚ ਕੇ ਰਹਾਂ। ਮਤਲਬ ਲੋਕਲ ਰਹਿਣ ਦਾ ਮਤਲਬ ਇਹ ਵੀ ਨਾ ਮੈਂ ਬਾਹਰ ਅੰਦਰ ਜਾਊਂਗਾ ਤੇ ਇਹਦਾ ਮਤਲਬ ਬਿਮਾਰੀ ਨਹੀਂ ਛੇੜੂਗੀ, ਤੇ ਜੇ ਕੋਈ ਕਿਸੇ ਨੂੰ ਲੋੜ ਹੈ ਲੋਕਲ, ਤੇ ਉੱਥੇ ਆਪਾਂ ਬੰਦੇ ਦੀ ਬਾਂਹ ਫੜ ਲਾਂਗੇ। ਨਹੀਂ, ਇਹ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਜੇ ਇੱਦਾਂ ਹੋ ਜਾਵੇ, ਜੇ ਅਸੀਂ ਇਸ ਤਰੀਕੇ ਦੇ ਨਾਲ ਇੱਕ ਦੂਜੇ ਦੀ ਬਾਂਹ ਫੜਨ ਲੱਗ ਪਈਏ, ਫਿਰ ਤਾਂ ਕਹਾਣੀ ਕਿ ਲੋਕ ਵੈਸੇ ਫੜਨ ਲੱਗ ਪਏ ਆ ਬਾਂਹ ਇੱਕ ਦੂਜੇ ਦੀ। ਬਹੁਤ ਸਾਰੇ ਲੋਕ ਨੇ, ਆ ਇੱਕ ਨੌਜਵਾਨ ਦਾ ਸੋਸ਼ਲ ਮੀਡੀਆ ਤੇ ਬੜਾ ਚਰਚਾ ਹੈ, ਉਹਨੇ ਆਨਲਾਈਨ ਪਾਤਾ ਸੀ ਕਿ ਭਾਈ ਮੈਂ ਆਕਸੀਜਨ ਦੇ ਸਿਲੰਡਰ ਲੋਕਾਂ ਨੂੰ ਲੈ ਕੇ ਦੇਣੇ ਆ, ਮੇਰਾ ਮੋਟਰਸਾਈਕਲ ਆ, ਦੱਸੋ ਕਿਹਨੇ ਖਰੀਦਣਾ।
ਮੋਟਰਸਾਈਕਲ ਵਿਕ ਗਿਆ, ਉਹਦੇ ਤੋਂ ਬਾਅਦ ਉਹਨੇ ਕਿਹਾ ਇੰਨੇ ਸਿਲੰਡਰ ਇੱਥੇ ਪਹੁੰਚਾਤੇ ਆ, ਬਾਕੀ ਪੈਸੇ ਆਉਣ ਵਾਲੇ ਆ, ਫਲਾਨੀ ਜਗ੍ਹਾ ਤੇ ਉੱਤੇ ਪਹੁੰਚਾ ਦੂੰਗਾ। ਲੋਕਾਂ ਨੂੰ ਮੋਟੀਵੇਸ਼ਨ ਮਿਲਦੀ ਹੈ, ਲੋਕਾਂ ਨੂੰ ਸਹਾਰਾ ਮਿਲਦਾ, ਲੱਗਦਾ ਕਿ ਭਾਈ ਕੋਈ ਸਾਡਾ ਹੈਗਾ। ਚੰਗੀ ਖਬਰ ਵਾਲੇ ਪਾਸਿਓਂ, ਦਿੱਲੀ ਵਾਲੇ ਪਾਸਿਓਂ ਇੱਕ ਚੰਗੀ ਖਬਰ ਵੀ ਆਈ ਹੈ। ਹੋ ਸਕਦਾ ਕਿ ਵੈਸੇ ਤਾਂ ਇੱਕ ਸੂਬੇ ਦੀ ਸਰਕਾਰ ਕੋਈ ਕੰਮ ਕਰੇ ਤਾਂ ਦੂਜੇ ਸੂਬੇ ਦੀਆਂ ਸਰਕਾਰਾਂ ਕਰਨ ਲੱਗ ਪੈਂਦੀਆਂ। ਪਿਛਲੇ ਦਿਨੀ ਭਾਰਤ ਦੀ ਇੱਕ ਅਦਾਲਤ ਨੇ ਕਿਹਾ ਸੀ ਕਿ ਆਕਸੀਜਨ ਦੇ ਸਿਲੰਡਰਾਂ ਦੀ ਕਾਲਾਬਾਜ਼ਾਰੀ ਹੁੰਦੀ ਹੈ, ਜਾਣੀ ਵੱਧ ਰੇਟ ਤੇ ਵੇਚੇ ਜਾਂਦੇ ਆ, ਬਲੈਕ 'ਚ ਵੇਚੇ ਜਾਂਦੇ ਆ, ਲੋਕਾਂ ਨੂੰ ਮਿਲਦੇ ਨਹੀਂ, ਕਤਾਰਾਂ ਲਾ ਲਾ ਕੇ ਖੜੇ ਆ, ਉੱਥੇ ਹੀ ਢਹਿ ਢੇਰੀ ਹੋਣ ਨੂੰ ਫਿਰਦੇ ਆ ਜਿੱਦਾਂ ਨੋਟਬੰਦੀ ਦੇ ਵੇਲੇ ਹੋਏ ਸੀ। ਉਹਨਾਂ ਨੇ ਕਿਹਾ ਹੋਮ ਡਿਲੀਵਰੀ ਕਰੋ। ਅਰਵਿੰਦ ਕੇਜਰੀਵਾਲ ਦੀ ਦਿੱਲੀ ਵਾਲੀ ਸਰਕਾਰ 20 ਜਗ੍ਹਾ ਤੇ ਮਾੜੀ ਹੋਊਗੀ, 20 ਜਗ੍ਹਾ ਤੇ ਚੰਗੀ ਹੋਏਗੀ। ਸਾਨੂੰ ਨਹੀਂ ਪਤਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜਾ ਨਵਾਂ ਐਲਾਨ ਕੀਤਾ ਕੀ ਉਹ ਚੰਗੇ ਤਰੀਕੇ ਲਾਗੂ ਕਰਨ 'ਚ ਕਾਮਯਾਬ ਹੋਣਗੇ ਜਾਂ ਨਹੀਂ, ਪਰ ਦਿੱਲੀ ਇੱਕ ਵਾਰੀ ਫਿਰ ਪਹਿਲਾ ਸੂਬਾ ਬਣਿਆ। ਉਹ ਕਹਿੰਦੇ ਕਿ ਦਿੱਲੀ ਸਰਕਾਰ ਦੀ ਆਹ ਵੈਬਸਾਈਟ ਹੈ, ਤੁਸੀਂ ਘਰ ਦੇ ਵਿੱਚ ਆਈਸੋਲੇਟ ਹੋ, ਤੁਸੀਂ ਘਰ ਦੇ ਵਿੱਚ ਹੋ, ਤੁਹਾਨੂੰ ਕੋਵਿਡ ਦੇ ਸਿੰਪਟਮ ਆ, ਤੁਹਾਡੀ ਰਿਪੋਰਟ ਪੋਜ਼ਿਟਿਵ ਆ, ਤੁਹਾਨੂੰ ਆਕਸੀਜਨ ਦੀ ਲੋੜ ਹੈ, ਤੁਸੀਂ ਇਸ ਵੈਬਸਾਈਟ ਦੇ ਉੱਤੇ ਜਾਣਾ, ਜਾ ਕੇ ਆਪਣੀ ਕੋਵਿਡ ਪੋਜ਼ਿਟਿਵ ਹੋਣ ਦੀ ਰਿਪੋਰਟ ਅਪਲੋਡ ਕਰ ਦਿਓ, ਆਧਾਰ ਕਾਰਡ ਅਪਲੋਡ ਕਰ ਦਿਓ, ਜੇ ਕੋਈ ਹੋਰ ਵੀ ਸਕੈਨਿੰਗ ਦੀ ਰਿਪੋਰਟ ਹੈਗੀ ਆ ਤਾਂ ਕਰ ਦਿਓ, ਨਹੀਂ ਹੈਗੀ ਨਾ ਕਰਿਓ। ਅਸੀਂ ਆਪਣੇ ਆਪ ਤੁਹਾਡੇ ਘਰ ਤੱਕ ਜਿਹੜਾ ਵਾਜਬ ਕੀਮਤ ਹੈ, ਜਿਹੜੀ ਸਰਕਾਰ ਦਾ ਬੰਦਾ ਆਪ ਤੁਹਾਨੂੰ ਆਕਸੀਜਨ ਦਾ ਸਿਲੰਡਰ ਪਹੁੰਚਾ ਕੇ ਆਊਗਾ। ਸੰਧਾਲੀਆ ਸਾਹਿਬ, ਜੇ ਅਜੇ ਪੱਕਾ ਪਤਾ ਨਹੀਂ ਕਿ ਹੋ ਪਾਊ ਜਾਂ ਨਹੀਂ, ਜੇ ਕਿਤੇ ਅਰਵਿੰਦ ਕੇਜਰੀਵਾਲ ਇਹ ਕੰਮ ਕਰਨ ਦੇ ਵਿੱਚ ਕਾਮਯਾਬ ਹੋ ਗਏ, ਉਹਦਾ ਫਾਇਦਾ ਪਤਾ ਕੀ ਹੋਣਾ? ਇੱਕ ਤਾਂ ਮੰਨ ਲਓ ਕਿ ਕਿਸੇ ਘਰ ਦੇ ਵਿੱਚ 3 ਜੀ ਆਮ ਤੌਰ ਤੇ ਛੋਟੇ ਕਮਰੇ 'ਚ ਰਹਿੰਦੇ, ਤਿੰਨੇ ਪੋਜ਼ਿਟਿਵ ਹੋ ਜਾਂਦੇ, ਇੱਕ ਦੂਜੇ ਦੇ ਨਾਲ ਟੱਚ ਤਾਂ ਹੋ ਹੀ ਜਾਂਦਾ ਬੰਦਾ, ਇੱਕੋ ਟੂਟੀ ਹੈ, ਇੱਕੋ ਹੀ ਮੰਜਾ ਉੱਥੇ, ਇੱਕੋ ਹੀ ਦਰੀ ਹੈ, ਇੱਕੋ ਹੀ ਦਰਵਾਜ਼ਾ। ਹੁਣ ਉਹਦੇ ਵਿੱਚੋਂ ਕਿਸੇ ਨੂੰ ਆਕਸੀਜਨ ਦੀ ਲੋੜ ਹੈ, ਹਸਪਤਾਲ 'ਚ ਬੈੱਡ ਹੈ ਨਹੀਂ, ਰਹਿਣਾ ਉਹਨੇ ਘਰੇ ਹੈ, ਉਹਨਾਂ ਦੇ ਵਿੱਚੋਂ ਕੋਈ ਬੰਦਾ ਆਕਸੀਜਨ ਦਾ ਸਿਲੰਡਰ ਲੈਣ ਜਾਊ, ਉੱਥੇ ਕਤਾਰ 'ਚ ਖੜੂ। ਜਦੋਂ ਕਤਾਰ ਦੇ ਵਿੱਚ ਖੜੂਗਾ ਤੇ ਇਹਦਾ ਮਤਲਬ ਹੈ ਕਿ ਆਲੇ ਦੁਆਲੇ ਵਾਲੇ ਨੂੰ ਵੀ ਖਤਰਾ, ਫਿਰ ਜਿਹਦੇ ਤੋਂ ਸਿਲੰਡਰ ਫੜੂਗਾ, ਜਿਹਨੂੰ ਪੈਸੇ ਫੜਾਊਗਾ, ਉਹਨੂੰ ਵੀ ਖਤਰਾ। ਇਹਦੇ ਨਾਲੋਂ ਚੰਗਾ ਫਿਰ ਉੱਥੇ ਵੱਧ ਕੀਮਤ ਵੀ ਦੇਣੀ ਪਊ, ਕਾਲਾ ਬਾਜ਼ਾਰੀ ਵੀ ਹੋ। ਹੁਣ ਸਰਕਾਰ ਦੇ ਕੋਲੇ ਰਿਕਾਰਡ ਆ ਜੂ ਕਿ ਭਾਈ ਐਸ ਘਰ ਦੇ ਵਿੱਚ ਇਹਨਾਂ ਬੰਦਿਆਂ ਨੂੰ ਲੋੜ ਹੈ, ਆਹ ਉਹਦੀ ਕੋਵਿਡ ਪੋਜ਼ਿਟਿਵ ਹੋਣ ਦੀ ਰਿਪੋਰਟ ਹੈ, ਇਹਦੇ ਤੋਂ ਬਾਅਦ ਅਸੀਂ ਉੱਥੇ ਸਿਲੰਡਰ ਪਹੁੰਚਾਉਣਾ। ਇਹ ਵੀ ਪਤਾ ਹੋ ਕਿ 9 ਵਜੇ ਮੰਗਿਆ ਸੀ, 12 ਵਜੇ ਤੱਕ ਪਹੁੰਚਾ ਕਿ ਨਹੀਂ ਪਹੁੰਚਾ, ਵੱਧ ਕੀਮਤ ਵੀ ਕੋਈ ਨਹੀਂ ਵਸੂਲ ਸਕੂ। ਫਿਰ ਜਿਹੜੇ ਐਕਸਪਰਟ ਬੰਦੇ ਆ, ਜਿਹੜੇ ਥੋੜੇ ਜਿਹਾ ਟ੍ਰੇਨਡ ਬੰਦੇ ਆ, ਉਹ PPE ਕਿੱਟ ਪਾ ਲੈਣਗੇ, ਉਹਨਾਂ ਨੂੰ ਜਾ ਕੇ ਸਿਲੰਡਰ ਫੜਾਉਣਗੇ, ਹੱਥ ਸੈਨੀਟਾਈਜ਼ ਕਰ ਲੈਣਗੇ। ਇੱਕ ਤਾਂ ਕੋਵਿਡ ਦਾ ਫੈਲਾਅ ਰੁਕ ਜੂ, ਦੂਜਾ ਵੱਧ ਕੀਮਤ ਦੇ ਉੱਤੇ ਕਾਬੂ ਪੈ ਜੂ, ਤੀਸਰਾ ਉਹਨਾਂ ਨੂੰ ਘਰੇ ਬੈਠੇ ਬਿਠਾਏ ਵਾਜਬ ਕੀਮਤ ਦੇ ਉੱਤੇ ਸਿਲੰਡਰ ਮਿਲ ਜੂ, ਜੇ ਆਕਸੀਜਨ ਹੋਈ ਤਾਂ। ਜੇ ਮਾਮਲਾ ਸਫਲ ਹੋ ਜਵੇ, ਅਸੀਂ ਕਹਿੰਦੇ ਪੰਧਾ ਨਾ ਪੁੱਛਿਓ, ਸਾਰੀਆਂ ਹੀ ਸੂਬੇ ਦੀਆਂ ਸਰਕਾਰਾਂ ਫਿਰ ਲਾਗੂ ਕਰ ਦਿਓ। ਨਹੀਂ, ਇੱਦਾਂ ਕਿੱਦਾਂ ਲਾਗੂ ਕਰ ਦਿਓ? ਮੈਂ ਨੋਟ ਕਰ ਰਿਹਾ, ਅਨਿਲ ਬੈਜਲ ਸਾਹਿਬ ਨਾਂ ਹੈ ਉਹਨਾਂ ਦਾ। ਹਾਂਜੀ, ਉਪ ਰਾਜਪਾਲ ਨੇ ਅੱਜ ਕੱਲ੍ਹ, ਉਹ ਆਪ ਦੇਣ ਜਾਣਗੇ, ਤਾਕਤਾਂ ਉਹਨਾਂ ਕੋਲ ਆ। ਮੈਂ ਖਰੇ ਕਹਿੰਦੇ ਆਪ ਦੇਣ ਇਹਨਾਂ ਨੇ, ਮੈਂ ਵੈਸੇ ਗੱਲ ਹੀ ਕੀਤੀ ਹੈ, ਕਿਉਂਕਿ ਪਿੱਛੇ ਜੇ ਇਹ ਵੀ ਕਿਹਾ ਸੀ ਕੇਜਰੀਵਾਲ ਹੋਰਾਂ ਨੇ ਕਿ ਅਸੀਂ ਉਹ ਪਤਾ ਨਹੀਂ ਹੋਮ ਡਿਲੀਵਰੀ ਕਰਿਆ ਕਰਨੀ ਰਾਸ਼ਨ ਦੀ, ਉਹ ਕਿਸੇ ਨੂੰ ਕੋਈ ਲੋੜ ਨਹੀਂ ਜਾਣ ਦੀ। ਉਹ ਕੇਸ ਤਾਂ ਤੁਹਾਨੂੰ ਨੋਟ ਹੀ ਹੋਣਾ ਨਾ ਵੀ ਕੀ ਬਣਿਆ ਸੀ, ਬਾਅਦ 'ਚ ਆ ਗਿਆ ਚੇਤਾ। 72-78 ਲੱਖ ਪਰਿਵਾਰਾਂ ਨੂੰ ਕਹਿੰਦੇ ਸੀ ਅਸੀਂ ਹੁਣ ਫ੍ਰੀ 2 ਮਹੀਨੇ ਰਾਸ਼ਨ ਦੇਣਾ। ਅਜੇ ਤੋਂ ਫਾਈਲ ਟੇਬਲ ਤੇ ਹੀ ਹੈ। ਉੱਤੋਂ ਆ ਨਵਾਂ ਇੱਕ ਸਿਆਪਾ ਕੇਜਰੀਵਾਲ ਪਾਉਣ ਨੂੰ ਫਿਰਦਾ, ਕਹਿੰਦਾ ਮੈਂ ਹੁਣ ਕਰੋ ਕਰੀ ਸਿਲੰਡਰ ਦੇ, ਕੋਈ ਨਹੀਂ ਦੇਖਦੇ। ਇਟਸ ਓਕੇ, ਆ ਚਾਹ ਬਣਾਓ ਕਾਕਾ, ਫਿਰ ਕਰਦੇ ਗੱਲ ਅੱਗੇ। ਦੱਸੋ, ਰੱਖ ਦਿਓ ਫਾਈਲ ਉੱਥੇ, ਰੱਖ ਦਿਓ। ਹੈ ਕੋਈ ਨਹੀਂ ਦੇਖਦੇ, ਲੰਚ ਟਾਈਮ ਹੋ ਗਿਆ। ਹਾਂ, ਇਹ ਮਤਲਬ ਹੋ ਸਕਦਾ। ਇਹ ਦੇਖੋ, ਇਹ ਮੈਂ ਨਹੀਂ ਚਾਹੁੰਦਾ ਇਦਾਂ ਹੋਵੇ, ਮੈਂ ਨਹੀਂ ਚਾਹੁੰਦਾ ਇਦਾਂ ਹੋਵੇ। ਨਹੀਂ ਠੀਕ ਹੈ ਭਰਾ, ਪਰ ਅਫਸੋਸ ਹੈ ਬਾਦ ਸਾਹਿਬ, ਅਫਸੋਸ ਇਹ ਹੈ ਕਿ ਵੀ ਰਾਜਨੀਤੀ ਇਸ ਹੱਦ ਤੱਕ ਜਾ ਵੜੀ ਵੀ ਇੱਕ ਦਿਨ, ਇੱਕ ਸਾਹ, ਇੱਕ ਮਿੰਟ ਪੋਲੀਟੀਕਲ ਬੰਦੇ ਇਹੋ ਹੀ ਸੋਚਦੇ ਆ ਵੀ ਯਾਰ ਕਿਹੜਾ ਦਾਅ ਵਰਦੀ ਅਗਲੇ ਨੂੰ ਠੇਬੀ ਲਾਉਣ ਦਾ। ਵੀ ਜੇ ਮੰਨ ਲਓ ਵੀ ਅੱਛਾ ਇੱਥੇ ਫਲਾਣੇ ਦਾ ਫਾਇਦਾ ਹੁੰਦਾ, ਹੁਣ ਨਹੀਂ ਦੇਣਾ, ਕਿਵੇਂ ਫਾਇਦਾ ਹੋ ਜਾਊਗਾ ਇਹਦਾ? ਆਹ ਜਿਹੜੀ ਆਹ ਸਿਆਸਤ ਹੈ ਨਾ, ਇਹੀ ਬੇੜਾ ਗਰਕ ਕਰਨ ਵਾਲੇ ਪਾਸੇ ਆ। ਹੁਣ ਚਾਹੀਦਾ ਤਾਂ ਇਹ ਹੈ ਵੀ ਜੇ ਮੰਨ ਲਓ ਕੇਜਰੀਵਾਲ ਨੇ ਆਹ ਬਿਆਨ ਦਿੱਤਾ ਨਾ, ਜਿੱਥੇ ਕਿਤੇ ਵੀ BJP ਦੀ ਫੁੱਲ ਫਲੈਜ ਸਰਕਾਰ ਹੈ, ਫੁੱਲ ਫਲੈਜ ਸੂਬਾ ਉਹਨਾਂ ਕੋਲੇ, ਅਗਲੇ ਕਹਿਣਾ ਕੇਜਰੀਵਾਲ ਨੇ 25 ਨੂੰ ਕਰਨਾ ਹੈ, 20 ਨੂੰ ਕਰਤਾ ਹੀ, ਹੁਣੇ ਹੀ ਕੀਤਾ, ਆਹ ਲੈ ਹੋਇਆ ਲੈ। ਗੱਲ ਕਰ 5-4 ਬੰਦੇ ਜਿਹੜੇ ਦਿਮਾਗ ਵਾਲੇ, ਕੋਈ ਹੋਰ ਸੋਚੋ ਵੀ ਯਾਰ ਤੁਸੀਂ ਕੁਛ ਇਹੋ ਜਿਹਾ ਸੋਚੋ ਜਿਹੜਾ ਲੋਕਾਂ ਦੇ ਕੰਮ ਆਵੇ, ਲੋਕ ਆਸ਼ ਕਰਨ ਉੱਠਣ। ਅਜੇ ਤਾਂ ਹੋ ਸਕਦਾ ਮੇਰੇ ਖਿਆਲ 25 ਜਾ ਕੇ ਵੋਟਾਂ ਬਣੀਆਂ ਕੇਜਰੀਵਾਲ ਵਾਲੀਆਂ, ਦੂਰ ਆ। 23 ਨੂੰ ਹੀ ਲੋਕ ਕਹਿਣ ਵੀ ਸਾਨੂੰ ਨਹੀਂ ਚਾਹੀਦਾ ਕੇਜਰੀਵਾਲ, ਲਾ ਦਿਓ, ਅਨਿਲ ਬੈਜਲ ਸਾਹਿਬ ਜਿੰਦਾਬਾਦ, ਮੋਦੀ ਸਰਕਾਰ ਬਹਿ ਜਾ। ਉਹ ਕਰ ਦਿਓ, ਕਿਸੇ ਨੂੰ ਕੀ ਇਤਰਾਜ਼ ਹੈ ਯਾਰ? ਮੰਨ ਲਓ ਅੱਜ ਪੰਜਾਬ ਦੇ ਵਿੱਚ ਅਸ਼ਵਨੀ ਸ਼ਰਮਾ ਜੀ ਦੀ ਆਪਾਂ ਅੱਗੇ ਗੱਲ ਕੀਤੀ, ਅਸ਼ਵਨੀ ਸ਼ਰਮਾ ਹੋਰੀ ਅੱਜ ਕਿਤੇ ਸਾਰਾ ਕੁਝ ਨਿਬੇੜ ਦੇਣ ਨਾ, ਇਹ ਕਲੀਅਰ ਕੱਟ ਲੋਕਾਂ ਦੇ ਸਾਹਮਣੇ ਰੱਖ ਦੇਣ ਵੀ ਆਹ ਲਓ ਭਾਈ ਸਾਹਿਬ ਤੁਹਾਡੇ ਲਈ ਦਰਵਾਜ਼ੇ ਖੋਲ੍ਹੇ, ਖਜ਼ਾਨਾ ਖੋਲ੍ਹਿਆ, ਕਿਸਾਨਾਂ ਦੀਆਂ ਸਮੱਸਿਆਵਾਂ ਹੱਲ, ਦੁਕਾਨਦਾਰਾਂ ਦੀਆਂ ਹੱਲ, ਵਪਾਰੀਆਂ ਦੀਆਂ ਹੱਲ, ਮਜ਼ਦੂਰਾਂ ਦੀਆਂ ਹੱਲ, ਬੇਰੁਜ਼ਗਾਰਾਂ ਦੀਆਂ ਹੱਲ। ਗੱਲ ਕਰੋ, ਤੁਹਾਨੂੰ ਦੁੱਖ ਕਿਹੜਾ, ਅਸੀਂ ਦੂਰ ਕਰਾਉਂਦੇ ਹਾਂ। ਲੋਕ ਮੈਂ ਨਾ 2022 'ਚ ਹੱਥੋਂ ਲੈ ਜਾਣ ਵੋਟਾਂ ਵੀ ਆਹ ਅਸ਼ਵਨੀ ਸ਼ਰਮਾ ਜੀ ਜਿਹਨੂੰ ਕਹੇ ਅਸੀਂ ਪਾ ਦਿੰਦੇ ਹਾਂ।
ਕੋਈ ਨਾ ਕਰ ਦੂ ਉਹ ਸ਼ਰਮਾ ਸਾਹਿਬ ਨੂੰ ਲੋਕਾਂ ਦੇ ਘਰੇ ਨਹੀਂ ਆਉਣਾ ਪਊਗਾ, ਸਵੇਰੇ ਉੱਠ ਕੇ ਜਦੋਂ ਘਰੋਂ ਬਾਹਰ ਨਿਕਲ ਕੇ ਐ ਅਕੜੇਮਾ ਜਿਹਾ ਲੈਣਗੇ, ਉਹ ਯਾਰ ਵੋਟਰ ਤਾਂ ਮੂਹਰੇ ਆ ਖੜੇ ਆ। ਹਾਂ, ਉਹਨੇ ਕਹਿਣਾ ਵੀ ਦੱਸੋ ਸਰ ਕਿੱਥੇ ਪਾ ਦੇ, ਡੱਬਾ ਦੱਸ ਦਿਓ, ਮਸ਼ੀਨ ਦੱਸ ਦਿਓ, ਨਹੀਂ ਤਾਂ ਸਾਡੇ ਕਾਰਡ ਲੈ ਲਓ, ਆ ਵੀ ਨੱਪ ਲਿਓ ਬਟਨ ਸਾਡੇ ਨੂੰ। ਹੋ ਸਕਦਾ ਉਹ ਇਸ ਗੱਲ ਦੇ ਸ਼ਰਤਾਂ ਲਾਉਣ ਜੀ, ਵੋਟ ਤਾਂ ਪਾਉਣ ਜਾਣਾ ਜੇ ਬੰਦਾ ਆਪਣਾ ਨਾਲ ਭੇਜਣਾ, ਦਿਖਾ ਕੇ ਪਾਉਣੀ ਆ, ਦਿਖਾ ਕੇ ਪਾਉਣੀ। ਅੱਗੇ ਤਾਂ ਹੁੰਦਾ ਸੀ ਕਿ ਬੰਦੇ ਨੇ ਇੱਥੇ ਮੋਹਰ ਲਾਈ ਤੇ ਡੱਬੇ 'ਚ ਪਾਉਣ ਤੋਂ ਪਹਿਲਾਂ ਕਈ ਵਾਰੀ ਜੇ ਬਾਹਰ ਆ ਕੇ ਦਿਖਾ ਦੇਣੀ ਕਿ ਆ ਪਾਤੀ, ਹਾਲਾਂਕਿ ਉਹ ਗਲਤ ਹੈ, ਪਰ ਕਈ ਵਾਰੀ ਸ਼ੋਰ ਕਰਨਾ ਹੁੰਦਾ ਸੀ। ਹੁਣ ਤਾਂ ਮਸ਼ੀਨ ਦਾ ਬਟਨ ਦਬਣਾ, ਮਸ਼ੀਨ ਥੋੜੀ ਚੱਕ ਕੇ ਦਿਖਾਣ ਲੱਗਿਆ, ਦੱਬ ਦੇਣ ਲੱਗਾ ਹੀ, ਇਸ ਕਰਕੇ ਬੰਦਾ ਨਾਲ ਭੇਜਣਾ ਪਊਗਾ। ਉਹ ਵੀ ਦਿਨ ਹੋ ਸਕਦਾ ਆ ਜਾਣ ਵੀ ਪੰਜਾਬ ਦੇ ਵਿੱਚ ਜਿਹੜੇ ਦੇਖੋ ਪੱਕੇ ਕਾਂਗਰਸੀ ਆ, ਪੱਕੇ ਅਕਾਲੀ ਆ ਜਾਂ ਪੱਕੇ ਆਮ ਆਦਮੀ ਪਾਰਟੀ ਵਾਲੇ, ਉਹਨਾਂ ਨੇ ਤਾਂ ਮੰਨਣਾ ਨਹੀਂ, ਕਿਉਂਕਿ ਲੜਾਈ ਤਾਂ ਕਿਸੇ ਨੇ ਕਿਸੇ ਨੂੰ ਕਰਨੀ ਪੈਣੀ। ਪਰ ਹੋ ਸਕਦਾ ਵੀ ਉਹ ਸੁਮੋ ਖਾਲੀ ਹੋਵੇ, ਡਰਾਈਵਰ ਵੀ ਉਹਨਾਂ ਨੂੰ ਨਾ ਲੱਭੇ, ਇਕੱਲਾ ਕੈਂਡੀਡੇਟ ਹੀ ਵਿੱਚ ਹੋਵੇ, ਕਹਿੰਦਾ ਯਾਰ 2 ਬੰਦੇ ਤੇ ਬਹੁਤ ਮੇਰੇ ਨਾਲ, ਉਹ ਕਹਿੰਦਾ ਜਾ ਕੰਮ ਕਰ ਜਾ ਕੇ, ਬੀਜੇਪੀ ਵਾਲਿਆਂ ਨੇ ਸਾਡਾ ਇੰਨਾ ਕੁਛ ਕੀਤਾ, ਤੂੰ ਕਿੱਧਰ ਵੋਟਾਂ ਮੰਗਦਾ ਫਿਰਦਾ। ਅਗਲਾ ਬੰਦੇ ਨੂੰ ਡਰਾਈਵਰ ਤੱਕ ਨਾ ਲੱਭੇ ਨਾਲ ਬਹਿਣ ਨੂੰ, ਉਹ ਕਿਉਂ ਨਹੀਂ ਕੀਤਾ ਜਾ ਸਕਦਾ? ਸੰਧਾਲੀਆ ਸਾਹਿਬ, ਮੈਨੂੰ ਐਂ ਲੱਗਦਾ ਕਿ ਇੱਕ ਕਿਸਾਨ ਵਾਲਾ ਮੁੱਦਾ ਸੁਲਝਾ ਦੇਣ, ਦੂਜਾ ਆਹ ਕੰਮ ਕਰ ਦੇਣ। ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ, ਉਮੀਦਵਾਰ ਸਾਹਿਬ ਨੇ ਭਾਸ਼ਣ ਦੇਣ ਨੂੰ ਤਰਸਣਾ, ਬੀਜੇਪੀ ਦੇ ਉਮੀਦਵਾਰਾਂ ਨੇ, ਪਤਾ ਕਿੱਦਾਂ? ਉਹਨਾਂ ਨੇ ਗੱਡੀ ਜਾ ਕੇ ਲਾਇਆ ਕਰਨੀ ਕਿਸੇ ਪਿੰਡ ਦੇ ਵਿੱਚ, ਉਮੀਦਵਾਰ ਸਾਹਿਬ ਨੇ ਜਿੱਦਾਂ ਹੀ ਪਹਿਲਾ ਪੈਰ ਚੱਕ ਕੇ ਥੱਲੇ ਰੱਖ, ਉਹ ਭਰਾਵਾ ਇੱਥੇ ਤਾਂ ਵੋਟਾਂ ਤੁਹਾਡੀਆਂ ਹੀ ਆ, ਲੋਕਾਂ ਨੇ ਕਿਹਾ ਕਰਨਾ, ਤੁਸੀਂ ਵਿੱਚ ਬੈਠੋ, ਆਪ ਹੀ ਲੱਤ ਚੱਕ ਕੇ ਅੰਦਰ ਰੱਖ ਕੇ ਤਾਕੀ ਲਾ ਦਿਆ ਕਰੀ, ਅਗਲੇ ਪਿੰਡ ਜਾ ਕੇ ਦੇਖੋ ਇੱਥੋਂ ਸਾਰੀਆਂ ਤੁਹਾਡੀਆਂ ਆ, ਅਗਲੇ ਪਿੰਡ ਜਾ ਕੇ ਫਿਰੇ ਹੋਇਆ ਕਰਨਾ। ਉਮੀਦਵਾਰ ਸਾਹਿਬ ਨੇ ਸਾਰੀ ਦਿਹਾੜੀ ਗੱਡੀ ਦੇ ਵਿੱਚ ਹੀ ਘੁੰਮ ਕੇ ਵਾਪਸ ਆਇਆ ਕਰਨਾ, ਸਾਰੇ ਹਲਕੇ ਦਾ ਚੱਕਰ ਅੱਜ ਫੇਰ ਲਾ ਲਿਆ, ਸਾਰੇ ਹਲਕੇ ਦਾ ਜਦ ਉਤਰਨ ਨਹੀਂ ਦੇਣਾ। ਹਾਂ, ਨਾਲੇ ਵੱਡੀ ਗੱਲ ਇਹ ਹੋ ਸਕਦਾ ਲੋਕ ਉਦੋਂ ਮਤਲਬ ਸਿਰ ਦੀ ਸਹੁੰ ਖਾ ਜਾਣ ਵੀ ਜੇ ਸਾਡੇ ਪਿੰਡੋਂ ਇੱਕ ਵੋਟ ਕਿਤੇ ਆਸੇ-ਪਾਸੇ ਪੈ ਗਈ ਨਾ ਤੇ ਕੱਲੀ ਵੋਟ ਦਾ ਹਿਸਾਬ ਲੈ ਲਓ, ਨਾਲੇ ਹੋ ਸਕਦਾ ਪਿੰਡ 'ਚ ਅਨਾਉਂਸਮੈਂਟ ਹੋ ਜਾਵੇ ਵੀ ਲੱਤਾਂ ਤੋੜ ਦਿਆਂਗੇ ਜੇ ਕਿਸੇ ਨੇ ਬੀਜੇਪੀ ਤੋਂ ਪਾਸੇ ਕਿਸੇ ਨੂੰ ਵੋਟ ਪਾਈ। ਇਹ ਹੋ ਜਾਣੀ ਗੱਲ ਜਿਸ ਹਿਸਾਬ ਨਾਲ ਪੰਜਾਬੀ ਕਰਨ। ਮੈਂ ਦੇਖਿਆ ਬੰਦੇ 'ਚ ਲੀਡਰ ਆ ਜਾਂਦਾ, ਜਾਣੀ ਆਮ ਤੌਰ ਤੇ ਹੁੰਦਾ ਕਿ ਵਿਰੋਧ ਕਰਾਂਗੇ, ਕਾਲੀ ਝੰਡੀ ਦਿਖਾਵਾਂਗੇ, ਇਹ ਬੰਦੇ 'ਚ ਲੀਡਰ ਆ ਜਾਂਦਾ ਲੱਤਾਂ ਤੋੜ ਦਿਆਂਗੇ। ਯਾਰ ਥੋੜਾ ਹੁੰਦਾ ਸੀ ਨਾ ਕਿ ਅੰਬ ਵੱਢ ਦਿਆਂਗੇ, ਲੱਤਾਂ ਤੋੜ ਦਿਆਂਗੇ। ਉਹ ਯਾਰ ਹੁਣ ਹੌਲੀ ਬੰਦਾ ਬਣੂਗਾ, ਮੈਂ ਲੀਡਰ ਤੋਂ ਕੀ ਕਰਦੇ ਬਾਟ ਸਾਹਿਬ, ਅੱਜ ਮੈਂ ਕਿੰਨਾ ਸੁਧਰਿਆ, ਕੱਲ ਮੈਂ ਥੋੜਾ ਜ਼ਿਆਦਾ ਲੀਡਰ ਬਣਿਆ, ਅੱਜ ਮੈਂ ਥੋੜਾ ਘੱਟ ਲੀਡਰ ਬਣਿਆ। ਤੁਹਾਨੂੰ ਇਹ ਤੇ ਵੀ ਇਤਰਾਜ਼ ਯਾਰ, ਪ੍ਰੋਬਲਮ ਤਾਂ ਇਹੋ ਹੀ ਹੈ ਨਾ ਵੀ ਤੁਸੀਂ ਕਿਵੇਂ ਟਿਕਣ ਨਹੀਂ ਦਿੰਦੇ। ਮੈਂ ਤਾਂ ਇਹ ਮੁਸ਼ਕਲ ਤੁਹਾਡੀ ਪਤਾ ਕੀ ਆਮ ਲੋਕਾਂ ਦੀ, ਤੁਸੀਂ ਲੀਡਰ ਨੂੰ ਖਿਜਾ ਦਿੰਦੇ ਆ, ਉਹ ਵਿਚਾਰਾ ਬਥੇਰੀ ਕੋਸ਼ਿਸ਼ ਕਰਦਾ, ਕੋਈ ਗੱਲ ਨਹੀਂ, ਇਹ ਉਦਾਂ ਹੀ ਮਤਲਬ ਹੁੰਦਾ ਬਘਿਆੜਿਆ ਤੇ ਉਹ ਬੱਕਰੀ ਵਾਲੀ ਖੱਲ ਪਾ ਕੇ ਮੈਂ ਤੇਰਾ ਹੀ ਆ, ਹੈ ਨਾ, ਉਹ ਬਥੇਰੀ ਕੋਸ਼ਿਸ਼ ਕਰਦਾ ਵਿਚਾਰਾ। ਉਹ ਜਦੋਂ ਨੂੰ ਉਂਗਲਾਂ ਦੇਈ ਜਾਣਾ, ਤੰਗ ਕਰੀ ਜਾਣਾ, ਚੰਗਾ ਫਿਰ ਮੈਂ ਫਿਰ ਬਘਿਆੜੀਆਂ, ਮੈਨੂੰ ਰਹਿਣ ਦੇ, ਮੈਨੂੰ ਬਘਿਆੜੀ। ਉਹੀ ਗੱਲ ਫਿਰ ਲੋਕਾਂ ਦੀ, ਉਹ ਥੋੜਾ ਜਿਹਾ ਯਾਰ ਪੁਚਕਾਰ ਕੇ ਪਲੋਸ ਕੇ ਵਰਤ ਲਓ ਲੀਡਰਾਂ ਨੂੰ, ਕੀ ਫਰਕ ਪੈਂਦਾ? ਸੰਧਾਲੀਆ ਸਾਹਿਬ, ਮੈਨੂੰ ਤੁਸੀਂ ਲੀਡਰ ਹੋ ਨਾ, ਮੈਨੂੰ ਲੀਡਰ ਤੋਂ ਗੱਲ ਚੇਤੇ ਆ ਗਈ ਪ੍ਰਗਟ ਸਿੰਘ ਦੀ। ਉਹਨਾਂ ਨੇ ਇੱਕ ਗੱਲ ਕਹੀ ਹੈ, ਬੜੀ ਗਲਤ ਗੱਲ ਕਹੀ ਉਹਨਾਂ ਨੇ। ਨਹੀਂ, ਜਿਹੜੀ ਉਹਨਾਂ ਨੇ ਗੱਲ ਕਹਿਤੀ ਨਾ, ਵੈਸੇ ਉਹ ਕਹਿੰਦੇ ਜੀ ਲੀਡਰ ਹੋਣਾ ਤਾਂ ਗਾਲ ਆ। ਤੁਸੀਂ ਇਹ ਦੇਖੋ ਕਿੱਡੀ ਵੱਡੀ ਗੱਲ ਹੈ ਕਿ ਅੱਜ ਲੀਡਰਾਂ ਤਾਂ ਹੀ ਉਹਨਾਂ ਨੇ ਦੇਖੋ ਕਿੱਡੀ ਵੱਡੀ ਸਟੇਟਮੈਂਟ ਦਿੱਤੀ। ਕਾਂਗਰਸ ਪਾਰਟੀ ਦੇ ਐਮਐਲਏ ਨੇ, ਪਹਿਲਾਂ ਅਕਾਲੀ ਦਲ ਦੇ ਐਮਐਲਏ ਸੀ ਉਸੇ ਹੀ ਹਲਕੇ ਤੋਂ। ਉਹ ਕਹਿੰਦੇ ਜੀ ਅੱਜ ਜੇ ਲੋਕਾਂ ਨੂੰ ਲੀਡਰਾਂ ਤਾਂ ਹੀ ਕੰਮ ਨਾ ਹੋਵੇ, ਕੋਈ ਲੀਡਰਾਂ ਦੇ ਕੋਲ ਨਾ ਆਵੇ, ਵੀ ਜਾਨੀ ਲੀਡਰਾਂ ਦਾ ਸਤਿਕਾਰ ਨਹੀਂ ਰਹਿ ਗਿਆ। ਏਡੀ ਵੱਡੀ ਸਟੇਟਮੈਂਟ ਵੈਸੇ ਕੋਈ ਲੀਡਰ ਦਿੰਦਾ ਨਹੀਂ ਹੁੰਦਾ ਕਿ ਲੀਡਰ ਦਾ ਕੋਈ ਸਤਿਕਾਰ ਨਹੀਂ ਰਹਿ ਗਿਆ, ਲੋਕ ਵਿਚਾਰੇ ਗਰਜਾਂ ਦੇ ਮਾਰੇ ਆ, ਲੋਕਾਂ ਨੇ ਕੰਮ ਲੈਣੇ ਹੁੰਦੇ ਆ, ਇਸ ਕਰਕੇ ਲੀਡਰ ਨੂੰ ਆ ਕੇ ਸਲੂਟ ਮਾਰਨਾ ਪੈਂਦਾ। ਕੱਲ ਨੂੰ ਜੇ ਇਦਾਂ ਹੋ ਜਾਵੇ ਕਿ ਲੀਡਰ ਤਾਂ ਹੀ ਲੋਕਾਂ ਨੂੰ ਕੰਮ ਨਾ ਹੋਵੇ, ਸਾਰੀ ਦਿਹਾੜੀ ਲੀਡਰ ਇਕੱਲਾ ਬੈਠਾ ਰਹੂਗਾ, ਉਹਦੇ ਕੋਲ ਆ ਕੇ ਨਹੀਂ ਕੋਈ ਬੈਠੂਗਾ, ਘਰਦਿਆਂ ਨਹੀਂ ਬਹਿਣਾ, ਘਰਦਿਆਂ ਨਹੀਂ। ਇਹ ਤਾਂ ਮੈਂ ਕਹਿੰਦਾ ਇਹ ਪੱਕੀ ਹੈ, ਇਹ ਪੱਕੀ। ਪਤਾ ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਵੀ ਇਹਦੇ ਪੱਲੇ ਕੀ ਹੈ ਯਾਰ, ਇਹਦੇ ਆਪਣੇ ਪੱਲੇ ਕੁਝ ਨਹੀਂ। ਤੇ ਹੁਣ ਤਾਂ ਉਹਨੂੰ ਇਹ ਹੁੰਦਾ ਵੀ ਯਾਰ ਪਾਪਾ ਫਲਾਣਾ ਲੀਡਰ ਹੈ, ਆਪਾਂ ਫਲਾਣੇ ਥਾਂ ਤੇ ਕੋਈ ਟੌਰ ਟਿਕਟ ਲੈਣੀ ਹੈ, ਟਿਕਟ ਵੀ ਲੈਣੀ ਹੈ। ਜਦੋਂ ਪਤਾ ਵੀ ਟਿਕਟ ਲੈ ਕੇ ਇਹਨੇ ਕੀ ਮਤਲਬ ਕੋਠਾ ਢਾਦਾ ਕਿਸੇ ਦਾ ਯਾਰ। ਜਾਣੀ ਅੱਜ ਇਹ ਹੁੰਦਾ, ਜਾਣੀ ਜੇ ਪ੍ਰਗਟ ਸਿੰਘ ਹੋਰਾਂ ਦੀ ਗੱਲ ਨੂੰ ਆਪਾਂ ਸੱਚ ਮੰਨੀਏ, ਅੱਜ ਇਦਾਂ ਹੁੰਦਾ ਕਿ ਜਾਂਦਾ ਨਿੱਕਾ ਨਿਆਣਾ, ਉੱਥੇ ਜਾ ਕੇ ਬੰਦਾ ਕਹਿੰਦਾ ਯਾਰ ਅਜੇ ਮੈਨੂੰ 20 ਸਕਿੰਟ ਹੋ ਗਿਆ, ਇਹਨੂੰ ਅਜੇ ਇਦਾਂ ਨਹੀਂ ਕਿਹਾ ਕਿ ਐਮਐਲਏ ਸਾਹਿਬ ਦਾ ਮੁੰਡਾ ਆਇਆ, ਤੇ ਮੁੜ ਕੇ ਪਤਾ ਕੀ ਹੋਇਆ ਕਰਨਾ, ਯਾਰ ਇੱਥੇ ਉਹ ਕਹੇ ਨਾ ਦੇਵੇ ਐਮਐਲਏ ਸਾਹਿਬ ਦਾ ਮੁੰਡਾ ਹੈ। ਗੱਲ ਹੀ ਆ ਬਸ, ਇੰਨਾ ਫਰਕ ਹੈ, ਇੰਨਾ ਫਰਕ ਆ। ਚਲੋ ਇੱਕ ਗੱਲ ਆਪਾਂ ਯਾਦ ਕਰੀਏ ਯਾਰ, ਆਪਾਂ ਜ਼ਰੂਰ, ਕਿਉਂਕਿ ਵੱਡੀ ਪ੍ਰਾਪਤੀ ਦੱਸੀ ਚਰਨਜੀਤ ਚੰਨੀ ਹੋਰੀ ਮੰਤਰੀ ਨੇ ਸੁੱਖ ਨਾਲ, ਉਹਨਾਂ ਨੇ ਕਿਹਾ 16 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇ ਦਿੱਤਾ ਪੰਜਾਬ 'ਚ। ਤੇ ਮੈਂ ਕਿਹਾ ਵੀ 16 ਲੱਖ ਦੇ ਵਿੱਚੋਂ ਚਲੋ ਜ਼ਿਆਦਾ ਨਹੀਂ, 16,000 ਬੰਦਾ ਤੇ ਕਮੈਂਟ ਕਰਕੇ ਦੱਸੇ ਨਾ ਜਿਹਨਾਂ ਨੂੰ ਰੋਜ਼ਗਾਰ ਮਿਲਿਆ। ਲੱਖਾਂ ਬੰਦਾ ਆਪਾਂ ਨੂੰ ਰੋਜ਼ ਵੇਖਦਾ ਪ੍ਰਾਈਮ ਏਸ਼ੀਆ ਨੂੰ, 16,000 ਕਮੈਂਟ ਮੈਂ ਜ਼ਿਆਦਾ ਤਾਂ ਨਹੀਂ ਮੰਗੇ ਯਾਰ। ਨਹੀਂ ਜ਼ਿਆਦਾ ਨਹੀਂ ਮੰਗੇ, ਮੈਂ ਤਾਂ ਕਹਿੰਦਾ ਪੰਜਾਬ 'ਚ 13,000 ਪਿੰਡ ਆ। ਸਿਰਫ 3 ਚੀਜ਼ਾਂ ਲਿਖਣੀਆਂ, ਮੈਂ ਫਲਾਨਾ ਮਤਲਬ ਨਾਮ ਆਪਣਾ, ਕਿਹੜਾ ਰੋਜ਼ਗਾਰ ਮਿਲਿਆ ਤੇ ਕਿੱਥੋਂ ਦੇ ਰਹਿਣ ਵਾਲੇ। ਅਸੀਂ ਬਿਲਕੁਲ ਨਹੀਂ ਕਹਿੰਦੇ ਕਿ 16 ਲੱਖ ਬੰਦੇ ਨੂੰ ਘਰ ਰੋਜ਼ਗਾਰ ਨਹੀਂ ਮਿਲਿਆ, ਉਹਨਾਂ ਨੇ ਵਿੱਚ ਫਰਕ ਦੱਸਿਆ। ਤੁਸੀਂ ਹੁਣ ਗੱਲਾਂ ਗੋਲ ਕਰ ਲਾ। ਨਹੀਂ, ਮੈਂ ਗੋਲ ਨਹੀਂ ਕਰਦਾ, ਮੈਂ ਤਾਂ ਅਸਲ ਦੇ ਵਿੱਚ ਇੰਨੀ ਕਲੀਅਰ ਕਰਨ ਲੱਗਾ ਕਿ ਵਿੱਚ ਗੋਲ ਕੁਛ ਵੀ ਨਾ ਰਹੂਗਾ। ਅੱਛਾ, ਹੁਣ ਹੋਇਆ ਕੀ ਹੈ, ਮੈਂ ਕਹਿੰਦਾ ਕਿ 16 ਨਹੀਂ ਆਪਾਂ 13 ਲੱਖ ਮੰਨ ਲੈਂਦੇ ਹਾਂ। 13,000 ਪੰਜਾਬ ਦਾ ਪਿੰਡ ਹੈ, 13 ਲੱਖ ਰੋਜ਼ਗਾਰ ਹੈ, ਉੱਪਰਲਾ 3 ਲੱਖ ਆਪਾਂ ਸ਼ਹਿਰਾਂ 'ਚ ਵੰਡ ਦੇਣੇ। ਹੁਣ ਜੇ 13 ਲੱਖ ਬੰਦੇ ਨੂੰ ਰੋਜ਼ਗਾਰ ਦਿੱਤਾ, 13,000 ਪਿੰਡ ਆ, ਤੁਸੀਂ ਇਹ ਦੱਸੋ ਕਿ ਇੱਕ ਪਿੰਡ ਨੂੰ ਕਿੰਨਾ ਆਇਆ? ਪਤਾ ਨਹੀਂ, ਤੁਸੀਂ ਮਾਸਟਰ ਤੁਸੀਂ ਰਹੇ, ਮੈਂ ਥੋੜਾ, ਮੇਰਾ ਤਾਂ ਹਿਸਾਬ ਕਮਜ਼ੋਰ ਹੈ। ਹਿਸਾਬ ਆਪਣੇ ਪਰਿਵਾਰ ਦੇ ਮੈਂਬਰਾਂ ਨੇ ਦੱਸ ਦੇਣਾ। ਹੁਣ ਤੁਸੀਂ ਦੇਖੋ
ਉਹਨਾਂ ਨੇ ਕਿਹਾ ਜੀ ਦੇਖੋ 50,000 ਬੰਦਾ ਅਸੀਂ ਇੰਨਾ ਕੁ ਜਿੰਨਾ ਵੀ ਹੈ ਅਸੀਂ ਸਰਕਾਰੀ ਸੈਕਟਰ 'ਚ ਭਰਤੀ ਕਰ ਲਿਆ, ਇੰਨੇ ਲੱਖ ਬੰਦਾ ਅਸੀਂ ਪ੍ਰਾਈਵੇਟ ਸੈਕਟਰ 'ਚ ਭਰਤੀ ਕਰ ਲਿਆ, ਇੰਨੇ ਫੌਜ 'ਚ ਭਰਤੀ ਹੋਏ, ਇੰਨੇ ਪੁਲਿਸ ਦੇ ਵਿੱਚ ਭਰਤੀ ਹੋਏ, ਕੁੱਲ 16 ਲੱਖ ਬੰਦੇ ਨੂੰ ਅਸੀਂ ਰੁਜ਼ਗਾਰ ਦਿੱਤਾ। ਸਵੈ ਰੁਜ਼ਗਾਰ ਵਾਲੇ ਵੀ ਵਿੱਚ ਹੀ ਗਣੇ ਆ ਓਕੇ, ਕਿ ਜਿਨ੍ਹਾਂ ਨੂੰ ਸਵੈ ਰੁਜ਼ਗਾਰ ਦਿੱਤਾ। ਹੁਣ ਮੈਂ ਕਹਿੰਦਾ ਮਿੰਨੀ ਬੱਸਾਂ ਵਾਲੇ ਵੀ ਵਿੱਚ ਹੀ ਆ ਗਏ ਸਾਰੇ ਜਿਹਨਾਂ ਦੇ ਪਾਸ ਸ਼ਾਇਦ ਹੋ ਸਕਦਾ। ਮੈਂ ਤਾਂ ਇਹ ਵੀ ਕਹਿਣਾ ਕਿ ਠੀਕ ਹੈ ਚੰਨੀ ਸਾਹਿਬ, ਜੇ ਤੁਹਾਡੀ ਗੱਲ ਠੀਕ ਹੈ ਤਾਂ ਫਿਰ 16 ਲੱਖ ਵੋਟਾਂ ਜਿਹੜੀਆਂ 16 ਲੱਖ ਨਹੀਂ ਪੈਣੀਆਂ, ਉਹਨਾਂ ਦੇ ਨਾਲ 5-5 ਘਰ ਦੇ ਜੀ ਵੀ ਆ। ਇਹਦਾ ਮਤਲਬ ਕੀ ਹੋਇਆ ਕਿ 2 ਕਰੋੜ ਤਾਂ ਵੋਟਾਂ 2.25 ਕਰੋੜ, 1 ਕਰੋੜ ਤਾਂ ਸਿੱਧੀ ਪੈ ਗਈ। 40% ਵੋਟਾਂ ਤਾਂ ਫਿਰ ਵੱਟ ਤੇ ਪਈਆਂ, ਕਿਤੇ ਨਹੀਂ ਗਈਆਂ। ਤੇ ਜਿਹਨੂੰ 35-36% ਪੈ ਜਾਂਦੀਆਂ ਉਹਦੀ ਪੰਜਾਬ 'ਚ ਸਰਕਾਰ ਬਣਦੀ ਹੈ। ਜੇ ਕਲੀਅਰ ਹੈ ਫਿਰ ਆਮ ਆਦਮੀ ਪਾਰਟੀ ਵਾਲੇ, ਅਕਾਲੀ ਦਲ ਵਾਲੇ, ਆਪਣੇ 2 ਬਜ਼ੁਰਗ ਸਿਆਸਤਦਾਨ ਨੇ ਢੀਂਡਸਾ ਸਾਹਿਬ, ਬ੍ਰਹਮਪੁਰਾ ਸਾਹਿਬ, ਉਹ ਫਿਰ ਪਾਰਟੀ ਰਹਿਣ ਦੇਣ। ਨਹੀਂ ਉਹ ਤਾਂ ਅਸ਼ਵਨੀ ਸਾਹਿਬ ਨੂੰ ਕਹਿੰਦੇ ਰਹਿੰਦੇ ਫਿਰ ਮੈਂ ਕਹਿੰਦਾ ਪਾਰਟੀ ਬਣਾ ਲੈਣ, ਪੋਸਟਰ ਨਾ ਛਪਾਉਣ, ਐਵੇਂ ਖਰਚਾ ਨਾ ਕਰ, ਦਫ਼ਤਰ ਲਈ ਕਿਤੇ ਕਮਰਾ ਨਾ ਕਿਰਾਏ ਤੇ ਲੈ ਲੈਣ, ਐਵੇਂ ਮੁੜ ਕੇ ਦਫ਼ਤਰ ਦਾ ਕਿਰਾਇਆ ਭਰਨ ਨੂੰ ਵੀ ਔਖੇ ਹੋ ਜਾਣਗੇ, ਨੁਕਸਾਨ ਹੋ ਸਕਦਾ, ਬਹੁਤ ਨੁਕਸਾਨ ਹੋਊਗਾ। ਸੋ ਇਹ ਕਰਿਓ ਜ਼ਰੂਰ ਯਾਰ, ਇੰਨਾ ਜ਼ਰੂਰ ਬੇਨਤੀ ਕਰਿਓ ਤੁਸੀਂ। ਜੇ ਮਤਲਬ 16,000 ਤਾਂ ਯਾਰ ਕਮੈਂਟ ਚਾਹੀਦਾ ਘੱਟੋ ਘੱਟ, ਇੰਨੇ ਕੁ ਬੰਦੇ ਤੇ ਐਕਸਪੈਕਟ ਕਰਦੇ। ਤੁਸੀਂ ਗਲੀ ਗਵਾਂਢ ਇੱਧਰ ਉੱਧਰ ਵੀ ਇਹ ਗੱਲ ਭਾਵੇਂ ਇੰਨੀ ਕੁ ਤੁਸੀਂ ਕੱਟ ਕੇ ਭੇਜ ਦਿਓ ਵੀ ਜ਼ਰੂਰ ਆਪਾਂ ਭਾਈ ਸਾਹਿਬ ਪਹੁੰਚਦੀ ਕਰਨੀ। ਮੈਂ ਹੋਰ ਕਹਿਣਾ, ਮੈਂ ਕਹਿੰਦਾ ਕਿ ਆਪਾਂ ਇੱਕ ਤੁਸੀਂ 3 ਚੀਜ਼ਾਂ ਮੰਗੀਆਂ ਸੀ, ਆਪਾਂ ਚੌਥੀ ਵੀ ਮੰਗ ਲੈਂਦੇ ਹਾਂ ਕਿ ਜਿਨ੍ਹਾਂ ਨੂੰ ਤਾਂ ਇਸ ਸਰਕਾਰ ਦੇ ਵਿੱਚ ਮਿਲਿਆ ਰੁਜ਼ਗਾਰ ਉਹ ਵੀ ਲਿਖ ਦੇਣ, ਜਿਨ੍ਹਾਂ ਨੂੰ ਪਿਛਲੇ 10 ਸਾਲਾਂ 'ਚ ਮਿਲਿਆ ਉਹ ਵੀ ਦੇਖ ਦੇਣ। ਜੇ ਦੋਨੇ ਪਾਸਿਆਂ ਦੇ ਰੁਜ਼ਗਾਰ ਆ ਗਏ, ਅਸੀਂ ਫਿਰ ਜਮ੍ਹਾਂ ਘਟਾਓ ਕਰਕੇ ਨੰਬਰ 1 ਨੰਬਰ 2 ਤਾਂ ਲਿਆਉਣਾ ਹੀ ਆ ਨਾ। ਇਹਦਾ ਮਤਲਬ ਹੁਣ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਰਾਜ ਦੀ ਗੱਲ ਮੈਂ ਗੱਲ ਨਹੀਂ, ਮੈਂ ਤਾਂ ਕਹਿੰਦਾ ਕਿ ਚੰਗਾ ਹੋਵੇ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲੇ। ਫਿਰ ਮੈਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਕਿ ਜੇ ਸਾਰੇ ਲੋਕਾਂ ਨੂੰ ਰੁਜ਼ਗਾਰ ਪਿਛਲਿਆਂ ਨੇ ਵੀ ਦੇ ਦਿੱਤਾ ਸੀ, ਇਹਨਾਂ ਨੇ ਵੀ ਦੇ ਦਿੱਤਾ ਸੀ, ਅਬ ਰਾਸ਼ਨ ਉਹ ਵੀ ਕਿਹਨੂੰ ਦਿੰਦੇ ਰਿਹਾ ਤੇ ਇਹ ਵੀ ਕਿਹਨੂੰ ਦਿੰਦੇ ਰਿਹਾ। ਜਦ ਲੋਕਾਂ ਨੂੰ ਰੁਜ਼ਗਾਰ ਹੀ ਮਿਲ ਗਿਆ, ਲੋਕਾਂ ਨੂੰ ਤਨਖਾਹਾਂ ਹੀ ਮਿਲਣ ਲੱਗ ਪਈਆਂ, ਲੋਕਾਂ ਦੇ ਕੋਲੇ ਖਰੀਦ ਸ਼ਕਤੀ ਹੋ ਗਈ, ਰੁਪਈਏ ਉਹਨਾਂ ਦੀ ਜੇਬ 'ਚ ਨੇ, ਦੁਕਾਨ ਤੇ ਜਾਣਗੇ, ਸੌਦਾ ਲੈ ਲੈਣਗੇ। ਆਟਾ ਦਾਲ ਸਕੀਮ ਪਤਾ ਨਹੀਂ ਕਿਹਨੂੰ ਦਿੰਦੇ ਰਹਿੰਦੇ। ਮੈਂ ਉਹੀ ਕਹਿ ਰਿਹਾ, ਨਾਲੇ 2 ਸਾਲ ਹੋ ਜਾਣੇ, ਟਰੂਡੋ ਸਾਹਿਬ ਨੇ ਉਲਾਂਭਾ ਦੇਣਾ ਸੀ ਯਾਰ, ਕੋਈ ਤੇ ਪੰਜਾਬ ਤੋਂ ਭੇਜੋ ਇੱਧਰ ਕੈਨੇਡਾ, किसी को तो भेजें आप। मैं अगे सोचदा सी इत्थे घूमने फिरने पे कल ट्रूडो साहब ने उलांभा दिता, वो कहंदे पिछले ना 10-15 सालों दे विच जदों दीयां 2 सरकारां होण वाली ते पिछली आई है, ਸਾਡੇ ਇੱਥੇ ਕੋਈ ਪੜ੍ਹਨ ਹੀ ਨਹੀਂ ਆਉਂਦਾ, ਸਾਡੇ ਇੱਥੇ ਕੋਈ ਕੰਮ ਤੇ ਹੀ ਨਹੀਂ ਆਉਂਦਾ। ਜਦੋਂ ਦਾ ਉੱਥੇ ਰੁਜ਼ਗਾਰ ਮਿਲਣ ਲੱਗ ਪਿਆ, ਐਜੂਕੇਸ਼ਨ ਚੰਗੀ ਹੋ ਗਈ, ਸਿਹਤ ਸਹੂਲਤਾਂ ਚੰਗੀਆਂ ਹੋ ਗਈਆਂ, ਇੱਥੇ ਆ ਕੇ ਜੇ ਕੋਈ ਆ ਵੀ ਜਾਂਦਾ ਆ, ਕਹਿੰਦੇ ਇੱਥੇ ਆ ਕੇ ਉਹਨੂੰ ਸਾਹ ਦੀਆਂ ਬਿਮਾਰੀਆਂ ਬਹੁਤ ਹੁੰਦੀਆਂ ਕਿਉਂਕਿ ਇੱਥੇ ਹਵਾ ਸਾਫ਼ ਨਹੀਂ ਹੈਗੀ, ਤੁਹਾਡੇ ਉੱਥੇ ਸਾਫ਼ ਬੜੀ ਹੈ। ਬਿਲਕੁਲ ਸਹੀ, ਇਹ ਤਾਂ ਹੈ, ਪਾਣੀ ਨਹੀਂ ਪਚਦਾ ਇੱਥੇ ਆ ਕੇ, ਕਹਿੰਦੇ ਔਖਾ ਬਹੁਤ ਔਖਾ। ਇਹਦਾ ਵਿਚਾਰੇ ਉਹ ਚਲੋ ਮਹਾਰਾਜ ਕਰੂਗਾ, ਕਿਤੇ ਇਹਨਾਂ ਦਾ ਕੈਨੇਡਾ ਦਾ ਵੀ ਕਦੀ ਕੁਝ ਬਣੂਗਾ। ਮੈਂ ਹੋਰ ਕਹਿਣਾ, ਮੈਂ ਕਹਿੰਦਾ ਕਿ ਉੱਥੇ ਨਾ ਵੀਜ਼ੇ ਖਲਾਈਏ ਪੰਜਾਬ। ਹਾਂ ਆਹੋ ਯਾਰ, ਨਹੀਂ ਉਹ ਤਾਂ 2 ਮਹੀਨੇ ਪਹਿਲਾਂ ਚਾਹੀਦੇ, ਘੱਟੋ ਘੱਟ ਕਣਕ ਵੱਢਣ ਦੇ ਵੀਜ਼ੇ ਤੇ ਹੁੰਦੇ। ਨਹੀਂ ਇੱਥੇ ਵੀ ਰੌਲਾ ਪੈਂਦਾ, ਝੋਨਾ ਲਵਾਈ ਦੇ ਭੇਜਾਈਏ ਝੋਨਾ। ਮੈਂ ਇੱਥੇ ਨਾ ਰੌਲਾ ਪੈਂਦਾ ਕਿ ਭਾਈ ਮੱਧਕਾਲੀ ਚੋਣਾਂ ਨਾ ਹੋ ਜਾਣ ਕਿਤੇ ਹੋਰ 5-7 ਮਹੀਨਿਆਂ ਤੱਕ। ਤੁਸੀਂ ਇੱਥੇ ਦੇਖਿਓ ਪਤਾ ਕੀ ਹੋਣਾ, ਜਿੱਦਾਂ ਉੱਥੇ ਇੱਕ ਵਾਰੀ ਵਾਅਦਾ ਹੋਇਆ ਸੀ ਕਿ ਭਾਈ ਅਸੀਂ ਕੈਨੇਡਾ ਦੇ ਵਿੱਚ ਜ਼ਮੀਨ ਲੈ ਲਈ ਆ, ਕਿਸਾਨਾਂ ਨੂੰ ਉੱਥੇ ਵਸਾਉਣਾ। ਇਹਨਾਂ ਨੇ ਕਿਹਾ ਕਰਨਾ ਕਿ ਤੁਸੀਂ ਸਾਡੀ ਪਾਰਟੀ ਨੂੰ, ਕਿਸੇ ਨਾ ਕਿਸੇ ਨੇ ਕਹਿ ਦੇਣਾ ਸਾਡੀ ਪਾਰਟੀ ਨੂੰ ਵੋਟਾਂ ਪਾਓ, ਅਸੀਂ ਇੰਨੇ ਹਜ਼ਾਰ ਬੰਦਾ ਪੰਜਾਬ 'ਚ ਵਸਾਵਾਂਗੇ, ਉੱਥੇ ਦੀ PR ਲੈ ਕੇ ਦੇਵਾਂਗੇ, ਉੱਥੇ ਖੇਤੀ ਕਰਾਉਣੀ ਆ ਤੁਹਾਡੇ ਤੋਂ, ਦੇਖਿਓ ਤੁਹਾਡਾ ਜੀਵਨ ਪੱਧਰ ਕਿੱਦਾਂ ਉੱਪਰ ਜਾਂਦਾ। ਕੁਛ ਵੀ ਹੋ ਸਕਦਾ। WhatsApp ਜਾਣ ਦਾ ਟਾਈਮ ਹੋ ਗਿਆ, ਚਲੀਏ। ਨਹੀਂ ਬਿਲਕੁਲ ਜਾਣਾ ਹੀ ਪੈਣਾ। ਬਸ ਆਖਰੀ ਸੁਨੇਹਾ ਜਿਹੜਾ ਸਾਡਾ ਹਮੇਸ਼ਾ ਹੁੰਦਾ ਕਿ ਹਾਂ ਪੱਖੀ ਰਿਓ, ਭਾਈਚਾਰਾ ਬਣਾ ਕੇ ਰੱਖਿਓ, ਚੜ੍ਹਦੀ ਕਲਾ 'ਚ ਰਿਓ। ਬਹੁਤ ਸ਼ੁਕਰੀਆ ਜੀ। ਤੇ ਜਾਂਦਾ ਜਾਂਦਾ ਮੈਂ ਇਹ ਬੇਨਤੀ ਕਰਾਂ ਜੀ ਵੀ 2 ਮਹੀਨੇ ਕਾਂਗਰਸੀ, ਅਕਾਲੀ, ਆਪ ਵਾਲੇ, ਭਾਜਪਾ ਵਾਲੇ, BJP ਵਾਲੇ, TMC, ਸਮਾਜਵਾਦੀ ਪਾਰਟੀ, ਜਿੰਨੀਆਂ ਕਿ ਵੀ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਵਾਲਾ ਕੀੜਾ ਜਿਹਦੇ ਅੰਦਰ ਵੀ ਹੈਗਾ ਉਹ ਥੋੜ੍ਹੇ 2 ਮਹੀਨੇ ਬਾਹਰ ਕੱਢ ਕੇ ਰੱਖ ਦਿਓ। 2 ਮਹੀਨੇ ਆਪਾਂ ਬੰਦੇ ਦੇ ਪੁੱਤ ਬਣੇ ਰਹੀਏ। ਜਦੋਂ ਇਹ ਕਰੋਨਾ ਨਿਕਲ ਗਿਆ, ਕਿਉਂਕਿ ਉਹਨੂੰ ਪੋਲੀਟੀਕਲ ਪਾਰਟੀ ਦੀ ਸਮਝ ਨਹੀਂ, ਉਦੋਂ ਬਾਅਦ ਆਪਾਂ ਫੇਰ ਹੀ ਸਾਰਾ ਕੁਝ ਕਰੀਏ, ਕੋਈ ਫਰਕ ਨਹੀਂ ਪੈਂਦਾ। ਹੁਣ ਦਿਓ ਇਜਾਜ਼ਤ, ਗੁਰਪ੍ਰੀਤ ਸੰਧਾਵਾਲੀਆ ਨੂੰ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।